ਇੱਕ ਇਨਸਾਨ ਅਗਰ ਆਪਣੀ ਮੁਸਲਮਾਤ ਨੂੰ ਛੁਪਾਉਂਦਾ ਹੈ, ਤੁਸੀਂ ਉਹਦੇ ਕੋਲ ਸਵਾਲ ਕਰ ਸਕਦੇ ਹੋ। ਯਾਨੀ ਜ਼ਿਆਦਾ ਤੋਂ ਜ਼ਿਆਦਾ ਕੋਈ ਬੰਦਾ ਬਰੇਲਵੀ ਹੋਏਗਾ, ਵਾਬੀ ਹੋਏਗਾ, ਦੇਵਬੰਦੀ ਹੋਏਗਾ, ਸ਼ੀਆ ਹੋਏਗਾ, ਤੁਹਾਡੇ ਵੱਲੋਂ ਕੋਈ ਬੰਦਾ ਹੋਏਗਾ, ਅਹਿਮਦੀ ਹੋਏਗਾ, ਖਿਲਾਫਤ ਜਮਾਤ ਦਾ ਹੋਏਗਾ, ਜੰਬਾ ਸਾਹਿਬ ਦਾ ਹੋਏਗਾ, ਲਾਹੌਰੀ, ਇਹੀ ਹੋਏਗਾ। ਇਸ ਤੋਂ ਬਾਅਦ ਤਾਂ ਨਹੀਂ ਕੋਈ ਜਾ ਸਕਦਾ, ਕੋਈ ਨਵੀਂ ਜਮਾਤ ਨਹੀਂ ਹੈ, ਜਿਹੜੀਆਂ ਮਸ਼ਹੂਰ ਨੇ ਸਾਡੇ ਵਾਲੇ ਪਾਸੇ, ਤੁਹਾਡੇ ਵਾਲੇ ਪਾਸੇ। ਤੇ ਤੁਸੀਂ ਉਹਨੂੰ ਪੁੱਛ ਲਓ ਬਈ ਫਲਾਂ ਕਿਤਾਬ ਤੇਰੇ ਵਾਸਤੇ। ਪਹਿਲੇ ਤਾਂ ਗੱਲ ਅਹਿਲੇ ਸੁਨਨਤ ਵਲ ਜਮਾਤ ਦੇ ਵਿੱਚ ਜਿੰਨੇ ਵੀ ਦੂਸਰੇ ਮਕਾਦ ਦੇ ਫਿਕਰ ਨੇ, ਤੁਸੀਂ ਉਹਨਾਂ ਕੋਲ ਪੁੱਛ ਲਓ। ਲੇਕਿਨ ਮੇਰਾ ਨਹੀਂ ਖਿਆਲ ਕਿ ਕੋਈ, ਪਰ ਉਹਨਾਂ ਦੇ ਨਹੀਂ ਸੇਮ ਨਹੀਂ ਨਾ ਹੈ, ਇਹੀ ਮਸਲਾ ਹੈ, ਸੇਮ ਨਹੀਂ ਹੈ। ਤੁਹਾਡੇ ਅਕਾਬਰ ਹੋਰ ਹੋਣਗੇ, ਦੇਵਬੰਦ ਦੇ ਹੋਰ ਹੋਣਗੇ ਨਾ। ਮੈਂ ਤੇ ਮੇਰਾ ਤੇ ਆਪਣਾ ਥੱਲੋਂ ਇੱਕ ਬਾਬਾ ਜੀ ਜਰਮਨੀ ਸਾਹਿਬ ਮੇਰੀ ਤਸਵੀਰ ਲਾ ਕੇ ਗਏ ਜੀ ਬਾਬਾ ਜੀ। ਅੱਛਾ, ਉਹ ਮੇਰਾ ਹਲੇ ਫੇਕ ਆਈਡੀ ਹੋਣੀ ਹੈ। ਜੱਟ ਸਾਹਿਬ ਗੱਲ ਪਤਾ ਜੀ ਕੀ ਹੈ? ਨਹੀਂ, ਗੱਲ ਆਈਡੀ ਤੇ ओरिजिनल ਹੈ, ਲੇਕਿਨ ਉਹ ਗੱਲ ਨਹੀਂ ਕਰ ਬਹਰਹਾਲ ਕਰੋ ਤੁਸੀਂ ਗੱਲ। ਜੱਟ ਸਾਹਿਬ ਜੀ ਜੀ, ਮੇਰੇ ਬੱਚੇ ਆਏ ਨਾ ਇੱਥੇ ਜਰਮਨੀ, ਇਟਲੀ ਪਹਿਲੀ ਵਾਰੀ। ਉਹ ਛੋਟਾ ਬੱਚਾ ਥੋੜਾ ਜਿਹਾ ਛੋਟਾ ਸੀ, ਯਾਨੀ ਕੋਈ 12-14 ਸਾਲ ਦਾ ਸੀ। ਉਹ ਗਿਆ ਨਾ ਬਾਹਰ ਖੇਡਣ, ਤੇ ਸਿੱਖਾਂ ਦੇ ਮੁੰਡਿਆਂ ਨਾਲ ਫੁੱਟਬਾਲ ਖੇਡਣ ਲੱਗੇ ਆ। ਤੇ ਉਹਨਾਂ ਕਿਹਾ ਵੀ ਤੁਸੀਂ ਕਿੱਥੇ ਹੋ? ਤੁਸੀਂ ਪਾਕਿਸਤਾਨ ਤੋਂ ਆਏ ਹੋ? ਉਹਨੇ ਕਿਹਾ। ਤੇ ਉਹ ਫਿਰ ਦੋਸਤੀ ਹੌਲੀ ਹੌਲੀ ਹੋ ਗਈ, ਤੇਰਾ ਨਾਂ ਕੀ ਹੈ? ਫਲਾਣਾ ਸਿੰਘ, ਬੂਟਾ ਸਿੰਘ, ਇਹ ਉਹ ਵਗੈਰਾ ਵਗੈਰਾ। ਤੇ ਉਹ ਬਾਅਦ ਚ ਮੇਰੇ ਬੱਚੇ ਨੂੰ ਪਤਾ ਕੀ ਪੁੱਛਣ ਲੱਗਾ? ਮੇਰੇ ਬੱਚੇ ਮੈਨੂੰ ਘਰ ਆ ਕੇ ਦੱਸਿਆ ਵੀ ਪਾਪਾ, ਉਹ ਕਹਿੰਦਾ ਕਿ ਤੁਹਾਡਾ ਬਾਬਾ ਕੌਣ ਹੈ? ਤੁਹਾਡਾ ਬਾਬਾ ਕੌਣ ਹੈ? ਕਹਿੰਦਾ, ਮੈਂ ਕਿਹਾ ਸਾਡਾ ਬਾਬਾ ਕਿਹੜਾ ਬਾਬਾ? ਨਹੀਂ, ਤੁਹਾਡੇ ਬਾਬੇ ਦਾ ਨਾਂ ਕੀ ਹੈ? ਉਹਨੇ ਕਿਹਾ ਵੀ ਮੈਨੂੰ ਨਹੀਂ ਪਤਾ, ਤੂੰ ਕੀ ਪੁੱਛ ਰਿਹਾ ਮੈਨੂੰ? ਕਿਹੜੇ ਬਾਬੇ ਦੇ ਬਾਰੇ ਤੂੰ ਪੁੱਛ ਰਿਹਾ? ਨਹੀਂ, ਤੂੰ ਆਪਣੇ ਪਾਪਾ ਨੂੰ ਪੁੱਛ ਕੇ ਫਿਰ ਦੱਸੀ ਵੀ ਤੇ ਤੁਹਾਡੇ ਬਾਬੇ ਦਾ ਨਾਂ ਕੀ ਹੈ। ਉਹਦੀ ਵਜ੍ਹਾ ਇਹ ਸਵਾਲ ਕਰਨ ਦੀ ਵਜ੍ਹਾ ਇਹ ਸੀ ਕਿ ਉਹ ਜਿਹੜਾ ਸਿੱਖਾਂ ਦਾ ਬੱਚਾ ਹੈ ਨਾ, ਉਹਦੇ ਘਰ ਬਾਬਾ ਗੁਰੂ ਨਾਨਕ ਦੀ ਫੋਟੋ ਲੱਗੀ ਹੈ, 10 ਗੁਰੂਆਂ ਦੀ ਫੋਟੋ ਲੱਗੀ ਹੈ। ਤੇ ਜਿਸ ਤਰ੍ਹਾਂ ਖੂਹ ਦਾ ਡੱਡੂ ਇਹ ਸਮਝਦਾ ਕਿ ਦੁਨੀਆ ਦੀ ਕੁੱਲ ਕਾਇਨਾਤ ਜਾਂ ਸਭ ਤੋਂ ਵੱਡਾ ਸਮੁੰਦਰ ਇਹ ਖੂਹ ਹੀ ਹੈ, ਇਹਦੇ ਤੋਂ ਵੱਡਾ ਸਮੁੰਦਰ ਨਹੀਂ ਹੋ ਸਕਦਾ। ਉਹ ਬੱਚਾ ਇਹ ਸਮਝਦਾ ਹੈ ਕਿ ਜਿਸ ਤਰ੍ਹਾਂ ਸਾਡਾ ਬਾਬਾ ਹੈ ਨਾ, ਇਸ ਤਰ੍ਹਾਂ ਇਹਨਾਂ ਦਾ ਵੀ ਬਾਬਾ ਹੋਏਗਾ ਜ਼ਰੂਰ। ਇਹਦੇ ਬਾਬੇ ਦਾ ਵੀ ਕੋਈ ਨਾਂ ਹੋਏਗਾ, ਜਿਸ ਤਰ੍ਹਾਂ ਸਾਡੇ ਬਾਬੇ ਦਾ ਨਾਂ ਗੁਰੂ ਨਾਨਕ ਹੈ, ਤੇ ਇਸ ਤਰ੍ਹਾਂ ਇਹਨਾਂ ਦਾ ਵੀ ਕੋਈ ਬਾਬਾ ਹੋਏਗਾ, ਉਹਦਾ ਕੋਈ ਨਾਂ ਹੈਗਾ। ਉਹ ਤਾਂ ਪੁੱਛਦਾ ਸੀ ਪਿਆ। ਇਸ ਲਈ ਇੱਕ ਸਾਈਕੋਲੋਜੀਕਲ ਮਸਲਾ ਹੈ। ਹੁਣ ਤੁਹਾਡੇ ਘਰ ਕਿਉਂਕਿ ਇੱਕ ਚੀਜ਼ ਸਮਝੀ ਜਾਂਦੀ ਹੈ ਕਿ ਜਿਹੜੇ ਕਾਬਰ ਨੇ ਉਹਨਾਂ ਦੀ ਹਰ ਗੱਲ ਉੱਜਤ ਹੈ ਔਰ ਉਹਨਾਂ ਦੀ ਗੱਲ ਨੂੰ ਫਾਲੋ ਕਰਨਾ ਜ਼ਰੂਰੀ ਹੈ। ਇਸ ਗੱਲੇ ਤੁਸੀਂ ਇਸ ਪਰੇਸ਼ਾਨੀ 'ਚ ਮੁਬਤਲਾ ਹੋ ਕਿ ਫਿਰਕਾ ਦੱਸਣਾ ਜ਼ਰੂਰੀ ਹੈ। ਫਿਰਕਾ ਦੱਸੋਗੇ ਤੇ ਫਿਰ ਉਹਦਾ ਪਤਾ ਹੋਵੇਗਾ ਕਿ ਤੁਸੀਂ ਉਹਨਾਂ ਨੂੰ ਫਾਲੋ ਕਰਦੇ ਹੋ, ਤੁਸੀਂ ਉਹਨਾਂ ਦੇ ਫਾਲੋਅਰ ਹੋ, ਤੁਹਾਡੇ ਵਾਸਤੇ ਉਹਨਾਂ ਦੀ ਗੱਲ ਉੱਜਤ ਹੈ। ਇੰਜ ਨਹੀਂ ਹੁੰਦਾ। ਅਗਰ ਕੋਈ ਕਿਸੇ ਫਿਰਕੇ ਨਾਲ ਬਿਲੋਂਗ ਵੀ ਕਰਦਾ ਹੈ ਨਾ, ਤੇ ਐਨ ਮੁਮਕਿਨ ਹੈ ਕਿ ਉਹ ਫਿਰਕੇ ਨਾਲ ਤੇ ਮੁਨਸਲਿਕ ਹੋਵੇ, ਲੇਕਿਨ ਉਹ ਸਿਰਫ ਕੁਰਾਨ ਔਰ ਹਦੀਸ ਨੂੰ ਮੰਨਦਾ ਹੋਵੇ, ਉਲਮਾ ਦੀ ਗੱਲ ਨੂੰ ਦੇਖ ਕੇ ਚੈੱਕ ਕਰਕੇ ਮੰਨਦਾ ਹੋਵੇ ਕਿ ਬਈ ਜੇ ਕੁਰਾਨ ਹਦੀਸ ਦੇ ਮੁਤਾਬਕ ਠੀਕ ਹੈ, ਨਹੀਂ ਹੈ ਤੇ ਵੱਡੇ ਤੋਂ ਵੱਡਾ ਆਲਮੇ ਦੀਨ ਹੈ। ਜਿਸ ਤਰ੍ਹਾਂ ਹਨਫੀ ਨੇ, ਇਮਾਮ ਅਬੂ ਹਨੀਫਾ ਦੇ ਜਿਹੜੇ ਪੈਰੋਕਾਰ ਨੇ। ਸ਼ਾਹ ਸਾਹਿਬ ਨੇ ਖੁਦ ਮੇਰੇ ਸਾਹਮਣੇ ਕਿਹਾ, ਸੈਯਦ ਜ਼ਫਰੁੱਲਾ ਸ਼ਾਹ ਹੋਰਾਂ ਨੇ, ਹੁਣ ਬੁਲਾ ਲਓ। ਉਹਨੇ ਕਿਹਾ ਜੇ ਇਮਾਮ ਅਬੂ ਹਨੀਫਾ ਦੇ ਨਾਲ ਉਹਨਾਂ ਦੇ ਸ਼ਾਗਿਰਦਾਂ ਨੇ ਇਖਤਲਾਫ ਕੀਤਾ ਹੈ, ਤੇ ਆਲਾ ਹਜ਼ਰਤ ਇਮਾਮ ਅਹਿਮਦ ਰਜ਼ਾ ਬਰੇਲਵੀ ਦੇ ਨਾਲ ਵੀ ਉਹਨਾਂ ਦੇ ਸ਼ਾਗਿਰਦਾਂ ਨੇ ਇਖਤਲਾਫ ਕੀਤਾ ਹੈ। ਤੇ ਇਖਤਲਾਫ ਉਹਨਾਂ ਨਾਲ ਅਬਦੁੱਲਾ ਇਬਨ ਮੁਬਾਰਕ ਨੇ ਵਾਜ਼ਿਹ ਇਖਤਲਾਫ ਕੀਤਾ ਨਾ ਉਹਨਾਂ ਨਾਲ। ਜਾ ਤੇ ਉਹ ਲੋਕੀ ਇਖਤਲਾਫ ਕਰ ਲੈਂਦੇ ਨੇ। ਤੁਸੀਂ ਇਹ ਸਮਝਦੇ ਹੋ ਕਿ ਅਗਰ ਕਿਸੇ ਫਿਰਕੇ ਨਾਲ ਅਸੀਂ ਮੁਨਾਜ਼ਰਾ ਕਰਾਂਗੇ, ਦੱਸ ਲਾਂਗੇ ਹਾਂ ਵੀ ਤੂੰ ਵੀ ਬਰੇਲਵੀ ਹੈ, ਤੂੰ ਹੁਣ ਅੱਲਾ ਹਜ਼ਰਤ ਦੀ ਗੱਲ ਦਾ ਇਨਕਾਰ ਨਹੀਂ ਕਰਨਾ। ਕੀ ਪਤਾ ਉਹ ਸ਼ਾਹ ਹੋਰਾਂ ਰੱਖ ਕੇ ਵੀ ਨਹੀਂ, ਮੈਂ ਅੱਲਾ ਹਜ਼ਰਤ ਨਾਲ ਵੀ ਇਖਤਲਾਫ ਕਰ ਸਕਣਾ। ਫਿਰ ਕੀ ਕਰੋਗੇ? ਤੁਹਾਡੇ ਜ਼ਿਹਨ 'ਚ ਇਹ ਹੈ ਕਿ ਜੋ ਤੁਸੀਂ ਜਿਸ ਤਰ੍ਹਾਂ ਤੁਸੀਂ ਅਮਨ ਨਜ਼ੀਰ ਸਾਹਿਬ, ਇਹ ਤੁਸੀਂ ਤੇ ਗੱਲ ਕਹਿ ਸਕਦੇ ਹੋ। ਬਰਹਾਲ ਜਿਹੜੇ ਬਰੇਲਵੀਜ਼ਮ ਨੂੰ ਮੰਨਦੇ ਨੇ ਨਾ, ਜਿਵੇਂ ਮਿਸਾਲ ਤੌਰ ਤੇ ਮੁਫਤੀ ਮੁਬਸ਼ਰ ਸਾਹਿਬ ਨੇ, ਮੈਂ ਉਹਨਾਂ ਦਾ ਖੁਦ ਸੁਣਿਆ ਹੋਇਆ ਕਿ ਉਹਨਾਂ ਦੀ ਹਰ ਗੱਲ ਹੁਜਤ ਹੈ ਉਹਨਾਂ ਵਾਸਤੇ। ਠੀਕ ਹੈ, ਕਿਉਂਕਿ ਤੁਸੀਂ ਉਸ ਮਸਲਕ ਨਾਲ ਤੁਹਾਡਾ ਤਾਲੁਕ ਕੋਈ ਨਹੀਂ, ਔਰ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਮੈਂ ਉਹਨਾਂ ਦੇ ਨਾਲ ਇਖਤਲਾਫ ਕਰ ਸਕਣਾ। ਇਸੇ ਤਰ੍ਹਾਂ ਜਮਾਤ ਅਹਿਮਦੀਆ ਦੇ ਵਿੱਚ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਹੋ ਸਕਦਾ, ਤੇ ਜਮਾਤ ਅਹਿਮਦੀਆ ਦੇ ਅੰਦਰ ਵੀ ਹਰ ਖੁਲਫਾ ਦੀ ਅਗਰ ਕੋਈ ਗੱਲ ਤੁਹਾਨੂੰ ਐਸੀ ਮਿਲਦੀ ਹੈ ਤਾਂ ਉੱਤੇ ਤੇ ਗੱਲ ਹੋ ਸਕਦੀ ਹੈ, ਔਰ ਕੀਤੀਆਂ ਵੀ ਜਾਂਦੀਆਂ ਨੇ। ਐਸਾ ਨਹੀਂ ਹੈ। ਅਗਰ ਮੌਜੂਦਾ ਖਲੀਫਾ ਵੀ ਕੋਈ ਐਸੀ ਗੱਲ ਕਰਦੇ ਨੇ, ਔਰ ਮੈਂ ਖੁਦ ਦੇਖਿਆ ਕਿ ਇੱਕ ਖੁਤਬੇ 'ਚ ਉਹਨਾਂ ਨੇ ਕੋਈ ਜ਼ਿਕਰ ਕੀਤਾ ਤੇ ਬਾਅਦ 'ਚ ਕੁਝ ਦੋਸਤਾਂ ਨੇ ਲਿਖਿਆ ਕਿ ਇਹ ਹਜ਼ੂਰ ਇਸ ਤਰ੍ਹਾਂ ਗੱਲ ਨਹੀਂ ਹੈ, ਔਰ ਠੀਕ ਮੇਰੇ ਖਿਆਲ ਇੱਕ ਜਾਂ ਦੋ ਖੁਤਬੇ ਬਾਅਦ ਉਹਨਾਂ ਨੇ ਉਹ ਗੱਲ ਦੁਬਾਰਾ ਕਲੀਅਰ ਕਰਤੀ ਕਿ ਇਹ ਗੱਲ ਇਸ ਤਰ੍ਹਾਂ ਨਹੀਂ ਸੀ, ਉਹ ਇਸ ਤਰ੍ਹਾਂ ਸੀ। ਠੀਕ ਹੈ ਨਾ? ਤੇ ਬਸ ਤਰੀਕਾਕਾਰ ਜਿਹੜਾ ਵੇ ਉਹ ਠੀਕ ਹੋਣਾ ਚਾਹੀਦਾ ਹੈ।
ਇਖਤਲਾਫ ਕਰਨ ਦਾ ਵੀ ਜਿਹੜਾ ਵੇ ਉਹ ਤਰੀਕਾ ਠੀਕ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਬਿਲਕੁਲ ਹੀ ਹੁਜਤ ਬਣ ਜਾਂਦੀ ਹੈ ਬਈ ਜੋ ਉਹਨਾਂ ਦੇ ਮੂੰਹਾਂ ਚੋਂ ਨਿਕਲ ਆਇਆ ਉਹ ਗੱਲ ਬਿਲਕੁਲ 100% ਹੋ ਗਈ ਹੈ, ਮੈਂ ਉੱਤੇ ਈਮਾਨ ਲੈ ਆਇਆ। ਇਸ ਤਰ੍ਹਾਂ ਨਹੀਂ ਹੁੰਦਾ। ਅਗਰ ਰਿਸਰਚ ਦੇ ਵਿੱਚ ਖਲੀਫਾ ਵਕਤ ਵੀ ਇੱਕ ਇਨਸਾਨ ਹੈ, ਉਹਦੇ ਕੋਲੋਂ ਵੀ ਗਲਤੀ ਹੋ ਸਕਦੀ ਹੈ, ਤੇ ਲਿਹਾਜ਼ਾ ਅਗਰ ਤਮੀਜ਼ ਦੇ ਦਾਇਰੇ ਦੇ ਅੰਦਰ ਰਹਿ ਕੇ ਇਖਤਲਾਫ ਕੀਤਾ ਜਾਵੇ ਔਰ ਅਗਰ ਉਹ ਤੁਹਾਡਾ ਠੀਕ ਜੈਨੂਇਨ ਹੋਵੇ ਤੇ ਫਿਰ ਤੇ ਉਹਨੂੰ ਐਗਰੀ ਕੀਤਾ ਜਾਂਦਾ। ਇਹ ਮੈਂ ਖੁਦ ਦੇਖਿਆ ਹੋਇਆ। ਨਹੀਂ, ਜਿਹੜੇ ਮਿਰਜ਼ਾ ਮਸਰੂਰ ਸਾਹਿਬ ਨੇ ਉਹਨਾਂ ਨਾਲ ਤੇ ਮੰਨ ਲਈ ਮੈਂ ਗੱਲ ਕਿ ਹੋਇਆ ਹੋਵੇਗਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਮੈਂ ਇਹਦੇ ਤੇ ਕੋਈ ਇਤਰਾਜ਼ ਨਹੀਂ ਕਰਦਾ ਜੀ, ਲੇਕਿਨ ਮਿਰਜ਼ਾ ਸਾਹਿਬ ਨਾਲ ਤੇ ਇਖਤਲਾਫ ਨਹੀਂ ਨਾ ਕੀਤਾ ਜਾ ਸਕਦਾ। ਮਿਰਜ਼ਾ ਸਾਹਿਬ ਦਾ ਤੇ ਦਾਵਾ ਨਬੂਵਤ ਹੈ ਨਾ, ਉਹਨਾਂ ਨਾਲ ਤੇ ਇਖਤਲਾਫ ਨਹੀਂ ਹੋ ਸਕਦਾ ਕਿ ਕੋਈ ਬੰਦਾ ਕਰ ਸਕਦਾ। ਵੈਸੇ ਤਾਂ ਟੋਨੀ ਸਾਹਿਬ ਕਹਿੰਦੇ ਨੇ ਉਹਨਾਂ ਨਾਲ ਵੀ ਕੀਤਾ ਜਾ ਸਕਦਾ, ਨਾਸਰ ਸਾਹਿਬ ਵੀ ਕਹਿੰਦੇ ਨੇ ਕੈਨੇਡਾ ਵਾਲੇ। ਪਰ ਜਿਹੜਾ ਬੰਦਾ ਕਿਸੇ ਨਬੀ ਮੰਨਦਾ ਹੈ, ਮੋਸਟਲੀ ਤੁਹਾਡੀ ਜਮਾਤ 'ਚ ਕੋਈ ਬੰਦਾ ਇਹ ਜੁਰਤ ਨਹੀਂ ਕਰ ਸਕਦਾ ਕਹਿਣ ਦੀ ਜਿਹੜੀ ਟੋਨੀ ਸਾਹਿਬ ਕਹਿੰਦੇ ਨੇ ਕਿ ਉਹਨਾਂ ਨਾਲ ਵੀ ਇਖਤਲਾਫ ਕੀਤਾ ਜਾ ਸਕਦਾ। ਜਿਹੜੇ ਥੱਲੇ ਵਾਲੇ ਉਲਮਾ ਨੇ ਜਿਹਨਾਂ ਮੈਂ ਸਮਝਣਾ ਕਿ ਜਿਹੜੀ ਚੀਜ਼ ਹੁਣ ਉਹਦੇ ਵਿੱਚ ਵੀ ਬਾਜ਼ ਦਫਾ ਐਸਾ ਰਵਾਇਤ ਹੋ ਸਕਦੀਆਂ ਨੇ, ਜਿਵੇਂ ਕਿ ਕੁਛ ਪਿੱਛੇ ਲਾ ਲਓ ਹਦੀਸਾਂ ਦਾ, ਤੇ ਅੱਗੇ ਹੁਣ ਮਿਰਜ਼ਾ ਸਾਹਿਬ ਦੀ ਗੱਲ ਦੇ ਉੱਤੇ ਤੁਸੀਂ ਲਾ ਲਓ ਨਾ, ਬਾਜ਼ ਚੀਜ਼ਾਂ ਤੁਹਾਡੀ ਲੌਜੀਕਲੀ ਉਹ ਠੀਕ ਨਹੀਂ ਹੁੰਦੀਆਂ ਔਰ ਅਸੀਂ ਉਹਨੂੰ ਇਹ ਕਹਿ ਸਕਦੇ ਕਿ ਸ਼ਾਇਦ ਰਵਾਇਤ ਠੀਕ ਨਹੀਂ ਜਾਂ ਇਹ ਕਹਿਣਾ ਠੀਕ ਨਹੀਂ ਹੈ ਤੇ ਇਹ ਮਿਰਜ਼ਾ ਸਾਹਿਬ ਦੀ ਨਹੀਂ ਹੋ ਸਕਦੀ ਜਾਂ ਰਸੂਲullah ਦੀ ਨਹੀਂ ਹੋ ਸਕਦੀ। ਠੀਕ ਹੈ, ਇਸ ਤਰ੍ਹਾਂ ਹੋ ਸਕਦਾ। ਅਦਰਵਾਈਜ਼ ਜਿਹੜੀ ਅੱਲਾਹ ਵੱਲੋਂ ਗੱਲ ਹੈ ਉਹਦੇ ਤੇ ਬਿਲਕੁਲ ਕੋਈ ਇਤਰਾਜ਼ ਨਹੀਂ। ਅਗਰ ਤਾਂ ਮਿਰਜ਼ਾ ਸਾਹਿਬ ਦੀ ਗੱਲ ਹੈ ਹੀ ਨਹੀਂ ਫਿਰ ਤੇ ਉਹ ਗੱਲ ਹੀ ਮੁੱਕ ਗਈ ਨਾ। ਜਿਹੜੀਆਂ ਉਹਨਾਂ ਆਪਣੇ ਹੱਥ ਨਾਲ ਕਿਤਾਬਾਂ ਲਿਖੀਆਂ ਨੇ ਉਹਨਾਂ ਨਾਲ ਇਖਤਲਾਫ ਕੀਤਾ ਜਾ ਕਿਸੇ ਗੱਲ ਨਾਲ? ਨਹੀਂ, ਮੈਂ ਨਹੀਂ ਉਹਨਾਂ ਨਾਲ ਕਰ ਸਕਦਾ। ਇਹ ਹੈ ਮਸਲਾ। ਹਾਂਜੀ, ਮੁਸਲਮਾਨਾਂ ਦੇ ਤੁਸੀਂ ਇਹ ਪੁੱਛੋ। ਨਹੀਂ, ਇਹ ਸੇਮ ਗੱਲ ਹੈ ਕਿ ਰਸੂਲullah ਦੀ ਕਿਸੇ ਦੀ ਵੀ ਗੱਲ ਦੇ ਤੁਸੀਂ ਇਖਤਲਾਫ ਕਰ ਸਕਦੇ ਹੋ। ਕਤਲ ਨਹੀਂ, ਹਰਾਮ ਸਮਝਣਾ, ਕੁਫਰ ਸਮਝਣਾ, ਬਿਲਕੁਲ ਸੇਮ। ਅਸੀਂ ਇਸ ਮੈਂ ਇਹ ਚੀਜ਼ ਸਮਝਣਾ, ਜਿਹੜੀ ਚੀਜ਼ ਉਹਨਾਂ ਨੇ ਕਿਹਾ ਕਿ ਮੈਨੂੰ ਖੁਦਾ ਨੇ ਦਸੀ ਹੈ, ਠੀਕ ਹੈ, ਤੇ ਉਹਦੇ ਤੇ ਬਿਲਕੁਲ ਮੇਰੇ ਵਾਸਤੇ ਵੀ ਹਰਾਮ ਹੈ ਕਿ ਮੈਂ ਉਹਦੇ ਤੇ ਕੋਈ ਗੱਲ ਕਰਾਂ। ਮੈਂ ਆਪਣੀ ਲੇਕਿਨ ਮੁਸਲਮਾਨਾਂ ਚੋਂ ਜਿਨ੍ਹਾਂ ਫਿਰਕਿਆਂ ਦਾ ਤੁਸੀਂ ਪੁੱਛਣਾ ਚਾਹੁੰਦੇ ਹੋ, ਦੇਵਬੰਦੀ ਹੋ ਗਏ, ਬਰੇਲਵੀ ਹੋ ਗਏ, ਨਹੀਂ ਮੈਂ ਨਹੀਂ ਪੁੱਛਣਾ ਚਾਹੁੰਦਾ, ਅੱਗੇ ਗੱਲ ਹੋਈ ਸੀ। ਮੈਂ ਮਫਰੂਜ਼ੇ ਦੇ ਤੌਰ ਤੇ ਗੱਲ ਕਰ ਰਿਹਾ, ਤੁਹਾਡਾ ਜ਼ਾਤ ਦਾ ਮਸਲਾ ਨਹੀਂ ਹੈ ਜੀ। ਉਹਨਾਂ ਚੋਂ ਤੇ ਕੋਈ ਬੰਦਾ ਕਿਸੇ ਮਦਈਨ ਨਬੂਵਤ ਦਾ ਪੈਰੋਕਾਰ ਨਹੀਂ। ਉਹ ਤੇ ਕਹਿੰਦੇ ਨੇ ਇਖਤਲਾਫ ਕੀਤਾ ਜਾ ਸਕਦਾ। ਜਿਹੜੀ ਤੁਸੀਂ ਮਿਸਾਲ ਦਿੱਤੀ ਮੁਫਤੀ ਸਾਹਿਬ ਦੀ, ਮੁਫਤੀ ਸਾਹਿਬ ਅਗਰ ਕਹਿੰਦੇ ਨੇ ਕਿ ਆਲਾ ਹਜ਼ਰਤ ਦੀ ਹਰ ਗੱਲ ਕੁਰਾਨ ਔਰ ਸੁन्नत ਦੇ ਮੁਤਾਬਕ ਕੋਈ ਗੱਲ ਨਾਲ ਇਖਤਲਾਫ ਨਹੀਂ ਕੀਤਾ ਜਾ ਸਕਦਾ, ਠੀਕ ਜੀ, ਲੇਕਿਨ ਉਸੇ ਹੀ ਮਸਲਕ ਦੇ ਫਾਲੋਅਰ ਨੇ ਸੈਯਦ ਜ਼ਫਰੁल्लाह ਸ਼ਾਹ ਉਹ ਕਹਿੰਦੇ ਨੇ ਇਖਤਲਾਫ ਕੀਤਾ ਜਾ ਸਕਦਾ। ਉਹ ਕਿਹੜੇ ਕੋ ਨਬੀ ਨੇ, ਉਹਨਾਂ ਦੇ ਸ਼ਾਗਿਰਦਾਂ ਨੇ ਉਹਨਾਂ ਨਾਲ ਇਖਤਲਾਫ ਕੀਤਾ। ਇਹੀ ਤੁਸੀਂ ਹੁਣ ਥੋੜੀ ਦੇਰ ਪਹਿਲਾਂ ਇੱਕ ਮਿਸਾਲ ਦਿੱਤੀ ਹੈ ਰਮਜਾ ਸਾਹਿਬ ਦੀ ਨਾ, ਉਹ ਕਹਿੰਦੇ ਨਾ ਕਿ ਦੇਖੋ ਨਾ ਕਿ ਫਿਕਰੀ ਮਾਮਲਾਤ ਦੇ ਵਿੱਚ ਕਿ ਇਮਾਮ ਆਜ਼ਮ ਅਬੂ ਹਨੀਫਾ ਰਜ਼ੀਅੱਲਾਹੁ ਤਆਲਾ ਅਨਹੂ ਦੇ ਜਿਹੜੇ ਸ਼ਾਗਿਰਦ ਨੇ ਉਹਨਾਂ ਨੇ ਇਖਤਲਾਫ ਕੀਤਾ। ਮੁਜਤਹਿਦ ਜਿਹੜੇ ਇਲਮ ਵਾਲੇ ਨੇ ਉਹ ਇਖਤਲਾਫ ਕਰਦੇ ਨੇ, ਤੇ ਫਿਕਰੀ ਮਾਮਲਾਤ ਅਕਾਇਦ ਦੇ ਮਾਮਲੇ ਦੇ ਵਿੱਚ ਤੇ ਇਹ ਕੀਤਾ ਜਾਂਦਾ ਹੈ ਕਿ ਅਕਾਇਦ ਜਿਹੜੇ ਨਾ ਕੋਈ ਵੀ ਐਸਾ ਗੁਮਰਾਹਾਨਾ ਨਹੀਂ ਹੈ, ਤੇ ਲਿਹਾਜ਼ਾ ਉਹਨਾਂ ਉੱਤੇ ਕੋਈ ਐਸੀ ਕੋਈ ਗੱਲ ਨਹੀਂ ਹੈਗੀ। ਇਹ ਬਿਆਨ ਜਿਹੜਾ ਨਾ ਹਰ ਕੋਈ ਆਪਣੇ ਅਕਾਬਰੀਨ ਦੇ ਮੁਤਲਕ ਰੱਖਦਾ ਹੈ ਕਿ ਉਹਨਾਂ ਦੇ ਅਕੀਦੇ ਗੁਮਰਾਹਾਨਾ ਨਹੀਂ ਸੀ, ਕੁਫਰੀਆ ਨਹੀਂ ਸੀ। ਤੇ ਲੇਕਿਨ ਫਿਕਰੀ ਮਾਮਲਾਤ ਦੇ ਵਿੱਚ ਤੇ ਇਖਤਲਾਫ ਅੱਜ ਵੀ ਚੱਲ ਰਿਹਾ। ਤੇ ਇਹ ਜਿਹੜੇ ਇਹਨਾਂ ਦਾ ਅਮਨ ਨਜ਼ੀਰ ਭਾਈ, ਇਹਨਾਂ ਦਾ ਮਾਮਲਾ ਇਹ ਅਕਾਇਦ ਦੇ ਵਿੱਚ ਇਖਤਲਾਫ ਰੱਖਦੇ ਨੇ। ਇੱਕ ਦੀ ਗੱਲ ਹੋਰ ਹੈ, ਦੂਸਰੇ ਦੀ ਗੱਲ ਹੋਰ ਹੈ, ਇੱਕ ਦੀ ਗੱਲ ਹੋਰ ਹੈ, ਦੂਸਰੇ ਦੀ ਗੱਲ, ਇੱਕ ਦਾ ਕੀਦਾ ਹੋਰ ਹੈ, ਦੂਸਰੇ ਦਾ ਕੀਦਾ ਹੋਰ। ਇਹ ਥੋੜਾ ਡਿਫਰੈਂਸ ਹੈ। ਬਹਰਹਾਲ ਅਗਰ ਫਰਜ਼ ਕਰ ਲੋ ਅਮਨ ਨਜ਼ੀਰ ਸਾਹਿਬ, ਪਹਿਲਾਂ ਮੇਰੀ ਗੱਲ ਪੂਰੀ ਹੋਣ ਦੇ ਜੇ ਮਾਜ਼ਰਤ ਨਾਲ। ਪਹਿਲਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਦੇਖੋ ਤੁਸੀਂ ਦੋ ਬੰਦਿਆਂ ਦੀ ਮਿਸਾਲ ਇੱਥੇ ਦਿੱਤੀ ਹੈ, ਇੱਕ ਤੇ ਜ਼ਫਰੁल्लाह ਸ਼ਾਹ ਸਾਹਿਬ ਦੀ, ਦੂਸਰਾ ਮੁਫਤੀ ਬਸ਼ਰ ਸਾਹਿਬ ਦੀ। ਸੇਮ ਉਹੀ ਕੁਲੀਆ ਤੁਸੀਂ ਮੇਰੇ ਤੇ ਲਾਓ ਕਿ ਮੈਂ ਕਹਿੰਦਾ ਕਿ ਨਹੀਂ, ਜੋ ਮਿਰਜ਼ਾ ਸਾਹਿਬ ਦੇ ਨਾਲ ਇਖਤਲਾਫ ਮੈਂ ਨਹੀਂ ਕਰ ਸਕਦਾ, ਠੀਕ ਹੈ, ਤਾਰਮਜੀ ਸਾਹਿਬ ਕਰ ਸਕਦੇ ਨੇ। ਇਸੇ ਤਰ੍ਹਾਂ ਹਰ ਇਨਸਾਨ ਕੋਲ ਇਹ ਰਾਈਟ ਨੇ, ਠੀਕ ਹੈ। ਇਹ ਰਾਈਟਸ ਜਿਹੜੇ ਨੇ ਉਹ ਮੈਂ ਨਹੀਂ ਖਤਮ ਕਰ ਸਕਦਾ। ਹਰ ਇਨਸਾਨ ਦੇ ਰਾਈਟਸ ਨੇ, ਉਹ ਚਾਹੇ ਤੇ ਰਸੂਲullah ਨਾਲ ਵੀ ਇਖਤਲਾਫ ਕਰ ਲੈ ਉਹਨਾਂ ਦੀ ਕਿਸੇ ਗੱਲ ਤੇ, ਉਹ ਇਨਸਾਨ ਹੈ, ਠੀਕ ਹੈ। ਉਹਦੀ ਮਰਜ਼ੀ, ਉਹਦਾ ਫੇਲ ਹੈ, ਮੈਂ ਨਹੀਂ ਉਹਨੂੰ ਕਹਿ ਸਕਦਾ ਬਈ ਕਰੋ, ਤੂੰ ਆਜ਼ਾਦ ਹੈ, ਤੂੰ ਕਰ ਸਕਣਾ, ਕਰੋ ਗੱਲ। ਇਹ ਤਾਂ ਬਹੁਤ ਅੱਛੀ ਗੱਲ ਹੈ, ਮੇਰਾ ਇਹਦੇ ਤੇ ਕੋਈ ਇਖਤਲਾਫ ਨਹੀਂ ਕਿ ਅਗਰ ਤੁਸੀਂ ਇਸ ਅਸੂਲ ਨੂੰ ਅਪਣਾਉਂਦੇ ਹੋ ਨਾ, ਜਿਹੜਾ ਤੁਹਾਡਾ ਮੱਦੇ ਮੁਕਾਬਲੇ, ਤੁਸੀਂ ਫਿਰ ਉਹਨੂੰ ਫਿਰਕਾ ਨਾ ਪੁੱਛੋ, ਫਿਰ ਉਹਨੂੰ ਮੁਸਲਮਾਤ ਪੁੱਛੋ ਵੀ ਕਿਹਦੀ ਗੱਲ ਤੈਨੂੰ ਤਸਲੀਮ ਹੈ। ਕਿਆ ਮਿਰਜ਼ਾ ਸਾਹਿਬ ਦੀ ਗੱਲ ਤੇਰੇ ਵੱਲ ਹੁਜਤ ਹੈ? ਜੋ ਆਖੇ ਹਾਂ
ਠੀਕ ਹੋ ਗਿਆ। ਜੇ ਆਖੇ ਨਾ ਮੈਂ ਉਹਨਾਂ ਨਾਲ ਇਖਤਲਾਫ ਕਰ ਸਕਣਾ, ਫਿਰ ਉਸ ਹਿਸਾਬ ਨਾਲ ਗੱਲ ਕਰ ਲਓ। ਇਸੇ ਤਰ੍ਹਾਂ ਮੁਸਲਮਾਨਾਂ 'ਚ ਜਿਹੜਾ ਬੰਦਾ ਬੋਲਦਾ ਹੈ ਉਹਨੂੰ ਪੁੱਛੋ ਬਈ ਕਿਆ ਮਿਰਜ਼ਾ ਸਾਹਿਬ ਨਾਲ ਜਿਹੜੇ ਆਲਮੇ ਦੀਨ ਨੂੰ ਤੂੰ ਮੰਨਦਾ ਹੈ, ਤੂੰ ਹਨਫੀ ਹੈ, ਤੂੰ ਬਰੇਲਵੀ ਹੈ, ਤੂੰ ਦੇਵਬੰਦੀ ਹੈ, ਤੇਰੇ ਵਾਸਤੇ ਹੁਜਤ ਕਿਹਦੀ ਗੱਲ ਹੈ? ਕਿਆ ਤੂੰ ਨਬੀ ਪਾਕ ਤੋਂ ਬਾਅਦ ਕਿਸੇ ਨਾਲ ਇਖਤਲਾਫ ਕਰ ਸਕਣਾ ਹੈ? ਜੇ ਉਹ ਕਹਿੰਦਾ ਕਿ ਮੈਂ ਆਲਾ ਹਜ਼ਰਤ ਨਾਲ ਨਹੀਂ ਕਰ ਸਕਦਾ, ਇਮਾਮ ਆਜ਼ਮ ਅਬੂ ਹਨੀਫਾ ਰਹਿਮਹੁੱਲਾਹ ਨਾਲ ਨਹੀਂ ਕਰ ਸਕਦਾ, ਜਾਂ ਮੈਂ ਕਿਸੇ ਫਲਾਂ ਹਸਤੀ ਨਾਲ ਨਹੀਂ ਕਰ ਸਕਦਾ, ਤੇ ਗੱਲ ਠੀਕ ਹੈ, ਉਹਨੂੰ ਉਹਦਾ ਪੁੱਛ ਲਓ ਅਕੀਦਾ, ਫਿਰ ਗੱਲ ਕਰ ਲਓ, ਬਜਾਏ ਇਸ ਦੇ ਕਿ ਤੁਸੀਂ ਉਹਨੂੰ ਆਖੋ ਵੀ ਫਿਰਕਾ, ਪਹਿਲਾਂ ਉਹਦੇ ਮੱਥੇ ਫਿਰਕਾ ਲਾਓ, ਜਿਸ ਵੇਲੇ ਦੱਸ ਦੇਵੇ ਮੈਂ ਬਰੇਲਵੀ ਫਿਰਕੇ ਦਾ ਮੈਂ, ਫਿਰ ਉਹਦੇ ਮੱਥੇ ਉਹ ਇਲਜ਼ਾਮ ਲਾਓ, ਉਹ ਅਕੀਦਾ ਉਹਦੇ ਮੱਥੇ ਮੜੋ, ਆਖੋ ਨਹੀਂ ਕਿਉਂਕਿ ਤੂੰ ਬਰੇਲਵੀ ਹੈ, ਲਿਹਾਜ਼ਾ ਤੈਨੂੰ ਜੋ ਕੋਈ ਅਸੀਂ ਕਹਿਣਾ ਹੈ ਤੂੰ ਉਹਨੂੰ ਮੰਨਣਾ ਹੈ। ਤੇ ਫਿਰ ਅੱਛੀ ਗੱਲ ਨਹੀਂ ਨਾ। ਤੁਸੀਂ ਕਹਿ ਦਿੱਤਾ ਜੀ ਮੇਰਾ ਗੱਲ ਹੈ ਨਾ ਅਮਨਦੀਪ ਸਾਹਿਬ, ਤੁਸੀਂ ਜਿਹੜੀ ਚੀਜ਼ ਨੂੰ ਫਾਲੋ ਕਰ ਰਹੇ ਹੋ ਨਾ, ਤੁਹਾਨੂੰ ਜ਼ਾਹਰੀ ਗੱਲ ਹੈ ਕਿ ਉਹਦੇ ਵਿੱਚ ਹਰ ਚੀਜ਼ ਠੀਕ ਲੱਗ ਰਹੀ ਤਾਂ ਹੀ ਫਾਲੋ ਕਰ ਰਹੇ ਹੋ। ਇਹ ਨਹੀਂ ਹੋ ਸਕਦਾ ਕਿ ਉਹਨੂੰ ਤੁਸੀਂ ਅੱਧਾ ਮੰਨ ਕੇ ਤੇ ਉਹਨੂੰ ਕਹੋ ਕਿ ਇਹ ਠੀਕ ਹੈ ਭਾਈ, ਅੱਧਾ ਬੇਸ਼ੱਕ ਗਲਤ ਹੈ। ਇਸ ਤਰ੍ਹਾਂ ਨਹੀਂ ਹੁੰਦਾ। ਅਗਰ ਤੁਸੀਂ ਕਿਸੇ ਦੇ ਫਾਲੋਅਰ ਹੋ ਤੇ ਉਹਨੂੰ ਤੁਸੀਂ 100% ਠੀਕ ਸਮਝਣ ਡਏ ਹੋ। ਇਸ ਤਰ੍ਹਾਂ ਨਹੀਂ ਕਿ 50% ਉਹ ਗਲਤ ਹੈ ਤੇ 50% ਠੀਕ ਹੈ ਤੇ ਫਿਰ ਵੀ ਮੈਂ ਉਹਨੂੰ ਮੰਨੀ ਜਾਵਾਂ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਇਹ ਹੁਣੇ ਤੁਸੀਂ ਕਿਹਾ ਟੋਨੀ ਸਾਹਿਬ ਨੂੰ ਰਾਈਟ ਹੈ, ਜੇ ਟੋਨੀ ਸਾਹਿਬ ਨੂੰ ਰਾਈਟਸ ਉਹਨਾਂ ਨੂੰ ਹੈ, ਠੀਕ ਹੈ ਨਾ। ਮੈਂ ਆਪਣੀ ਗੱਲ ਕਰ ਰਿਹਾ। ਤੁਸੀਂ ਜਿਹੜੀ ਟੋਨੀ ਸਾਹਿਬ ਨੂੰ ਦਿੱਤੀ ਮਿਸਾਲ, ਇਸੇ ਤਰ੍ਹਾਂ ਤੁਸੀਂ ਜ਼ਫਰੁੱਲਾ ਸ਼ਾਹ ਸਾਹਿਬ ਦੀ ਤੁਸੀਂ ਕਹਿ ਰਹੇ ਹੋ। ਹਾਂਜੀ ਹਾਂਜੀ ਉਹਨੇ ਬੰਦੇ, ਮੈਂ ਰਾਈਟਸ ਤੇ ਗੱਲ ਕਰ ਰਿਹਾ ਕਿ ਉਹ ਉਹਨਾਂ ਨੂੰ ਰਾਈਟਸ ਦੇ ਖਿਲਾਫ ਕਰ ਸਕਦਾ ਨਾ। ਜੱਜ ਸਾਹਿਬ ਇਹਦੇ ਚ ਇਹ ਨਹੀਂ ਹੋ ਸਕਦਾ ਕਿ ਇਹ ਉਹਦੀ ਗਲਤੀ ਹੈ ਕਿ ਬੰਦੇ ਨੂੰ ਮੰਨ ਕੇ ਵੀ ਕਵੇ ਕਿ 50% ਯਾਰ ਗੱਲ ਕਰਨ ਦੇ। ਬਿਲਾਲ ਛੋਟੀ ਜੀ ਗੱਲ ਹੈ, ਬਿਲਾਲ ਸਾਹਿਬ ਠਹਿਰ ਜਾਓ ਜ਼ਰਾ, ਇੱਕ ਬੰਦਾ ਬੋਲ ਰਿਹਾ, ਖਾਲ ਨਾ ਕਰੋ। ਸਾਡੀ ਕਿਹੜੀ ਇੱਥੇ ਕੋਈ ਜੰਗ ਚੱਲਣ ਡਈ ਏ? ਨਹੀਂ ਅਸੀਂ ਸਮਝਣ ਡਏ ਆ ਨਾ। ਉਹਦੇ ਚ ਮੈਂ ਸਮਝਦਾ ਕਿ ਅਗਰ ਤੁਸੀਂ ਕਿਸੇ ਨੂੰ ਅਸੈਪਟ ਕਰਦੇ ਹੋ ਨਾ, ਤੇ ਫਿਰ ਮੇਰਾ ਖਿਆਲ ਉਹਦੇ ਚ ਤੁਹਾਨੂੰ ਸਾਰੀਆਂ ਛਾਈਆਂ ਹੀ ਨਜ਼ਰ ਆਉਂਦੀਆਂ ਨੇ, ਤਾਂ ਐਕਸੈਪਟ ਕਰਦੇ ਹੋ। ਇਹ ਇਨਸਾਨੀ ਨੇਚਰ ਹੈ ਕਿ ਅਗਰ ਤੁਹਾਨੂੰ ਉਹਦੇ ਅੰਦਰ ਅੱਧੀਆਂ ਬੁਰਾਈਆਂ ਤੇ ਅੱਧੀਆਂ ਛਾਈਆਂ ਨਜ਼ਰ ਆਉਣ, ਤੁਸੀਂ ਕਦੀ ਵੀ ਉਸ ਬੰਦੇ ਨੂੰ ਐਕਸੈਪਟ ਨਹੀਂ ਕਰਦੇ ਹੈ ਨਬੀ ਨੂੰ। ਅੱਛਾ ਜੱਟ ਸਾਹਿਬ, ਅਗਰ ਕੋਈ ਇਹ ਕਵੇ ਕਿ ਮੈਨੂੰ ਇਲਹਾਮ ਹੋਇਆ ਅੱਲਾ ਦੀ ਤਰਫੋਂ ਹੈ, ਉਹਦੀ ਤਸਦੀਕ ਵੀ ਹੋ ਚੁੱਕੀ ਹੈ, ਤੇ ਉਹ ਚੀਜ਼ ਤੁਹਾਡੇ ਵਾਸਤੇ ਹੁਜਤ ਹੈ? ਅਹਿਮਦ ਜੱਟ ਸਾਹਿਬ, ਗੱਲ ਇਹ ਵੇ ਕਿ ਮਿਰਜ਼ਾ ਸਾਹਿਬ ਨੇ ਜਿਹੜੀ ਗੱਲ ਕਹੀ ਨਾ ਕਿ ਮੈਨੂੰ ਖੁਦਾ ਤਾਲਾ ਵੱਲੋਂ ਹੋਈ ਹੈ, ਠੀਕ ਹੈ, ਕੋਈ ਵੀ ਇਲਹਾਮ ਵਹੀ ਜੋ ਵੀ ਤੁਸੀਂ ਉਹਨੂੰ ਨਹੀਂ ਮਿਰਜ਼ਾ ਸਾਹਿਬ ਤੋਂ ਇਲਾਵਾ, ਮਿਰਜ਼ਾ ਸਾਹਿਬ ਤੋਂ ਇਲਾਵਾ ਕੋਈ ਕਵੇ ਕਿ ਮੈਨੂੰ ਇਲਹਾਮ ਹੋਇਆ, ਉਹਦੀ ਤਸਦੀਕ ਵੀ ਹੋ ਚੁੱਕੀ ਹੈ, ਤੇ ਤੁਸੀਂ ਉਹਨੂੰ ਹੁਜਤ ਮੰਨਦੇ ਹੋ? ਤੁਸੀਂ ਗੱਲ ਪੇਸ਼ ਕਰੋ, ਫਿਰ ਵੇਖਦੇ ਆ ਕੀ ਉਸ ਤੋਂ ਬਾਅਦ। ਫਾਰ ਐਗਜ਼ਾਮਪਲ ਕੋਈ ਕਵੇ ਕਿ ਈਸਾ ਅਲੈਹਿਸਲਾਮ ਵਾਸਤੇ ਆਇਤ ਨਾਜ਼ਲ ਹੋਈ ਸੀ, ਮੇਰੇ ਵਾਸਤੇ ਵੀ ਆਇਤ ਨਾਜ਼ਲ ਹੋਈ ਹੈ, ਉਹਦੀ ਤਸਦੀਕ ਵੀ ਹੋ ਚੁੱਕੀ ਹੈ, ਤੇ ਉਹਦੇ ਵਿੱਚ ਜ਼ਿਆਦਾ ਤਾਕੀਦ ਪਾਈ ਜਾਂਦੀ ਹੈ। ਪਤਾ ਨਹੀਂ, ਮੈਨੂੰ ਰਿਸਰਚ ਨਹੀਂ ਹੈ ਮੇਰੀ, ਮੈਂ ਸਰਚ ਕਰਕੇ ਜਵਾਬ ਦਾਂਗਾ ਉਸ ਤੋਂ ਪਹਿਲਾਂ। ਮੈਂ ਤੁਹਾਨੂੰ ਦੱਸ ਰਿਹਾ, ਮੈਂ ਤੁਹਾਨੂੰ ਮਿਸਾਲ ਦੇ ਰਿਹਾ। ਨਹੀਂ, ਮਿਸਾਲਾਂ ਨਾਲ ਮੈਂ ਨਹੀਂ ਨਾ ਸਮਝਦਾ। ਜਿੰਨੀ ਦੇਰ ਮੇਰੇ ਸਾਹਮਣੇ ਤਹਰੀਰ ਨਾ ਹੋਵੇ ਉਹਦੇ ਤੇ ਮੈਂ ਪੂਰਾ ਅਸਰ ਨਾ ਕਰਾਂ, ਮੈਂ ਉਹ ਗੱਲ ਕਰਨਾ ਮੁਨਾਸਿਬ ਨਹੀਂ। ਜੇ ਕਵੇ ਕਿ ਈਸਾ ਅਲੈਹਿਸਲਾਮ ਵਾਸਤੇ ਵੀ ਆਈ ਸੀ ਇਹ ਗੱਲ ਕਿ ਜਿਹੜੇ ਉਹਨਾਂ ਤੇ ਈਮਾਨ ਲਿਆਉਣ ਵਾਲੇ ਹੋਣਗੇ ਉਹ ਗਾਲਬ ਰਹਿਣਗੇ ਉਹਨਾਂ ਦੇ ਮੁਨਕਰਾਂ ਤੇ। ਉਹ ਕਹਿੰਦੇ ਮੇਰੇ ਉੱਤੇ ਵੀ ਆਇਤ ਨਾਜ਼ਲ ਹੋਈ ਹੈ, ਲੇਕਿਨ ਮੇਰੇ ਉੱਤੇ ਜਿਹੜੀ ਆਇਤ ਨਾਜ਼ਲ ਹੋਈ ਹੈ ਉਹ ਜ਼ਿਆਦਾ ਤਾਕੀਦੀ ਹੈ, ਤੇ ਫਿਰ ਜਿਹੜਾ ਇਹ ਬੰਦਾ ਕਲੇਮ ਕਰੇ ਉਹਦੀ ਬਾਤ ਹੁਜਤ ਹੋਏਗੀ ਤੁਹਾਡੇ ਵਾਸਤੇ? ਭਾਈ ਜੀ ਗੱਲ ਇਹ ਵੇ ਕਿ ਤੁਹਾਡਾ ਮੰਨਣਾ ਹੋਰ ਹੈ, ਮੇਰਾ ਹੋਰ ਹੈ। ਤੁਹਾਡੇ ਨਜ਼ਦੀਕ ਸਿਰਫ ਇੱਕ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਕੁਰਾਨ ਕਰੀਮ ਤੋਂ ਬਾਅਦ ਕਿਸੇ ਤੇ ਵੀ ਕੋਈ ਕਿਸੇ ਕਿਸਮ ਦਾ ਕੁਰਾਨ ਕਰੀਮ ਦੇ ਵਿੱਚੋਂ ਕੋਈ ਆਇਤ ਸੁਣ ਲਓ ਨਾ। ਤੁਹਾਡਾ ਹੀ ਪੁੱਛ ਰਿਹਾ ਮੈਂ ਤੁਹਾਡਾ ਹੀ ਪੁੱਛ ਰਿਹਾ ਮੈਂ। ਹੁਣ ਜਵਾਬ ਮਿਊਟ ਲਾ ਲਓ ਨਾ 1 ਮਿੰਟ। ਮੈਂ ਕਹਿਣਾ ਕਿ ਤੁਹਾਡੇ ਨਜ਼ਦੀਕ ਤੁਹਾਡਾ ਸਮਝਣਾ ਹੋਰ ਹੈ, ਮੇਰਾ ਸਮਝਣਾ ਹੋਰ ਹੈ। ਮੇਰੇ ਨਜ਼ਦੀਕ ਇਹ ਵੇ ਕਿ ਕੁਰਾਨ ਕਰੀਮ ਅੱਜ ਵੀ ਕੁਰਾਨ ਕਰੀਮ ਦੀ ਕੋਈ ਵੀ ਆਇਤ ਕਿਸੇ ਵੀ ਬੰਦੇ ਨੂੰ ਇਲਹਾਮ ਜਾਂ ਵਹੀ ਕੀਤੀ ਜਾ ਸਕਦੀ ਹੈ। ਅੱਜ ਦੇ ਦੌਰ ਦੇ ਵਿੱਚ ਵੀ ਕੋਈ ਵੀ ਬੰਦਾ ਇਹ ਕਲੇਮ ਕਰਦਾ ਕਿ ਖੁਦਾ ਨੇ ਮੈਨੂੰ ਕਿਹਾ ਤੇ ਠੀਕ ਹੈ ਭਾਈ, ਮੈਂ ਕਿਉਂਕਿ ਮੇਰੇ ਕੋਲ ਕੋਈ ਜ਼ਾਵੀਆ ਨਹੀਂ ਹੈ ਕਿ ਅੱਲਾਹ ਤਾਲਾ ਸਿਰਫ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਕੁਰਾਨ ਕਰੀਮ ਉਤਾਰਨ ਤੋਂ ਬਾਅਦ ਉਹ ਆਇਤ ਕਿਸੇ ਵੀ ਬੰਦੇ ਦੇ ਉੱਤੇ ਦੁਬਾਰਾ ਨਹੀਂ, ਉਹਨੂੰ ਵਹੀ ਇਲਹਾਮ ਜਾਂ ਉਹਨੂੰ ਕੋਈ ਵੀ ਨਾਮ ਦੇ ਦਿਓ, ਉਹ ਨਹੀਂ ਕਰ ਸਕਦਾ। ਮੇਰੇ ਨਜ਼ਦੀਕ ਕਰ ਸਕਦਾ ਹੈ। ਮੈਂ ਸਮਝਣਾ ਵਾ ਕਿ ਅੱਜ ਦੇ ਦੌਰ 'ਚ ਵੀ ਹੋ ਸਕਦਾ ਹੈ। ਠੀਕ ਹੋ ਗਿਆ, ਯਾਨੀ ਕਿ ਤੁਹਾਡੇ ਵਾਸਤੇ ਉਹ ਬੰਦਾ ਹੁਜਤ ਹੈ, ਉਹ ਕਵੇ ਕਿ ਮੇਰੇ ਉੱਤੇ ਆਇਤ ਨਾਜ਼ਲ ਹੋਈ ਹੈ, ਇਸ ਤਰ੍ਹਾਂ ਕਿ ਈਸਾ ਅਲੈਹਿਸਲਾਮ ਵਾਸਤੇ ਇਹ ਹੁਜਤ ਹੈ। ਇੱਕ ਤੇ ਮਿਰਜ਼ਾ ਸਾਹਿਬ ਹੋ ਗਏ ਨਾ ਹੁਜਤ। ਹੁਣ ਤੁਹਾਡੀ ਜਮਾਤ ਦੇ ਬੰਦੇ ਇਹ ਮਿਰਜ਼ਾ ਬਸ਼ੀਰਉੱਦੀਨ ਸਾਹਿਬ ਨੇ,
ਹੁਣ ਇਹ ਤੁਹਾਡੇ ਵਾਸਤੇ ਹੁਜਤ ਹੈ, ਤੁਹਾਡੇ ਸਕੂਲ ਵਾਸਤੇ। ਉਹਨਾਂ ਨੇ ਕਿਹਾ ਇਨਲ ਲਜ਼ੀਨ ਤਬਾਊका ਫੌਕਲ ਲਜ਼ੀਨ ਕਫਰੂ ਇਲਾ ਯੌਮੁਲ क़यामह। ਕਹਿੰਦੇ ਆਇਤ ਮੇਰੇ ਤੇ ਨਾਜ਼ਿਲ ਹੋਈ ਹੈ ਤੇ ਇੰਨਾ ਜਿਹੜਾ ਨਾ ਤਾਕੀਦੀ ਹੈ। ਉਹ ਕਹਿੰਦੇ ਈਸਾ अलैहिस्सलाम ਤੋਂ ਵੀ ਜ਼ਿਆਦਾ ਤਾਕੀਦ ਮੇਰੇ ਇਲਹਾਮ ਦੇ ਵਿੱਚ ਇਹਦੀ ਤਸਦੀਕ ਵੀ ਹੋ ਚੁੱਕੀ ਹੈ ਤੇ ਜਿਹੜੇ ਮੇਰੇ ਤੇ ਈਮਾਨ ਲਿਆਣਗੇ, ਇਹ ਈਮਾਨ ਲਿਆਉਣ ਦੀ ਤਾਕੀਦ ਕੀਤੀ ਗਈ ਹੈ ਕਿ ਮੇਰੇ ਉੱਤੇ ਜਿਹੜੇ ਈਮਾਨ ਲਿਆਣਗੇ ਉਹ ਗਾਲਿਬ ਰਹਿਣਗੇ, ਜਿਹੜੇ ਮੁਨਕਰ ਹੋਣਗੇ। ਤੇ ਲਿਹਾਜ਼ਾ ਤੁਹਾਡੇ ਵਾਸਤੇ ਇਹ ਚੀਜ਼ ਹੁਜਤ ਹੈ, ਤੁਸੀਂ ਇਹ ਪੇਸ਼ ਕੀ ਯਾਨੀ ਕਿ ਇਕਰਾਰ ਕੀਤਾ ਹੈ ਜੀ। ਅਮਨ ਨਜ਼ੀਰ ਭਾਈ ਇਹਨਾਂ ਵਾਸਤੇ ਹੁਣ ਦੋ ਚੀਜ਼ਾਂ ਨਹੀਂ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਇਸ ਤਰ੍ਹਾਂ ਗੱਲ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਨਹੀਂ ਹੈ। ਬਹਰਹਾਲ ਤੁਸੀਂ ਕੋਈ ਦੱਸ ਦਿਓ ਮੈਨੂੰ ਤੇ ਉਹ ਤੇ ਮੈਂ ਦੇਖ ਕੇ ਤੇ ਫਿਰ ਵੇਖ ਸਕਣਾ ਕਿ ਬਿਲਾਲ ਭਾਈ ਦਾ ਕਈ ਵੱਡੀ ਕਰਿਆ ਜੇ ਮਿਰਜ਼ਾ ਬਸ਼ੀਰੁद्दीन महमूद रजी अल्लाह अन्हु ने ਗੱਲ ਕਹੀ ਹੈ ਜਾਂ ਨਹੀਂ ਕਹੀ, ਉਹ ਤੇ ਰਿਸਰਚ ਕਰਕੇ ਤੇ ਫੇਰ ਹੀ ਬਾਅਦ ਚ ਪਤਾ ਲੱਗਦਾ ਕਿ ਕੀ। ਠੀਕ ਹੈ ਬਿਲਾਲ ਭਾਈ ਜਰਾ ਰੈਫਰੈਂਸ ਮੈਂ ਇਹਨਾਂ ਦੇ ਦਵਾਂ, ਮੇਰੀ ਸਕਰੀਨ ਵੱਡੀ ਕਰਿਆ ਜੇ। ਚਲੋ ਇਹ ਹੁਜੀਅਤ ਵਾਸਤੇ ਜਿਹੜੀ ਮੁਸਲਮਾਤ ਹੈ ਉਹ ਜਰਾ ਤੈਅ ਹੋ ਰਹੀ ਸੀ, ਮੈਂ ਕਿਹਾ ਚਲਾ ਜਰਾ ਵਿੱਚ ਆ ਜਾਵੇ ਗੱਲ। ਨਹੀਂ ਹੁਜਤ ਤੋਂ ਕੀ ਮੁਰਾਦ ਹੈ, ਮਤਲਬ ਹੁਜਤ ਤੋਂ ਤੁਸੀਂ ਕੀ ਮੁਰਾਦ ਲੈ ਰਹੇ ਹੋ ਕਿ ਉਹਨਾਂ ਨੂੰ ਹੁਣ ਕੀ ਮੰਨ ਲਈਏ, ਕੀ ਮੰਨ ਲਈਏ? ਇਹਨਾਂ ਦਾ ਇਨਕਾਰ ਨਹੀਂ ਕਰ ਸਕਦੇ, ਯਾਨੀ ਕਿ ਹੁਜਤ ਹੈ ਤੁਹਾਡੇ ਵਾਸਤੇ ਇਹਨਾਂ ਦੀ ਅਗਰ ਤਹਿਰੀਰ। ਮੈਂ ਅੱਗੇ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਜਿੰਨੇ ਵੀ ਜਮਾਤ ਦੇ ਖਲੀਫਾ ਪਹਿਲੇ ਗੁਜ਼ਰ ਚੁੱਕੇ ਨੇ ਜਾਂ ਮੌਜੂਦਾ ਨੇ ਨਾ, ਅਗਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਮਿਲਦੀ ਏ ਉਹਦੀ ਤਹਿਕੀਕ ਤੋਂ ਬਾਅਦ ਵਕਤ ਦੇ ਖਲੀਫਾ ਨੂੰ ਗੱਲ ਭੇਜ ਕੇ ਤੇ ਉਹ ਗੱਲ ਕਲੀਅਰ ਕੀਤੀ ਜਾ ਸਕਦੀ ਏ। ਜੀ ਜੀ ਮਿਰਜ਼ਾ ਸਾਹਿਬ ਨੇ ਆਲਰੇਡੀ ਤਹਿਕੀਕ ਕਰ ਲਈ ਉਹਦੀ, ਔਰ ਉਹਨਾਂ ਨੇ ਕਿਹਾ ਹੈ ਕਿ ਮਿਰਜ਼ਾ ਸਾਹਿਬ ਨੇ ਮੇਰੀ ਗਵਾਹੀ ਦੇ ਦਿੱਤੀ ਹੈ ਕਿ ਜਿਹੜੇ ਹੁਣ ਤੇਰੇ ਤੇ ਈਮਾਨ ਲਿਆਣਗੇ ਨਾ ਤੇ ਉਹ ਗਾਲਿਬ ਰਹਿਣਗੇ ਤੇਰੇ ਮੁਖਾਲਫਾਂ 'ਚ, ਤੇਰੇ ਮੁਨਕਰਾਂ ਤੇ। ਹੁਣ ਤੁਸੀਂ ਉਹਨਾਂ ਦਾ ਇਨਕਾਰ ਨਹੀਂ ਕਰ ਸਕਦੇ, ਇਨਕਾਰ ਕਰੋ ਤੇ ਮੁਨਕਰਾਂ ਦੇ ਵਿੱਚ ਸ਼ਾਮਲ ਹੋ ਜਾਓਗੇ। ਉਹ ਕਹਿ ਰਹੇ ਨੇ ਇਹ ਮੇਰੇ ਉੱਤੇ ਆਇਤ ਨਾਜ਼ਿਲ ਹੋ ਚੁੱਕੀ ਹੈ ਤੇ ਮਿਰਜ਼ਾ ਸਾਹਿਬ ਨੇ ਮੇਰੀ ਤਸਦੀਕ ਕਰ ਦਿੱਤੀ ਹੈ। ਉਹ ਇਲਹਾਮ है वे कि खुदा ताला की तरफ इन्नल लज़ीना तबअूका फौकल लज़ीना कफरू इला यौमिल क़यामह, जो लोग तुझ पर ईमान लाएंगे। अब एक मिर्जा साहब थे, हालांकि हमारे नजदीक तो ये ना कि जो आप पर नबी अलैहिस्सलाम पर जो उतरा उस पर ईमान लाना है मुसलमानों ने, और जो आपसे पहले। अब मिर्जा साहब के बाद आपके लिए हुज्जियत ये भी है कि जो तो लोग तुझ पर ईमान लाएंगे उन लोगों पर जो तेरे मुखालिफ होंगे क़यामत तक गालिब रहेंगे। ये इल्हाम मैंने हजरत मसीह मऊद को सुनाया और आपने इसे लिख लिया। ये वही आयत है जो हजरत ईसा अलैहिस्सलाम के मुतल्लिक़ कुरान करीम में आती है, मगर वहां ये अल्फाज ये हैं वजाइलल्लज़ीना तबअूका फौकल लज़ीना कफरू इला यौमिल क़यामह, कि मैं तेरे मुनकरों पर, तेरे मोमिनों को, तेरे मानने वालों को यानी ईमान लाने वालों को क़यामत तक गलबा देना। मगर मुझे जो इल्हाम हुआ है वो ये है इन्नल लज़ीना तबअूका, कहते हैं जो पहले से भी ज्यादा तकीदी है। ईसा अलैहिस्सलाम के मुतल्लिक़ जो है ना वो कम तकीद है, मेरे इल्हाम में, मेरी वही में ज्यादा तकीद है, और इसकी तस्दीक आपके मिर्जा साहब ने भी कर दी। मैं बस इतनी बात करना चाह रहा था। कितने दा हवाला तो दिखाओ ना, ठीक है पढ़ता है। अनवारुल अलूम जिल्द 17 सफा 547। थोड़ा जिहा पीछे करो दा स्क्रीनशॉट लेने दे, थोड़ा पीछे कर दो। आप पीछे ले लो सही है। तो इतना सारा जिल्द 5 है बेशक उस्मान भाई 567 सफा या 500 कितना है 547 अनवारुल उलूम जिल्द 17। वो कहते ने मेरा दुनिया ते कोई उस्ताद नहीं, मेरा उस्ताद सिर्फ अल्लाह है और मैनू फरिश्तियां ने पढ़ाया है। ते ये आयत मेरे वास्ते नाज़िल हुई है कि मेरे उत्ते भी ईमान लियाना है ते जेड़े तेरे ते ईमान लियान। ठीक है ना, ठीक हो गया कि जेड़ा भी बंदा कहंदा वे ते ओदे च ਅਸੀਂ ਉਹਨੇ ਚ ਮੇਰੇ ਕੋਲ ਤੇ ਕੋਈ ਜ਼ਾਵੀਆ ਨਹੀਂ ਕਿ ਉਹ ਬੰਦੇ ਨੂੰ ਮੈਂ ਗਲਤ ਕਹਿ ਸਕਾਂ। ਮੇਰੇ ਸਾਹਮਣੇ ਤੇ ਕਈ ਬੰਦੇ ਇੱਥੇ ਹੈ ਨੇ, ਮੈਂ ਤਾਂ ਸਾਰਿਆਂ ਨੂੰ ਕਹਿੰਦਾ ਕਿ ਠੀਕ ਹੈ ਭਾਈ ਤੇਰਾ ਹੈ ਵੇ। ਜਿਵੇਂ ਉਹ ਇੱਕ ਚੀਮਾ ਸਾਹਿਬ ਇੱਥੇ ਹੁੰਦੇ ਨੇ, ਠੀਕ ਹੈ, ਉਹ ਵੀ ਕਹਿੰਦੇ ਨੇ ਕਿ ਅੱਲਾਹ ਤਾਲਾ ਨੇ, ਮੈਂ ਕਿਹਾ ਠੀਕ ਹੈ। ਅਗਰ ਅਬਦੁਲ ਗਫਾਰ ਜੰਬਾ ਸਾਹਿਬ ਵੀ ਕਹਿੰਦੇ ਠੀਕ ਹੈ ਭਾਈ। ਹੁਣ ਇਸ ਤੋਂ ਬਾਅਦ ਇਹ ਵੇ ਕਿ ਤੁਸੀਂ ਜਿਹੜੀ ਕਰ ਰਹੇ ਹੋ ਹੁਜਤ, ਉਹ ਹੁਜਤ ਮੈਂ ਡਿਸਾਈਡ ਕਰਨੀ ਕਿ ਮੇਰੇ ਵਾਸਤੇ ਹੁਜਤ ਕਿਹੜੀ ਚੀਜ਼ ਹੈ। ਠੀਕ ਹੈ, ਹਰ ਬੰਦਾ ਕਲੇਮ ਕਰੇ, ਜਿਹੜਾ ਵੀ ਕਰੇ ਭਾਈ, ਮੈਂ ਉਹਨੂੰ ਇਹ ਨਹੀਂ ਕਹਿ ਸਕਦਾ ਕਿ ਨਹੀਂ ਹੈ, ਖੁਦਾ ਵੱਲੋਂ ਨਹੀਂ ਹੈ। ਉਹ ਮੇਰੇ ਕੋਲ ਰਾਈਟ ਹੈ ਕਿ ਮੈਂ ਕਿਹਨੂੰ ਕਿਹੜੀ ਸ਼ੈ ਨੂੰ ਮੈਂ ਹੁਜਤ ਮੰਨਣਾ ਹੈ। ਉਹ ਕਹਿੰਦੇ ਨੇ ਮੇਰੀ ਤਸਦੀਕ, ਮੈਂ ਮੁਸਲਿਮ ਮਾਊਦ ਆ, ਅਲ ਮਾਊਦ ਰਸਾਲਾ ਹੈ। ਉਹਨਾਂ ਨੇ ਕਿਹਾ ਮੇਰੀ ਤਸਦੀਕ ਠੀਕ ਹੈ, ਸਾਰੀਆਂ ਗੱਲਾਂ ਠੀਕ ਨੇ। ਤੇ ਜਿਹੜਾ ਮੇਰਾ ਮੁਨਕਰ ਹੈ ਉਹ ਮਿਰਜ਼ਾ ਸਾਹਿਬ ਦਾ ਮੁਨਕਰ ਹੈ। ਬਿਲਕੁਲ ਠੀਕ ਗੱਲ ਹੈ ਉਹਨਾਂ ਦੀ, ਬਸ ਠੀਕ ਹੋ ਗਿਆ, ਕੋਈ ਗਲਤ ਗੱਲ ਨਹੀਂ ਹੈ। ਠੀਕ ਹੋ ਗਿਆ। ਹੁਜਤ ਹੈ ਤੁਹਾਡੇ ਵਾਸਤੇ ਮੁਨਾਜ਼ਰੇ ਦੇ ਵਿੱਚ। ਨੈਕਸਟ ਟਾਈਮ ਤੁਸੀਂ ਮੈਂ ਮੁਨਾਜ਼ਰਾ ਪਹਿਲੇ ਦੀ ਗੱਲ ਕਰਦਾ ਨਹੀਂ ਹੈ ਤੇ ਅਗਰ ਤੈਅ ਕਰੋ ਤੇ ਅਗਰ ਤੈਅ ਕਰੋ ਤੇ ਅਗਰ ਇਹਨਾਂ ਦੀ ਤਹਿਰੀਰ ਪੇਸ਼ ਕੀਤੀ ਜਾਵੇ ਤੇ ਤੁਸੀਂ ਮੈਨੂੰ ਹਾਂ ਬਿਲਕੁਲ ਜਿਹੜੇ ਕਰਦੇ ਨੇ ਨਾ ਮੁਨਾਜ਼ਰਾ ਤੇ ਬਿਲਕੁਲ ਉਹਨਾਂ ਦੇ ਅੱਗੇ ਤੁਸੀਂ ਪੇਸ਼ ਕਰ ਸਕਦੇ ਹੋ। ਠੀਕ ਹੋ ਗਿਆ ਜੀ, ਉਹ ਤੁਹਾਡੇ ਕੋਲ ਰਾਈਟਸ ਆਏ ਨੇ ਕਿ ਉਹ ਉਹਨਾਂ ਨੂੰ ਪੁੱਛਿਆ ਜਾ ਸਕਦਾ, ਜਿਵੇਂ ਅਮਨ ਨਜ਼ੀਰ ਸਾਹਿਬ ਨੇ ਕਿਹਾ ਕਿ ਫਲਾਣਾ ਬੰਦਾ ਤੁਹਾਡੇ ਵਾਸਤੇ ਹੁਜਤ ਹੈ ਕਿ ਨਹੀਂ ਹੈ, ਫਲਾਣੇ ਦੀ ਗੱਲ ਹੁਜਤ ਹੈ ਕਿ ਨਹੀਂ ਹੈ। ਬਿਲਕੁਲ ਜਮਾਤ ਅਹਿਮਦੀਆ ਦਾ ਕੋਈ ਬੰਦਾ ਜਿਹੜਾ ਮੁਨਾਜ਼ਰ ਹੈ ਉਹ ਮੁਨਾਜ਼ਰਾ ਤੁਹਾਡੇ ਨਾਲ
ਤੇ ਉਹਨਾਂ ਨੂੰ ਪੁੱਛ ਲਓ ਕਿ ਮੁਸਲਿਮ ਮੌਤ ਜਿਹੜੇ ਨੇ ਉਹ ਤੁਹਾਡੇ ਵਾਸਤੇ ਹੁਜਤ ਹੈ ਨੇ ਕਿ ਨਹੀਂ ਹੈ ਨਾ। ਪੁੱਛਣਾ ਹੀ ਇਹ ਚਾਹੀਦਾ ਹੈ ਮੇਰੇ ਖਿਆਲ 'ਚ। ਇਹ ਜਿਹੜਾ ਨਾ ਫਿਰਕਾ ਪੁੱਛਣ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਫਿਰ ਪਹਿਲਾਂ ਫਿਰਕਾ ਪੁੱਛਣਾ, ਫਿਰ ਜ਼ਬਰਦਸਤੀ ਉਹਦੇ ਮੱਥੇ ਮੜਨਾ ਕੋਈ ਅਕੀਦਾ ਤੇ ਆਖਣਾ ਮਨ ਇਹਨੂੰ ਮੰਨਦਾ ਕਿਉਂ ਨਹੀਂ ਹੋ। ਇਹਦੀ ਬਜਾਏ ਤੁਸੀਂ ਇਹ ਪੁੱਛੋ ਕਿ ਤੇਰੇ ਵਾਸਤੇ ਹੁਜਤ ਕਿਹਦੀ ਗੱਲ ਹੈ, ਕਿਹਦੀ ਗੱਲ ਤੇਰੇ ਵਾਸਤੇ ਤਸਲੀਮ ਹੈ ਤੇ ਕਿਹਦੀ ਗੱਲ ਨਹੀਂ ਤਸਲੀਮ। ਬੇਸ਼ੱਕ ਤੂੰ ਕਹਿ ਦੇ ਵੀ ਮੈਨੂੰ ਮਿਰਜ਼ਾ ਸਾਹਿਬ ਦੀ ਵੀ ਗੱਲ ਤਸਲੀਮ ਨਹੀਂ, ਜਾਂ ਕਹਿ ਦੇ ਮੈਨੂੰ ਉਹਨਾਂ ਦੇ ਖਲੀਫਿਆਂ ਦੀ ਗੱਲ ਤਸਲੀਮ ਨਹੀਂ, ਜਾਂ ਤੂੰ ਕਹਿ ਦੇ ਮੈਨੂੰ ਮਤਲਬ ਆਪਣੇ ਫਲਾਣੇ ਕਾਬਲ, ਤੇਰਾ ਰਾਈਟ ਹੈ। ਜ਼ਬਰਦਸਤੀ ਕਿਸੇ ਦੇ ਮੱਥੇ ਅਕੀਦਾ ਮੜਨਾ ਨਹੀਂ ਚਾਹੀਦਾ। ਮੇਰਾ ਕਹਿਣ ਦਾ ਇੰਨਾ ਮਕਸਦ ਕਿ ਮੈਂ ਕਹਾਂ ਵੀ ਤੁਸੀਂ ਜਮਾਤ ਅਹਿਮਦੀਆ ਦੇ ਹੋ ਤੇ ਇਹ ਫਲਾਣੀ ਮਿਰਜ਼ਾ ਮਸਰੂਰ ਸਾਹਿਬ ਦੀ ਜਾਂ ਮਿਰਜ਼ਾ ਨਾਸਰ ਸਾਹਿਬ ਦੀ ਕੋਈ ਤਹਿਰੀਰ ਕੱਢ ਲਿਆਵਾਂ ਤੇ ਮੈਂ ਕਹਾਂ ਇਹਨਾਂ ਨੂੰ ਮੰਨੋ, ਕਿਉਂ ਨਹੀਂ ਹੋ ਮੰਨਦੇ। ਹਾਂ ਤੁਸੀਂ ਕਹੋ ਵੀ ਮੈਨੂੰ ਇਹ ਨਹੀਂ ਤਸਲੀਮ ਭਾਈ, ਮੇਰੇ ਵਾਸਤੇ ਹੁਜਤ ਕੁਰਾਨ ਔਰ ਸਾਹਿਬ ਕੁਰਾਨ ਤੋਂ ਬਾਅਦ ਮਿਰਜ਼ਾ ਸਾਹਿਬ ਦੀ ਗੱਲ ਹੈ, ਉਹਨਾਂ ਤੋਂ ਬਾਅਦ ਮੈਂ ਕਿਸੇ ਦੀ ਗੱਲ ਨੂੰ ਨਹੀਂ ਮੰਨਦਾ ਆਪਣੇ ਵਾਸਤੇ ਹੁਜਤ, ਤਾਂ ਵੀ ਤੁਹਾਡਾ ਰਾਈਟ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ। ਐਸੇ ਤਰ੍ਹਾਂ ਅਗਰ ਮੁਸਲਮਾਨਾਂ 'ਚੋਂ ਕੋਈ ਬੰਦਾ ਕਹਿੰਦਾ ਹੈ ਕਿ ਕੁਰਾਨ ਔਰ ਸਾਹਿਬ ਕੁਰਾਨ ਤੋਂ ਬਾਅਦ ਮੇਰੇ ਸਾਹਮਣੇ ਇਮਾਮ ਅਬੂ ਹਨੀਫਾ ਦਾ ਕੋਲ ਪੇਸ਼ ਕਰ ਦਿਓ ਰਹਿਮਹੁੱਲਾ ਦਾ, ਜਾਂ ਅੱਲਾ ਹਜ਼ਰਤ ਦਾ ਕੋਲ ਪੇਸ਼ ਕਰ ਦਿਓ, ਵੀ ਮੇਰੇ ਵਾਸਤੇ ਹੁਜਤ ਹੈ, ਠੀਕ ਹੈ। ਅਗਰ ਉਹ ਕਹਿੰਦਾ ਨਹੀਂ ਮੇਰੇ ਵਾਸਤੇ ਹੁਜਤ ਨਹੀਂ ਉਹਨਾਂ ਦਾ ਕੋਲ, ਜ਼ਬਰਦਸਤੀ ਤਾਂ ਨਹੀਂ ਨਾ ਕੀਤੀ ਜਾ ਸਕਦੀ ਉਹਦੇ ਨਾਲ। ਨਹੀਂ ਜ਼ਬਰਦਸਤੀ ਨਹੀਂ ਹੈ। ਜਦੋਂ ਤੁਸੀਂ ਇਮਾਮ ਆਲਾ ਹਜ਼ਰਤ ਨੂੰ ਮੰਨਣਾ ਹੈ ਨਾ ਤੇ ਫਿਰ ਇਮਾਮ ਆਲਾ ਹਜ਼ਰਤ ਦੀ ਤੁਸੀਂ ਕੀ ਗੱਲ ਹੈ ਕਿ ਗੱਲ ਨਹੀਂ ਮੰਨੋਗੇ ਕਿ ਉਹ ਕਹਿ ਦੋਗੇ ਕਿ ਮੁਖਾਲਫੀਨ ਕਿਉਂਕਿ ਗੱਲ ਪੇਸ਼ ਕਰ ਰਿਹਾ ਹੋਵੇ ਤੇ ਲਿਹਾਜ਼ਾ ਇਹਦੇ ਚ ਮੈਂ ਫਸ ਜਾਵਾਂਗਾ ਤੇ ਇਸ ਵਾਸਤੇ ਮੈਂ ਇਹ ਗੱਲ ਨੂੰ ਬਿਹਤਰ ਇਹ ਵੇ ਕਿ ਸਾਈਡ ਤੇ ਕਰ ਦਵਾਂ ਔਰ ਮੈਂ ਕਹਾਂ ਮੇਰੇ ਵਾਸਤੇ ਹੁਜਤ ਨਹੀਂ। ਕਿੱਡਾ ਆਸਾਨ ਕੰਮ ਹੈ ਜੱਟ ਸਾਹਿਬ। ਅਗਰ ਕੋਈ ਬੰਦਾ ਕਹਿੰਦਾ ਕਿ ਮੈਂ ਅੱਲਾ ਹਜ਼ਰਤ ਨੂੰ ਮੰਨਣਾ ਵਾ, ਹਾਂ, ਉਹ ਕਹਿੰਦਾ ਮੈਂ ਉਹਨਾਂ ਨੂੰ ਇਮਾਮ ਮੰਨਣਾ, ਰਾਹਬਰ ਮੰਨਣਾ, ਰਹਿਨੁਮਾ ਮੰਨਣਾ, ਲੇਕਿਨ ਉਹਨਾਂ ਨੂੰ ਮੈਂ ਇਨਸਾਨ ਬਸ਼ਰ ਮੰਨਣਾ। ਹੋ ਸਕਦਾ ਉਹਨਾਂ ਨੇ ਗੱਲਾਂ ਸਾਰੀਆਂ ਸਹੀ ਲਿਖੀਆਂ ਹੋਣ, ਹੋ ਸਕਦਾ ਵਿੱਚ ਕੋਈ ਗਲਤੀਆਂ ਵੀ ਕੀਤੀਆਂ ਹੋਣ। ਅਗਰ ਉਹਨਾਂ ਦੀ ਕੋਈ ਗੱਲ ਮੇਰੀ ਇਸ ਬੁਨਿਆਦ ਕੁਰਾਨ ਔਰ ਹਦੀਸ ਮੇਰੀ ਬੁਨਿਆਦ ਇਹਦੇ ਖਿਲਾਫ ਹੋਈ, ਮੈਂ ਨਹੀਂ ਮੰਨਾਂਗਾ, ਇਹਨਾਂ ਦੇ ਮੁਤਾਬਕ ਹੀ ਮੰਨ ਲਾਂਗਾ, ਫਿਰ ਤਾਂ ਠੀਕ ਹੈ ਨਾ। ਤੇ ਜੇ ਤੁਸੀਂ ਕਹੋ ਨਹੀਂ ਤੂੰ ਮੰਨ ਲਿਆ, ਤੂੰ ਆਲਾ ਹਜ਼ਰਤ ਨੂੰ ਮੰਨ ਲਿਆ, ਉਹਨਾਂ ਦੀ ਹਰ ਗੱਲ ਮੰਨ। ਨਹੀਂ ਆਲਾ ਹਜ਼ਰਤ ਜਾਂ ਕਿਸੇ ਦੇ ਅੰਦਰ ਵੀ ਤੁਹਾਡੇ ਨਜ਼ਦੀਕ ਉਹਦਾ ਅੱਧਾ ਇਲਮ ਗਲਤ ਹੋ ਜਾਏ ਔਰ ਅੱਧਾ ਸਹੀ ਹੋ ਜਾਏ, ਠੀਕ ਹੈ, ਤੇ ਤੁਸੀਂ ਉਹਨੂੰ ਆਰਾਮ ਨਾਲ ਹੀ ਜਾਣ ਦੋਗੇ ਕਿਉਂਕਿ ਉਹ ਆਲਾ ਹਜ਼ਰਤ ਨੇ ਨਾ, ਕਿ ਉਹਨਾਂ ਦੇ ਅੰਦਰ ਤੁਹਾਨੂੰ ਕੋਈ 4-5 ਚੀਜ਼ਾਂ ਜਿਹੜੀਆਂ ਕੁਰਾਨ ਸੁਨਨਤ ਦੇ ਖਿਲਾਫ ਮਿਲ ਜਾਣ, ਤੁਸੀਂ ਕਹੋ ਨਹੀਂ ਯਾਰ ਇਹ ਕੌਣ ਹੈ ਐਵੇਂ, ਬਈ ਉਹਨੂੰ ਕਰੋੜਾਂ ਲੋਕ ਮੰਨਦੇ ਨੇ, ਠੀਕ ਹੈ। ਇਸ ਤਰ੍ਹਾਂ ਨਹੀਂ ਹੁੰਦਾ ਹੈ ਕਿ ਤੁਸੀਂ ਤੁਹਾਡੀ ਇੱਕ ਗੱਲ ਕਹਿਣ ਨਾਲ ਕਿ ਬਈ ਮੈਂ ਨਹੀਂ ਇਹਨੂੰ ਹੁਜਤ ਮੰਨਦਾ, ਤੇ ਫਿਰ ਇਸ ਤਰ੍ਹਾਂ ਗੱਲ ਨਹੀਂ ਖਤਮ ਹੁੰਦੀ। ਫਿਰ ਕਰੋੜਾਂ ਲੋਕ ਤੇ ਬਸ਼ੀਰੁੱਦੀਨ ਮਹਿਮੂਦ ਅਹਿਮਦ ਸਾਹਿਬ ਨੂੰ ਵੀ ਮੰਨਦੇ ਨੇ ਨਾ, ਫਿਰ ਤੇ ਉਹਨਾਂ ਦੀ ਵੀ ਗੱਲ ਹੁਜਤ ਹੋਣੀ ਚਾਹੀਦੀ ਹਰ ਬੰਦੇ ਵਾਸਤੇ। ਹਾਂ, ਜਿਹੜੇ ਅਹਿਮਦੀ ਨੇ ਉਹਨਾਂ ਨੂੰ ਇਖਤਲਾਫ ਨਹੀਂ ਨਾ ਕਰਨਾ ਚਾਹੀਦਾ। ਇਸ ਤਰ੍ਹਾਂ ਤੇ ਫਿਰ ਜ਼ਬਰਦਸਤੀ ਇੱਕ ਦੂਜੇ ਦੇ ਮੱਥੇ ਮੜਾਉਂਦੇ ਤੇ ਉਹ ਗੱਲ ਕਿਸੇ ਪਾਸੇ ਲੱਗਣ ਨਹੀਂ ਨਾ ਲੱਗੀ ਹੈ। ਮੈਂ ਤੁਹਾਨੂੰ ਜਵਾਬ ਦੇ ਦਿੱਤਾ ਕਿ ਅਗਰ ਕੋਈ ਐਸੀ ਗੱਲ ਹੋਏਗੀ ਤੇ ਉਹ ਤੁਹਾਨੂੰ ਮੈਂ ਅੱਗੇ ਮਿਸਾਲ ਦਿੱਤੀ ਕਿ ਕੋਈ ਇਸ ਤਰ੍ਹਾਂ ਦਾ ਹੁੰਦਾ ਤੇ ਉਹਦਾ ਲਿਖਿਆ ਜਾਂਦਾ ਹੈ, ਸਹੀ ਹੈ ਨਾ। ਤੇ ਉਸ ਤੋਂ ਬਾਅਦ ਵੀ ਅਗਰ ਉਸ ਜਵਾਬ ਦੇ ਉੱਤੇ ਫਾਰ ਐਗਜ਼ਾਮਪਲ ਮੈਂ ਲਿਖਣਾ, ਮੈਂ ਕਹਿੰਦਾ ਕਿ ਯਾਰ ਇਹ ਗੱਲ ਜਿਹੜੀ ਹੈ ਤੁਸੀਂ ਇਹ ਪਿਛਲੇ ਖੁਤਬੇ 'ਚ ਜ਼ਿਕਰ ਕੀਤਾ ਇਹ ਕੁਰਾਨ ਸੁਨਨਤ ਦੇ ਖਿਲਾਫ ਹੈ, ਠੀਕ ਹੋ ਗਿਆ। ਅਗਰ ਤੇ ਮੈਂ ਉਹ ਗੱਲ ਮੇਰੀ ਠੀਕ ਹੁੰਦੀ ਏ ਤੇ ਫਿਰ ਮੈਂ ਆਪਣਾ ਰਸਤਾ ਸਾਈਡ ਤੇ ਕਰ ਲਾਂਗਾ, ਹੋਰ ਕੀ। ਮੈਂ ਫਿਰ ਨਹੀਂ ਕਹਾਂਗਾ ਕਿ ਮੇਰਾ ਜਮਾਤ ਅਹਿਮਦੀਆ ਨਾਲ ਕੁੱਤਾ ਲੱਗੇ, ਮੈਂ ਜਮਾਤ ਅਹਿਮਦੀਆ 'ਚ ਰਹਾਂਗਾ ਵੀ ਔਰ ਮੈਂ ਇਹ ਕਰਦਾ ਵੀ ਜਾਵਾਂਗਾ, ਇਹ ਚੀਜ਼ ਠੀਕ ਨਹੀਂ। ਮੰਨੀ ਵੀ ਜਾਓ ਔਰ ਅੱਧੀਆਂ ਚੀਜ਼ਾਂ ਨੂੰ ਤੁਸੀਂ ਐਵੇਂ ਕਰੀ ਜਾਓ, ਅੱਧੀਆਂ ਨੂੰ ਕਰੀ ਜਾਓ। ਹੁਣ ਕਿੰਨੀਆਂ ਕੋਈ ਐਂਬੂਲੈਂਸਾਂ ਚਾਹੀਦੀਆਂ ਨੇ। ਕੋਈ ਉਹਨਾਂ ਨਾਲ ਮੁਹੱਬਤ ਕਰਦੇ ਹੋਵੇ ਕਹੇ ਨਾ ਕਿ ਮੇਰੇ ਵਾਸਤੇ ਹੁਜਤ ਨਹੀਂ, ਉਹ ਈਮਾਨ ਤੋਂ ਖਾਰਿਜ ਨਹੀਂ ਹੋ ਜਾਂਦਾ। ਚਲੋ ਮੈਂ ਮਿਊਟ ਕਰਨਾ ਫਿਰ ਤੁਸੀਂ ਗੱਲ ਕਰੋ, ਲੇਕਿਨ ਇੱਕ ਹੀ ਬੰਦਾ ਗੱਲ ਕਰੋ, ਠੀਕ ਕਹਿ ਰਹੇ ਤਰੇ ਬੰਦੇ ਨਾ ਬੋਲੋ, ਮੈਂ ਮਿਊਟ ਕਰਨਾ। ਚਲੋ ਤੁਸੀਂ ਕਰੋ ਗੱਲ ਅਮਰ ਭਾਈ। ਨਹੀਂ ਫਿਰ ਉਹਨਾਂ ਦਾ ਅਗਲੇ ਦਾ ਜਿਹੜਾ ਨਾ ਉਹ ਕੰਪਲੇਂਟ ਜਨਮਨ ਹੋ ਜਾਂਦੀ ਬਈ ਮੇਰੇ ਨਾਲ ਤਰੇ ਬੰਦੇ ਗੱਲ ਕਰ ਰਹੇ ਨੇ, ਜਾਂ ਬਿਲਾਲ ਭਾਈ ਤੁਸੀਂ ਕਰ ਲਓ ਜਾਂ ਉਸਮਾਨ ਭਾਈ। ਨਹੀਂ ਮੈਂ ਪੁਆਇੰਟ ਕਹਿਣਾ ਹੀ ਬਰਾਲ, ਕੋਈ ਨਹੀਂ ਤੁਸੀਂ ਕਰੋ ਗੱਲ, ਮੈਂ ਸਾਰਾ ਹੀ ਆਪਸ ਚ ਕਰੋ, ਮੈਂ ਥੋੜਾ ਜਿਹਾ ਬਿਜ਼ੀ ਹਾਂ ਹੁਣ ਫਿਰ। ਅੱਛਾ ਚਲੋ ਕੋਈ ਗੱਲ ਨਹੀਂ, ਲੇਕਿਨ ਬਹਰਹਾਲ ਇਹ ਇੱਕ ਆਸਾਨ ਜਿਹਾ ਅਸੂਲ ਹੈ ਕਿ ਇਹਦੇ ਵਿੱਚ ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰੋ। ਮੈਂ ਇਹ ਗੱਲ ਇੱਥੋਂ ਟੁਰੀ ਹੈ ਕਿ ਸੁਬਾ ਬਿਲਾਲ ਭਾਈ ਨੂੰ ਉੱਥੇ ਐਸੇ ਹੀ ਤਰ੍ਹਾਂ ਉਹਨਾਂ ਦੀ ਬਰਾਡ ਦੇ ਉੱਤੇ ਨਾ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੀ ਤੁਸੀਂ ਉਹ ਹੀ ਗੱਲ ਵੀ ਤੁਹਾਡੇ ਬਾਬੇ ਦਾ ਨਾਂ ਕੀ ਹੈ। ਇਹ ਆਖਣ ਮੇਰਾ ਕਿਹੜਾ ਬਾਬਾ ਹੈ, ਨਹੀਂ ਦੱਸ ਤੇਰੇ ਬਾਬੇ ਦਾ ਨਾਂ ਕੀ ਹੈ, ਤੂੰ ਕਿਹੜੇ ਬਾਬੇ ਨੂੰ ਮੰਨਣਾ ਹੈ। ਇਹ ਕੰਮ ਚੰਗਾ ਨਹੀਂ, ਬਲਕਿ ਇਹਦੀ ਬਜਾਏ ਇੱਕ ਸਿੰਪਲ ਆਸਾਨ ਅਸੂਲ ਹੈ ਕਿ ਤੁਸੀਂ ਉਹਨੂੰ ਪੁੱਛੋ ਵੀ ਭਾਈ ਤੇਰੇ ਵਾਸਤੇ ਹੁਜਤ ਕਿਹਦੀ ਗੱਲ ਹੈ, ਕਿਆ ਤੇਰੇ ਅੱਗੇ ਨਬੀ ਪਾਕ ਦੀ ਗੱਲ ਸਿਰਫ ਹੁਜਤ ਹੈ ਜਾਂ ਕਿਸੇ ਹੋਰ ਦੀ ਵੀ ਗੱਲ ਪੇਸ਼ ਕੀਤੀ ਜਾਏ ਤੂੰ ਕਬੂਲ ਕਰ ਲੇਗਾ। ਜੇ ਉਹ ਬੰਦਾ ਕਹਿੰਦਾ ਹੈ ਕਿ ਬਈ ਮੇਰੇ ਵਾਸਤੇ ਨਬੀ ਪਾਕ ਤੋਂ ਇਲਾਵਾ ਕਿਸੇ ਦੀ ਵੀ ਗੱਲ ਹੋਰ ਹੁਜਤ ਨਹੀਂ ਹੈ, ਬਾਅਦ ਵਿੱਚ ਜਿੰਨੇ ਵੀ ਆਇਮਾ ਆਏ ਨੇ
ਉਲਮਾ ਆਏ ਨੇ, ਔਲੀਆ ਆਏ ਨੇ, ਸੂਫੀਆ ਆਏ ਨੇ, ਕਿਸੇ ਦੀ ਗੱਲ ਮੇਰੇ ਪਾਸ ਹੁਜਤ ਨਹੀਂ, ਹੁਜਤ ਕੁਰਾਨ ਔਰ ਹਦੀਸ ਹੀ ਹੈ। ਇਹਨਾਂ ਦੀ ਕੋਈ ਗੱਲ ਉਹਨਾਂ ਦੇ ਮੁਤਾਬਕ ਹੋਈ ਤਾਂ ਮੰਨ ਲਾਂਦੇ, ਨਾ ਹੋਈ ਤਾਂ ਛੱਡ ਦਿਆਂਦੇ, ਤੇ ਉਹਦੇ ਨਾਲ ਫਿਰ ਧੱਕਾ ਨਹੀਂ ਕਰਨਾ ਚਾਹੀਦਾ। ਇਹ ਲੜਾਈ ਹੈ ਜਿਹੜੀ ਨਾ ਮੁੱਕਣ ਵਾਲੀ ਹੈ। ਇਹੋ ਰਾਈਟ ਮੈਂ ਸਮਝਣਾ ਤੁਹਾਡੇ ਜਮਾਤ ਦੇ ਲੋਕਾਂ ਕੋਲ ਵੀ ਹੋਣਾ ਚਾਹੀਦਾ ਹੈ। ਜੇ ਟੋਨੀ ਸਾਹਿਬ ਵੀ ਕਹਿੰਦੇ ਨੇ ਨਾ ਕਿ ਬਈ ਮੈਂ ਮਿਰਜ਼ਾ ਸਾਹਿਬ ਨਾਲ ਵੀ ਇਖਤਲਾਫ ਕਰ ਸਕਣਾ, ਤੇ ਉਹਨਾਂ ਨੂੰ ਰਾਈਟ ਦੇਣਾ ਚਾਹੀਦਾ ਹੈ। ਜੇ ਹੁਸੈਨੀ ਸਾਹਿਬ ਕਹਿੰਦੇ ਨੇ ਕਿ ਮੈਂ ਸਿਰਫ ਕੁਰਾਨ ਨਾਲ ਗੱਲ ਕਰਦਾ, ਮੈਂ ਸਿਰਫ ਕੁਰਾਨ ਨੂੰ ਮੰਨਦਾ, ਮੈਂ ਕਿਸੇ ਦੀ ਇਸ ਨੂੰ ਨਹੀਂ ਮੰਨਦਾ, ਤੇ ਉਹਨਾਂ ਦਾ ਰਾਈਟ ਉਹਨਾਂ ਨੂੰ ਦੇਣਾ ਚਾਹੀਦਾ ਹੈ। ਇਹ ਬਨੀ ਇਸਰਾਈਲ ਵਾਲੇ ਨੇ ਇਹ ਵੀ ਕਹਿੰਦੇ ਨੇ ਕਿ ਛੜਾ ਕੁਰਾਨ ਨੂੰ ਮੰਨਦੇ ਆ, ਉਹਨਾਂ ਦਾ ਰਾਈਟ, ਉਹਨਾਂ ਦਾ ਆਪਣਾ ਹੱਕ ਹੈ। ਉਹ ਜੋ ਮੰਨਦੇ ਨੇ ਮੰਨਣ, ਜਿਹਨੂੰ ਨਹੀਂ ਮੰਨਣਾ ਚਾਹੁੰਦੇ ਨਾ ਮੰਨਣ। ਜ਼ਬਰਦਸਤੀ ਕਿਸੇ ਦੇ ਮੱਥੇ ਗੱਲ ਨਹੀਂ। ਹੁਸੈਨੀ ਸਾਹਿਬ ਤੇ ਮਿਰਜ਼ਾ ਸਾਹਿਬ ਦੇ ਫਾਲੋਅਰ ਨਹੀਂ ਨੇ, ਉਹ ਨਹੀਂ ਮੰਨਦੇ ਤੇ ਉਹ ਕਿਸੇ ਨੂੰ ਵੀ ਨਾ ਮੰਨਣ, ਉਹਨਾਂ ਦੀ ਮਰਜ਼ੀ ਹੈ। ਲੇਕਿਨ ਜਿਹੜਾ ਮਿਰਜ਼ਾ ਸਾਹਿਬ ਨੂੰ ਮੰਨਦਾ ਹੈ ਉਹ ਨਹੀਂ ਕਹਿ ਸਕਦਾ ਕਿ ਮੈਂ ਉਹਨਾਂ ਦੀ ਗੱਲ ਨਹੀਂ ਮੰਨਦਾ। ਇਖਤਲਾਫ ਕਰਨ ਦਾ ਹੱਕ ਨਹੀਂ ਹੈ ਉਹਨੂੰ। ਹਾਂ, ਉਹ ਸਮਝਦਾ ਹੈ ਕਿ ਉਹਨਾਂ ਦੀਆਂ ਤਹਿਰੀਰਾਤ ਦੇ ਵਿੱਚ ਇਖਤਲਾਫਾਤ ਨੇ ਤੇ ਉਹਨਾਂ ਨੂੰ ਡਿਸਓਨ ਕਰੇ ਕਿ ਵੀ ਨਹੀਂ, ਮੈਂ ਨਹੀਂ ਉਹਨਾਂ ਨੂੰ ਮੰਨਦਾ ਸੱਚ। ਇਹ ਤੁਸੀਂ ਕਾਨੂੰਨ ਤਾਂ ਬਣਾ ਸਕਦੇ ਹੋ ਜੇ ਮਿਰਜ਼ਾ ਸਾਹਿਬ ਦੀ ਗੱਦੀ ਤੁਹਾਡੇ ਕੋਲ ਹੋਵੇ, ਤੇ ਤੁਸੀਂ ਕਾਨੂੰਨ ਬਣਾਓ ਵੀ ਜਿਹੜਾ ਬੰਦਾ ਜਮਾਤ ਵਿੱਚ ਹੈ ਨਾ, ਹੁਣ ਨਾਸਰ ਇੱਕ ਐਂਡਾ ਵਾਲਾ, ਨਾਸਰ ਸਾਹਿਬ ਇਖਤਲਾਫ ਕਰਦੇ ਨੇ ਮਿਰਜ਼ਾ ਸਾਹਿਬ ਨਾਲ, ਉਹ ਕਹਿੰਦੇ ਨੇ ਕਰ ਸਕਣਾ। ਟੋਨੀ ਸਾਹਿਬ ਇਖਤਲਾਫ ਕਰਦੇ ਨੇ, ਕਹਿੰਦੇ ਨੇ ਕਰ ਸਕਨੇ ਆ। ਲਾਹੌਰੀ ਸਾਰੇ ਇਖਤਲਾਫ ਕਰਦੇ ਨੇ, ਕਹਿੰਦੇ ਨੇ ਕਰ ਸਕਨੇ ਆ। ਨਹੀਂ ਕਹਿੰਦੇ ਤੇ ਹਰ ਕੋਈ ਕਹਿੰਦਾ ਜਾਏ, ਉਹਦਾ ਤੇ ਅਸੀਂ ਕੁਝ ਨਹੀਂ ਕਰ ਸਕਦੇ। ਨਹੀਂ, ਜਿਹੜਾ ਅਸੂਲ ਹੈ ਨਾ ਅਮਨ ਨਜ਼ੀਰ ਸਾਹਿਬ, ਜਿਵੇਂ ਤਾਰਕ ਚੌਹਾਨ ਸਾਹਿਬ ਨੇ ਹੁਣੀ ਦੱਸਿਆ ਤੁਹਾਨੂੰ, ਇਸ ਤੋਂ ਪਹਿਲਾਂ ਮੈਂ ਵੀ ਇਹੀ ਗੱਲ ਕੀਤੀ। ਵੇਖੋ, ਜਦੋਂ ਤੁਸੀਂ ਕਿਸੇ ਨੂੰ ਨਬੀ ਮੰਨ ਲਿਆ ਨਾ, ਠੀਕ ਹੈ, ਫਿਰ ਉਹਨੇ ਕਿਹਾ ਗਿਆ ਗੱਲ ਅੱਲਾਹ ਵੱਲੋਂ ਹੈ, ਫਿਰ ਉਹਦੇ ਉੱਤੇ ਕੋਈ ਬੰਦਾ ਇਤਰਾਜ਼ ਕਰੇ ਤੇ ਉਹ ਫਿਰ ਜ਼ਹਿਰੀ ਗੱਲ ਹੈ। ਜਾਂ ਤੇ ਇਤਰਾਜ਼ ਤੋਂ ਬਾਅਦ ਆਪਣਾ ਮੰਬਾ ਹੱਲ ਕਰੇ। ਅਗਰ ਉਹਦਾ ਹੱਲ ਹੋ ਗਿਆ ਠੀਕ ਹੈ, ਨਹੀਂ ਹੁੰਦਾ ਤੇ ਫਿਰ ਜਮਾਤ ਤੋਂ ਸਾਈਡ ਤੋਂ ਗੱਲ ਕਰੇ। ਜਿਹੜੀ ਫਾਰ ਐਗਜ਼ਾਮਪਲ ਜਿਵੇਂ ਅੱਗੋਂ ਹੁਣ ਤੁਸੀਂ ਇਹ ਮਾਸ਼ਰਾ ਹੋਵੇ, ਹੁਣ ਅਗਰ ਤਾਹਿਰ ਸਾਹਿਬ ਨੂੰ ਜਾਂ ਨਾਸਰ ਸਾਹਿਬ ਨੂੰ ਮੈਂ ਗਲਤ ਕਹਾਂ ਜਾਂ ਕੋਈ ਹੋਰ ਕਵੇ, ਠੀਕ ਹੈ, ਇਹ ਮਾਸ਼ਰੇ ਦੇ ਵਿੱਚ ਇਸ ਤਰ੍ਹਾਂ ਹੀ ਚੱਲਦਾ ਹੈ। ਅਗਰ ਕੋਈ ਇਮਾਮ ਆਲਾ ਹਜ਼ਰਤ ਦੇ ਨਾਲ ਇਤਰਾਜ਼ ਕਰਦਾ ਹੈ, ਠੀਕ ਹੈ, ਤੇ ਜ਼ਹਿਰੀ ਗੱਲ ਹੈ। ਕੋਈ ਬਰੇਲਵੀ ਨੇ ਉਹ ਮੈਂ ਫਾਰ ਐਗਜ਼ਾਮਪਲ ਕੋਈ ਗੱਲ ਉਹਨਾਂ ਨੇ ਕਹਿਣਾ ਕਿ ਗੱਲ ਤੁਹਾਡੀ ਨਹੀਂ ਹੈ, ਉਹ ਮੈਨੂੰ ਗਲਤ ਕਹਿਣਗੇ। ਇਸੇ ਤਰ੍ਹਾਂ ਜਿਸ ਤਰ੍ਹਾਂ ਜਮਾਤ ਦੇ ਵਿੱਚ ਵੀ ਅਬਦੁਲ ਗਫਾਰ ਜੰਬਾ ਸਾਹਿਬ ਨੇ ਜਾਂ ਮੁਹੰਮਦ ਅਲੀ ਲੋਹਰੀ ਸਾਹਿਬ ਨੇ, ਇਹ ਚੀਜ਼ਾਂ ਨਹੀਂ ਲੋਕਾਂ ਨੂੰ ਸਮਝ ਆਈਆਂ, ਠੀਕ ਹੈ, ਜਾਂ ਅਸੀਂ ਵੀ ਗਲਤ ਹੋ ਸਕਨੇ ਜਾਂ ਇਹ ਗਲਤ ਨੇ, ਠੀਕ ਹੈ ਨਾ। ਇਸੇ ਤਰ੍ਹਾਂ ਹੁਣ ਇਹਦੇ ਵਿੱਚ ਮਾਸ਼ਰਾ ਹੋਵੇਗਾ, ਅਸੀਂ ਇੱਕ ਦੂਜੇ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਰਾਈਟਸ ਦੀ ਵਜ੍ਹਾ ਨਾਲ ਹੀ ਕਰ ਰਹੇ ਹਾਂ ਨਾ। ਅਸੂਲੀ ਤੌਰ ਤੇ ਇੱਕ ਨਬੀ ਦੇ ਅਹੁਦੇਦਾਰ ਜਾਂ ਦਾਅਵੇਦਾਰ ਵਾਸਤੇ ਇਹ ਗੱਲ ਸਿਰਫ ਦਰੁਸਤ ਹੈ। ਅਗਰ ਕੋਈ ਬੰਦਾ ਕਿਸੇ ਮੁਦਈਏ ਨਬੂਵਤ ਨੂੰ ਮੰਨਦਾ ਹੈ ਤੇ ਅਸੂਲੀ ਤੌਰ ਤੇ ਉਹਦੇ ਨਾਲ ਫਿਰ ਇਖਤਲਾਫ ਨਹੀਂ ਕਰ ਸਕਦਾ, ਤੇ ਜਾਂ ਫਿਰ ਉਹਦੇ ਨਾਲ ਇਖਤਲਾਫ ਕਰਦਾ ਤੇ ਉਹਨੂੰ ਨਬੀ ਨਹੀਂ ਮੰਨਣਾ ਚਾਹੀਦਾ। ਗੱਲ ਠੀਕ ਹੈ। ਨਬੀ ਤੋਂ ਥੱਲੇ ਕਿਸੇ ਵੀ ਬੰਦੇ ਨੂੰ ਅਗਰ ਬੰਦਾ ਮੰਨਦਾ ਹੈ ਨਾ, ਉਹਦੇ ਕੋਲ ਇਹ ਗੁੰਜਾਇਸ਼ ਹੋਣੀ ਚਾਹੀਦੀ ਹੈ ਵੀ ਮੈਂ ਉਹਨੂੰ ਨਬੀ ਨਹੀਂ ਮੰਨਦਾ, ਉਹਦੀ ਗੱਲ ਸਹੀ ਹੋਦੀ ਤਾਂ ਮੰਨ ਲਾਂਗਾ, ਨਾ ਸਹੀ ਹੋਗੀ ਨਹੀਂ ਮੰਨਾਂਗਾ। ਤੁਸੀਂ ਜਦੋਂ ਕਿਸੇ ਸਿਸਟਮ 'ਚ ਰਹਿੰਦੇ ਹੋ ਨਾ, ਕੋਈ ਵੀ ਸਿਸਟਮ ਹੈ ਦੁਨੀਆ ਦਾ, ਠੀਕ ਹੈ, ਉਹਦੀਆਂ ਗੱਲਾਂ ਤੁਸੀਂ ਮੰਨੋਗੇ ਤਾਂ ਸਿਸਟਮ 'ਚ ਰਹੋਗੇ, ਨਹੀਂ ਮੰਨੋਗੇ ਤਾਂ ਫਿਰ ਤੁਸੀਂ ਸਾਈਡ ਤੋਂ ਜੋ ਇਹ ਕੋਈ ਹੱਲ ਹੈ। ਅੱਛਾ, ਮੇਰੇ ਨਾ ਪਿੱਛੇ ਸ਼ੋਰ ਸੀ ਤਾਂ ਮੈਂ 1 ਮਿੰਟ ਮਿਊਟ ਕੀਤਾ ਸੀ, ਮੈਂ ਤੁਹਾਡੀ ਗੱਲ ਨਹੀਂ ਸੁਣ ਸਕਿਆ। ਕੀ ਆਖਿਆ ਤੁਸੀਂ? ਮੈਂ ਕਹਿ ਰਿਹਾ ਇੱਕ ਸਿਸਟਮ ਦੇ ਅੰਦਰ ਇੱਕ ਕਿਸੇ ਨੇ ਕੋਈ ਸਿਸਟਮ ਬਣਾਇਆ ਨਾ, ਉਹ ਸਿਸਟਮ ਦੇ ਅੰਦਰ ਤੁਸੀਂ ਰਹਿਣਾ ਹੈ ਨਾ ਅਗਰ, ਤੇ ਉਹ ਸਿਸਟਮ ਨੂੰ ਫਾਲੋ ਕਰਨਾ ਹੈ, ਠੀਕ ਹੈ। ਅਗਰ ਉਹ ਸਿਸਟਮ ਤੋਂ ਤੁਸੀਂ ਨਹੀਂ ਰਹਿਣਾ ਤਾਂ ਫਿਰ ਨਾ ਫਾਲੋ ਕਰੋ, ਫਿਰ ਬਾਹਰ ਨਿਕਲ ਕੇ ਜੋ ਮਰਜ਼ੀ ਕਰਦੇ ਰਹੋ, ਆਜ਼ਾਦ ਹੋ ਤੁਸੀਂ। ਅਗਰ ਤੁਸੀਂ ਉਹ ਸਿਸਟਮ ਤੋਂ ਰਹਿਣਾ ਤੇ ਫਿਰ ਤੁਹਾਨੂੰ ਉਹ ਸਿਸਟਮ ਦੀ ਮੰਨਣੀ ਪਏਗੀ। ਜਿਹੜੀ ਗੱਲ ਤੁਸੀਂ ਸਿਸਟਮ ਦੀ ਕਹਿ ਰਹੇ ਹੋ ਨਾ, ਮੈਂ ਤੁਹਾਡੇ ਨਾਲ ਇਸ ਗੱਲ ਤੇ ਵੀ ਇਖਤਲਾਫ ਨਹੀਂ ਕਰਦਾ, ਲੇਕਿਨ ਇਹ ਸਿਸਟਮ ਵਾਲਿਆਂ ਨੇ ਦੇਖਣਾ ਹੈ ਕਿ ਅਗਰ ਉਹਨਾਂ ਦੇ ਨਾਲ ਕੋਈ ਇਖਤਲਾਫ ਕਰ ਰਿਹਾ ਹੈ ਤੇ ਉਹਦਾ ਫਿਰ ਖਰਾਜ ਕਰ ਦੇਣ, ਉਹਨੂੰ ਫਾਰਗ ਕਰ ਦੇਣ, ਸਖਤੀ ਨਾਲ ਅਮਲ ਕਰਵਾਉਣ। ਬਈ ਇਹ ਸਿਸਟਮ ਹੈ, ਇਹਨੂੰ ਫਾਲੋ ਕਰਨਾ ਹੀ। ਜੇ ਤੂੰ ਇਹਦੇ ਨਾਲ ਇਖਤਲਾਫ ਕਰਨਾ ਫਿਰ ਤੂੰ ਸਾਡੇ ਸਿਸਟਮ ਦਾ ਹਿੱਸਾ ਨਹੀਂ। ਲੇਕਿਨ ਜੇ ਸਿਸਟਮ ਉਹਦੇ ਕੋਲੋਂ ਚੰਦਾ ਵੀ ਲਈ ਆਉਂਦਾ ਤੇ ਉਹ ਬੰਦੇ ਇਖਤਲਾਫ ਵੀ ਕਰੀ ਆਉਂਦੇ ਨੇ। ਇਹ ਮਿਆਰ ਜਿਹੜਾ ਵੇ ਤੁਸੀਂ ਇਹੀ ਮਿਆਰ ਆਪਣੇ ਉੱਤੇ ਲਾਓ, ਠੀਕ ਹੈ। ਸਾਡੇ ਕੋਲ ਕੋਈ ਐਸਾ ਸਿਸਟਮ ਨਹੀਂ ਹੈ। ਨਹੀਂ, ਸਿਸਟਮ ਹੈ ਨਾ, ਇਹ ਨਹੀਂ ਹੈ ਕਿ ਇਸਲਾਮ ਸਿਸਟਮ ਤੋਂ ਬਗੈਰ ਹੈ। ਇਸਲਾਮ ਚ ਹੁਣ ਇੱਕ ਬੰਦਾ ਜ਼ਕਾਤ ਨਹੀਂ ਦਿੰਦਾ, ਬੰਦਾ ਚੋਰੀ ਕਰਦਾ। ਮੈਂ ਉਧਰ ਹੀ ਆਣ ਲੱਗਾ। ਤੁਹਾਡੇ ਬਕੋਲ ਹੀ ਤੁਸੀਂ ਅਗਲੇ ਦਿਹਾੜੇ ਇੱਕ ਗੱਲ ਪੇਸ਼ ਕੀਤੀ ਸੀ ਕਿ ਕਿਨਾਂ ਲਈਦਾ
ਮੈਂ ਗਲਤ ਨਹੀਂ ਹੈ ਤਾਂ ਅਬੂ ਹਨੀਫਾ ਦੀ ਸ਼ਾਇਦ ਰਹਿਮਹੁੱਲਾ ਦੀ ਗੱਲ ਕੀਤੀ ਸੀ, ਜਾਂ ਮੈਨੂੰ ਐਗਜ਼ੈਕਟਲੀ ਨਾਮ ਨਹੀਂ ਪਤਾ, ਕਿ ਉਹ ਜਨਾਬੇ ਵਾਲਾ ਉਹ ਆਪਣੇ ਪਿਓ ਨੂੰ ਮਾਰੇ, ਉਹਦੀ ਖੋਪੜੀ ਦੇ ਵਿੱਚ ਸ਼ਰਾਬ ਪੀਵੇ, ਫਿਰ ਜਾ ਕੇ ਆਪਣੀ ਮਾਂ ਨਾਲ ਜ਼ਨਾ ਕਰੇ, ਉਹ ਫਿਰ ਵੀ ਮੁਸਲਮਾਨ ਰਹਿੰਦਾ। ਇਸ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਹੈ, ਫਿਰ ਵੀ ਮੁਸਲਮਾਨ ਰਹਿੰਦਾ। ਤੇ ਇਹ ਤੇ ਛੋਟੀਆਂ ਗੱਲਾਂ ਨੇ ਕਿ ਕਿਸੇ ਵੀ ਚੀਜ਼ ਤੇ ਤੁਸੀਂ ਕਿਸੇ ਖਲੀਫਾ ਵਕਤ ਦੇ ਨਾਲ ਤੁਸੀਂ ਇਤਰਾਜ਼ ਕਰ ਰਹੇ ਹੋ, ਇਹ ਛੋਟੀਆਂ ਗੱਲਾਂ ਨੇ ਕਿ ਕੋਈ ਐਸੀ ਗੱਲ ਪੇਸ਼ ਕਰ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਗੱਲਾਂ ਦੇ ਉੱਤੇ ਚੁੱਕ ਕੇ ਤੁਹਾਨੂੰ ਸਿਸਟਮ ਤੋਂ ਜਮਾਤ ਇਖਰਾਜ ਕਰ ਦੇ। ਇਸ ਤਰ੍ਹਾਂ ਨਹੀਂ ਹੁੰਦਾ। ਜਾਂ ਤੇ ਮਿਆਰ ਇਕਵਲ ਹੋਣੇ ਚਾਹੀਦੇ ਨੇ, ਮਿਆਰ ਇਕਵਲ ਰੱਖ ਕੇ ਤੁਸੀਂ ਇਤਰਾਜ਼ ਕਰਿਆ ਕਰੋ ਜੀ। ਅਸਲ ਦੇ ਵਿੱਚ ਮੈਂ ਅਰਜ਼ ਕੀਤੀ ਹੈ ਕਿ ਜਿਹੜੀ ਅਸੂਲਾਂ ਦੀ ਗੱਲ ਹੈ, ਮੈਂ ਉਧਰ ਹੀ ਆਉਣ ਲੱਗਾ ਸੀ, ਤੁਸੀਂ ਸੁਣਿਆ ਨਹੀਂ ਕਿ ਇਸਲਾਮ ਕੋਈ ਜੁੱਟ ਨਹੀਂ ਪਾ ਕੇ ਰੱਖੇ। ਇਸਲਾਮ ਨੇ ਅਸੂਲ ਦੱਸੇ ਨੇ ਔਰ ਉਹ ਅਸੂਲ ਔਰ ਉਹਨਾਂ ਦੀਆਂ ਬੁਨਿਆਦਾਂ ਬੜੀਆਂ ਵਾਜ਼ੇ ਨੇ। ਜਿਸ ਤਰ੍ਹਾਂ ਤੁਸੀਂ ਜ਼ਕਾਤ ਦੀ ਮਿਸਾਲ ਦਿੱਤੀ ਹੈ, ਜਾਂ ਨਬੂਵਤ ਦਾ ਇਨਕਾਰ ਕਰਦਾ ਹੈ, ਜਾਂ ਕੁਰਾਨ ਦਾ ਇਨਕਾਰ ਕਰ ਦਿੰਦਾ ਹੈ, ਜਾਂ ਕਿਸੇ ਨਬੀ ਦਾ ਇਨਕਾਰ ਕਰ ਦਿੰਦਾ ਹੈ, ਜਾਂ ਤੌਹੀਦ ਦਾ ਇਨਕਾਰ ਕਰ ਦਿੰਦਾ ਹੈ, ਜਾਂ ਫਰਿਸ਼ਤਿਆਂ 'ਚੋਂ ਕਿਸੇ ਦਾ ਇਨਕਾਰ ਕਰ ਦਿੰਦਾ ਹੈ, ਤੇ ਕੀ ਹੈ ਉਲਾਇਕ ਹੁਮੁਲ ਕਾਫਿरून ਹੱਕਾ, ਉਹ ਪੱਕੇ ਕਾਫਰ ਨੇ। ਇਸਲਾਮ ਨੇ ਅਸੂਲ ਦੇ ਦਿੱਤੇ ਨੇ। ਹੁਣ ਜਿਹੜੇ ਲੋਕ ਇਸ ਅਸੂਲ ਨੂੰ ਜਾਣਦੇ ਨੇ, ਉਹਨਾਂ ਦੇ ਕੋਲੇ ਕੋਈ ਇਸ ਤਰ੍ਹਾਂ ਦੀ ਕੋਈ ਫੋਰਸ, ਕੋਈ ਮੁਕੰਨਨਾ, ਕੋਈ ਆਮਲਾ, ਕੋਈ ਕਾਜ਼ੀ ਨਹੀਂ ਬੈਠਿਆ। ਉਹ ਅਸੂਲ ਨੂੰ ਆਵਾਮ ਵਿੱਚ ਆਮ ਕਰਦੇ ਨੇ। ਇਹ ਅਸੂਲ ਨੇ, ਜਿਹੜਾ ਬੰਦਾ ਇਹਨਾਂ ਅਸੂਲਾਂ ਨੂੰ ਛੱਡੇਗਾ ਉਹ ਸਾਡੀ ਕਮਿਊਨਿਟੀ ਦਾ ਹਿੱਸਾ ਨਹੀਂ ਹੋਣ ਲੱਗਾ, ਮੁਸਲਿਮ ਕਮਿਊਨਿਟੀ ਦਾ ਹਿੱਸਾ ਨਹੀਂ ਹੋਣ ਲੱਗਾ। ਜਦੋਂ ਕਿਸੇ ਨੂੰ ਆਵਾਮ ਨੂੰ ਬਾਸ਼ਊਰ ਕਰ ਦਿੰਦੇ ਨੇ, ਫਿਰ ਆਵਾਮ ਆਸਤਾ ਆਸਤਾ ਧਿੱਕ ਕੇ ਉਹਨੂੰ ਉਂਝ ਸਾਡੇ ਕਰ ਦਿੰਦੀ ਹੈ। ਜਦੋਂ ਉਹ ਕਿਸੇ ਨਬੀ ਦਾ ਇਨਕਾਰ ਕਰੇ, ਜਾਂ ਕੁਰਾਨ ਦਾ ਇਨਕਾਰ ਕਰੇ, ਜਾਂ ਜ਼ਕਾਤ ਦਾ ਜਿਸ ਤਰ੍ਹਾਂ ਤੁਸੀਂ ਮਿਸਾਲ ਦਿੱਤੀ ਇਨਕਾਰ ਕਰੇ, ਤੇ ਉਹ ਆਟੋਮੈਟਿਕ ਹੀ ਬੰਦਾ ਜਿਹੜਾ ਹੈ, ਉਹਨੂੰ ਸਾਰਾ ਮੁਆਸ਼ਰਾ ਉਹਨੂੰ ਕਹਿਣ ਲੱਗ ਪੈਂਦਾ ਵੀ ਤੇਰਾ ਸਾਡੇ ਨਾਲ ਕੋਈ ਲੈਣ ਦੇਣ ਕੋਈ ਨਹੀਂ ਹੈ। ਲੇਕਿਨ ਇਹਦੇ ਤੋਂ ਇਲਾਵਾ ਕਿਸੇ ਕੋਲ ਕੋਈ ਅਥਾਰਟੀ ਨਹੀਂ, ਕੋਈ ਪੁਲਿਸ ਨਹੀਂ, ਕੋਈ ਜੇਲ੍ਹ ਨਹੀਂ, ਕੋਈ ਥਾਣਾ ਨਹੀਂ, ਕੋਈ ਕਚਹਿਰੀ ਨਹੀਂ, ਕੋਈ ਜੱਜ ਨਹੀਂ। ਇੱਕ ਅਸੂਲ ਨੇ ਉਹ ਆਪਣੀ ਜਗ੍ਹਾ ਦੇ ਉੱਤੇ। ਲੇਕਿਨ ਤੁਹਾਡੇ ਹਾਂ ਤੇ ਇੱਕ ਨਿਜ਼ਾਮ ਇਸ ਤਰ੍ਹਾਂ ਦਾ ਹੈ ਕਿ ਉਹਦਾ ਇੱਕ ਬਕਾਇਦਾ ਜੁੱਟ ਪਾਇਆ, ਬੰਦਾ ਇੱਧਰ ਉੱਧਰ ਹੋ ਹੀ ਨਹੀਂ ਸਕਦਾ। ਇੱਥੋਂ ਤੱਕ ਕਿ ਜਮਾਤ ਦੀ ਇਜਾਜ਼ਤ ਤੋਂ ਬਗੈਰ ਅਗਲੇ ਦਿਨ ਗੱਲ ਪੇ ਕਰਦੇ ਸਨ ਦੋ ਬੰਦੇ, ਤੇ ਉਹਨੂੰ ਮੇਰੇ ਖਿਆਲ ਉਂਝ ਹੀ ਦੌੜਾਤਾ ਸੀ ਦਬਕਾ ਦੁਬਕਾ ਮਾਰ ਕੇ ਕਿ ਤੂੰ ਇਹ ਗੱਲਾਂ ਕਰਨਾ ਪਿਆ। ਇਹ ਜਮਾਤ ਦਾ ਜਿਹੜਾ ਨਿਜ਼ਾਮ ਹੈ ਇਜਾਜ਼ਤ ਨਹੀਂ ਦਿੰਦਾ ਟਿਕਟਾਕ ਦੇ ਉੱਤੇ ਬਹਿ ਕੇ ਇਹ ਗੱਲਾਂ ਕਰਨ ਦੀ। ਇਹ ਇਸ ਤਰ੍ਹਾਂ ਦਾ ਇੱਥੇ ਸਿਸਟਮ ਹੈ। ਮੁਸਲਮਾਨਾਂ 'ਚ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈ। ਤੁਸੀਂ ਜੋ ਮਰਜ਼ੀ ਗੱਲ ਕਰੋ, ਨਬੂਵਤ ਦੇ ਬਾਰੇ ਕਰੋ, ਰਿਸਾਲਤ ਦੇ ਬਾਰੇ ਕਰੋ, ਕਿਤਾਬਾਂ ਦੇ ਬਾਰੇ ਕਰੋ, ਫਰਿਸ਼ਤਿਆਂ ਦੇ ਬਾਰੇ ਕਰੋ, ਬਹਿਸਾਂ ਕਰੋ, ਝਗੜਾ ਕਰੋ, ਸ਼ਾਤਮੀਅਤ ਕਰਵਾਓ, ਕਰੋ ਜੋ ਤੁਹਾਡੇ ਨਸੀਬ ਨੇ, ਭੁਗਤੋ, ਆਪਣੇ ਨਿਆਣਾ ਪੁਰਾਣਾ ਨਾਲ ਉੱਡੀ ਜਾਓ, ਤੁਹਾਡਾ ਨਿਜ਼ਾਮ ਹੋਰ। ਲੇਕਿਨ ਉਹ ਮੈਂ ਪਿਆ ਕਹਿਣਾ ਕਿ ਅਗਰ ਕੋਈ ਨਿਜ਼ਾਮ ਦੀ ਉਸ ਦੀ ਮੁਖਾਲਫਤ ਕਰਦਾ ਹੈ ਤੇ ਉਹਨੂੰ ਬਾਉਂਡ ਕਰਨਾ ਨਿਜ਼ਾਮ ਨੇ। ਅਸੀਂ ਅਸੂਲ ਦੱਸਣੇ ਨੇ ਤੇ ਪੂਰੀ ਆਵਾਮ ਜੱਜ ਹੈ। ਆਵਾਮ ਨੇ ਫੈਸਲਾ ਕਰਨਾ ਕਿ ਇਸ ਆਵਾਮ ਦੇ ਫੈਸਲੇ ਦੇ ਮੁਤਾਬਕ ਇਹ ਬੰਦਾ ਜਿਹੜਾ ਜ਼ਕਾਤ ਦਾ ਇਨਕਾਰ ਪਿਆ ਕਰਦਾ ਹੈ, ਨਬੂਵਤ ਦਾ ਇਨਕਾਰ ਪਿਆ ਕਰਦਾ, ਇਹ ਫਾਰਗ ਹੈ। ਇਹ ਸਾਡਾ ਤਰੀਕਾ, ਤੁਹਾਡਾ ਹੋਰ ਤਰੀਕਾ, ਸਾਡਾ ਹੋਰ ਤਰੀਕਾ ਨਹੀਂ। ਇਸ ਤਰ੍ਹਾਂ ਨਹੀਂ ਹੈ ਅਮਰ ਨਜ਼ੀਰ ਸਾਹਿਬ, ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਨਾ। ਵੇਖੋ, ਅਸੀਂ ਨਿਜ਼ਾਮ ਨੂੰ ਨਹੀਂ ਕਹਿਣਾ ਕਿ ਨਿਜ਼ਾਮ ਤੂੰ ਕਰ ਸਾਡੇ ਕਹਿਣ ਤੇ। ਨਿਜ਼ਾਮ ਵੇਖਣ ਡਿਆ, ਉਹ ਬਿਹਤਰ ਸਮਝਦਾ ਕਿ ਉਹਨੇ ਕੀ ਕਰਨਾ। ਇਹ ਜਮਾਤ ਤੋਂ ਹਟ ਕੇ ਵੀ ਕੋਈ ਵੀ ਕਮਿਊਨਿਟੀ ਜਾਂ ਕੋਈ ਵੀ ਮਜ਼ਹਬ ਜਿਹੜਾ ਨਾ ਉਹਦੇ ਕੋਲ ਇੱਕ ਨਿਜ਼ਾਮ ਹੁੰਦਾ ਵੇ, ਉਹਨੇ ਖੁਦ ਵੇਖਣਾ ਹੁੰਦਾ ਉਹਨੇ ਕੀ ਕਰਨਾ। ਇਸ ਤਰ੍ਹਾਂ ਨਹੀਂ ਹੁੰਦਾ। ਕਾਨੂੰਨ ਕੋਈ ਵੀ ਹੈ ਉਹ ਵੇਖਦਾ ਰਹਿੰਦਾ, ਉਸ ਤੋਂ ਬਾਅਦ ਹਰਕਤ 'ਚ ਹੁੰਦਾ। ਠੀਕ ਹੈ ਨਾ। ਬਾਜ਼ ਦਫਾ 1 ਸੈਕਿੰਡ 'ਚ ਹਰਕਤ 'ਚ ਆ ਜਾਂਦਾ, ਬਾਜ਼ ਦਫਾ ਕਈ ਸਾਲ ਲੱਗਦੇ ਨੇ ਨਹੀਂ ਹਰਕਤ 'ਚ ਆਉਂਦਾ। ਤੇ ਇਹ ਅਸੀਂ ਨਹੀਂ ਦੱਸਣਾ ਕਿ ਜਨਾਬ ਹਾਂ ਅਸੀਂ ਉਸ ਬੰਦੇ ਨੂੰ ਦੱਸ ਸਕਦੇ ਹਾਂ ਕਿ ਯਾਰ ਇਹ ਚੀਜ਼ ਤੂੰ ਨਿਜ਼ਾਮ ਦੇ ਖਿਲਾਫ ਕਰ ਰਿਹਾ, ਇਹ ਚੀਜ਼ ਠੀਕ ਨਹੀਂ, ਨਿਜ਼ਾਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਠੀਕ, ਉਹਨੂੰ ਨਹੀਂ ਪਤਾ, ਉਹਨੂੰ ਇਹ ਅਸੀਂ ਦੱਸ ਸਕਦੇ ਹਾਂ ਕਿ ਯਾਰ ਇਹ ਚੀਜ਼ ਨਹੀਂ ਹੈ। ਅਗਰ ਮੈਨੂੰ ਪਤਾ ਹੋਵੇ ਕਿ ਇਹ ਨਿਜ਼ਾਮ ਦੇ ਖਿਲਾਫ ਹੈ, ਇਹ ਨਿਜ਼ਾਮ ਦੇ ਵਕਾਰ ਦੇ ਖਿਲਾਫ ਗੱਲ ਹੋ ਰਹੀ ਹੈ, ਉਸ ਤੋਂ ਬਾਅਦ ਨਿਜ਼ਾਮ ਵੇਖ ਰਿਹਾ, ਉਹ ਜਦੋਂ ਵੀ ਹਰਕਤ 'ਚ ਆਵੇ, ਜਦੋਂ ਵੀ ਉਹ ਕਰਨਾ ਚਾਹਵੇ ਉਹ ਕੰਮ ਕਰ ਸਕਦਾ। ਮੈਂ ਨਹੀਂ ਉਹਨੂੰ ਕਹਿ ਸਕਦਾ ਕਿ ਹੁਣ ਹੀ ਕਰ। ਠੀਕ ਹੈ, ਇਹ ਵੀ ਗੱਲ ਠੀਕ ਹੈ। ਮੈਂ ਤੁਹਾਡੇ ਨਾਲ ਕੋਈ ਇਖਤਲਾਫ ਨਹੀਂ ਕਰਨ ਲੱਗਿਆ ਕਿਸੇ ਵੀ ਗੱਲ ਤੇ ਕਿ ਇਹ ਵੀ ਨਿਜ਼ਾਮ ਗੱਲ ਹੀ ਕਰ ਰਹੇ ਹਾਂ ਇਖਤਲਾਫ। ਹਾਂ, ਨਿਜ਼ਾਮ ਦੀ ਸਵਾਬ ਦੀ ਦੇ ਕਿ ਉਹ ਨਿਜ਼ਾਮ ਨਾਲ ਅਗਰ ਕੋਈ ਬੰਦਾ ਇਖਤਲਾਫ ਕਰਦਾ ਹੈ ਤੇ ਨਿਜ਼ਾਮ ਜਾਣੇ ਤੇ ਉਹ ਬੰਦਾ ਜਾਣੇ, ਨੋਟਿਸ ਲੈਣਾ ਨਹੀਂ ਲੈਣਾ। ਲੇਕਿਨ ਅਗਰ ਲੈਣਾ ਤੇ ਨਿਜ਼ਾਮ ਨੇ ਲੈਣਾ ਹੈ। ਅਸੀਂ ਤਾਂ ਉਹਨੂੰ ਡਿਕਟੇਟ ਨਹੀਂ ਕਰ ਸਕਦੇ ਬਾਹਰੋਂ ਬਹਿ ਕੇ ਵੀ ਤੂੰ ਇਹਨੂੰ ਬੰਦੇ ਨੂੰ ਫਾਰਗ ਕਰ, ਕਿਉਂ ਨਹੀਂ ਕਰਦਾ ਪਿਆ। ਉਹ ਉਹਨਾਂ ਦੀ ਆਪਣੀ ਮਰਜ਼ੀ। ਬਾਰਕੈਫ ਇਹ ਸਿੰਪਲ ਗੱਲ ਹੈ ਕਿ ਅਸੂਲੀ ਤੌਰ ਤੇ ਜਿਹੜਾ ਕਿਸੇ ਨੂੰ ਨਬੀ ਮੰਨਦਾ ਹੈ ਤੇ ਉਹਦੇ ਬਾਅਦ ਉਹਦੇ ਨਾਲ ਇਖਤਲਾਫ ਕਰਦਾ ਹੈ ਤੇ ਉਹਨੂੰ
ਸਾਰੀ ਕਮਿਊਨਿਟੀ ਨੂੰ ਕਹਿਣਾ ਚਾਹੀਦਾ ਹੈ, ਉਹਦੇ ਅਸੂਲ ਹੋਣ ਨਾ ਸਾਰੀ ਕਮਿਊਨਿਟੀ ਦੇ, ਤੇ ਉਹਨੂੰ ਧਿੱਕ ਦਿੰਦੇ ਨੇ ਬਾਹਰ ਕਿ ਬਈ ਤੇਰਾ ਇਸ ਗੱਲ ਨਾਲ ਫਿਰ ਕੀ ਤਲਕ ਹੈ। ਜਦੋਂ ਤੂੰ ਨਬੀ ਨਾਲ ਇਖਤਲਾਫ ਪਿਆ ਕਰਨਾ ਹੈ, ਤੇਰਾ ਇਸ ਕਮਿਊਨਿਟੀ ਨੇ ਆਖੋਂ ਕਿਸੇ ਮੁਸਲਮਾਨਾਂ ਚ ਕਿਸੇ ਬੰਦੇ ਨੂੰ ਆਖੇ ਕਿ ਮੈਂ ਨਬੀ ਪਾਕ ਨਾਲ ਇਖਤਲਾਫ ਕਰ ਸਕਣਾ, ਜੇ ਸ਼ਾਮ ਤੋਂ ਪਹਿਲਾਂ ਡਾਂਗਾਂ ਕੁਹਾੜੀਆਂ ਲੈ ਕੇ ਗੈਰ ਕਾਨੂੰਨੀ ਵੀ ਨਾ ਲੋਕਾਂ ਨੇ ਹਮਲੇ ਕਰ ਦਿੱਤੇ ਜਿਹੜੇ ਕਿ ਨਹੀਂ ਕਰਨੇ ਚਾਹੀਦੇ ਤਾਂ ਆਖਿਓ, ਲੇਕਿਨ ਕਮ ਅਜ਼ ਕਮ ਅਗਰ ਗੈਰ ਕਾਨੂੰਨੀ ਨਾ ਵੀ ਕਰਨ, ਕੋਈ ਕਾਨੂੰਨੀ ਤਰੀਕੇ ਨਾਲ ਵੀ ਉਹਨੂੰ ਰੋਕਣਗੇ ਨਾ, ਉਹਨੂੰ ਕਮਿਊਨਿਟੀ ਚੋਂ ਕੱਢ ਦੇਣਗੇ ਕਿ ਇਹ ਨਬੀ ਪਾਕ ਨਾਲ ਕਹਿੰਦਾ ਮੈਂ ਇਖਤਲਾਫ ਕਰ ਸਕਦਾ, ਤੇ ਨਬੀਆਂ ਨਾਲ ਇਖਤਲਾਫ ਤੇ ਹੋ ਨਹੀਂ ਸਕਦਾ। ਤੇ ਇੱਕ ਅਸੂਲ ਹੈ ਬੜਾ ਵਾਜ਼ਿਬ ਹੈ। ਹੁਣ ਉੱਥੇ ਜਿਹੜੇ ਨੇ ਉਹ ਬੰਦੇ, ਪਹਿਲੀ ਤੇ ਗੱਲ ਹੈ ਕਿ ਨਬੂਵਤ ਤੇ ਇਖਤਲਾਫ, ਹੁਣ ਲਾਹੌਰੀ ਜਿਹੜੇ ਨੇ ਉਹ ਤਾਂ ਉਹਨਾਂ ਨੂੰ ਨਬੀ ਨਹੀਂ ਮੰਨਦੇ, ਉਹਨਾਂ ਨੇ ਸਿਰੇ ਮਿਰਜ਼ਾ ਸਾਹਿਬ ਨੂੰ ਨਬੀ ਨਹੀਂ ਮੰਨਦੇ, ਲੇਕਿਨ ਜਿਹੜੇ ਮੰਨਦੇ ਨੇ ਉਹ ਵੀ ਪਏ, ਟੋਨੀ ਹਾਰ ਦੇ ਬੰਦੇ, ਨਾਸਰ ਸਾਹਿਬ ਹਾਰ ਦੇ ਬੰਦੇ, ਉਹ ਇਖਤਲਾਫ ਕਰੀ ਜਾਂਦੇ ਨੇ। ਬਹਰਹਾਲ ਗੱਲ ਸਾਡੀ ਸ਼ੁਰੂ ਇੱਥੋਂ ਹੋਈ ਹੈ ਜੱਟ ਸਾਹਿਬ, ਕਿ ਅੱਛਾ ਤਰੀਕਾ ਗੱਲ ਕਰਨ ਦਾ ਇਹ ਹੀ ਹੈ ਕਿ ਅਸੀਂ ਉਹਨੂੰ ਪੁੱਛ ਲਈਏ ਵੀ ਤੇਰੇ ਵਾਸਤੇ ਹੁਜਤ ਕਿਹਦੀ ਗੱਲ ਹੈ। ਜੇ ਉਹ ਆਖੇ ਵੀ ਮੈਂ ਉਹਨੂੰ ਨਬੀ ਮੰਨਣਾ ਫਲਾਣੇ ਬੰਦੇ ਨੂੰ, ਤੇ ਉਹਦੀ ਗੱਲ ਮੇਰੇ ਵਾਸਤੇ ਹੁਜਤ ਹੈ, ਤੇ ਜਾਂ ਫਲਾਣੇ ਨੂੰ ਮੈਂ ਖਲੀਫਾ ਮੰਨਣਾ, ਉਹਦੀ ਵੀ ਮੈਂ ਹਰ ਗੱਲ ਨੂੰ ਸਹੀ ਸਮਝਣਾ, ਜਾਂ ਫਲਾਣੇ ਨੂੰ ਮੈਂ ਇਮਾਮ ਮੰਨਣਾ, ਉਹਦੀ ਵੀ ਹਰ ਗੱਲ ਮੇਰੇ ਵਾਸਤੇ ਸਹੀ ਹੈ, ਤੇ ਗੱਲ ਸੋਹਣੀ ਅਗਾਂ ਟੁਰ ਸਕਦੀ। ਜੇ ਉਹ ਆਖੇ ਵੀ ਮੈਂ ਸਿਰਫ ਇਸ ਚੀਜ਼ ਨੂੰ ਮੰਨਣਾ, ਇਹਦੇ ਇਲਾਵਾ ਮੇਰੇ ਵਾਸਤੇ ਕੋਈ ਕਿਸੇ ਦੀ ਗੱਲ ਹੁਜਤ ਨਹੀਂ ਹੈ, ਅਗਰ ਇਹਦੇ ਮੁਤਾਬਕ ਹੋਈ ਤੇ ਮੰਨ ਲਾਂਗੇ, ਨਾ ਹੋਈ ਤਾਂ ਮੈਂ ਨਹੀਂ ਮੰਨਾਂਗਾ। ਮੈਂ ਨਾ ਹਰ ਬੰਦੇ ਨੂੰ ਸਪੇਸ ਦੇਣੀ। ਅਗਰ ਕੋਈ ਜਮਾਤ ਅਹਿਮਦੀਆ ਚ ਵੀ ਬੰਦਾ ਆਦਾ ਹੈ ਕਿ ਮੈਂ ਕੁਰਾਨ ਔਰ ਹਦੀਸ ਤੋਂ ਇਲਾਵਾ ਮਿਰਜ਼ਾ ਸਾਹਿਬ ਦੀ ਗੱਲ ਨੂੰ ਹੁਜਤ ਨਹੀਂ ਸਮਝਦਾ, ਤੇ ਉਹਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਉਹਨੂੰ ਕਹਿਣਾ ਚਾਹੀਦਾ ਵੀ ਠੀਕ ਹੈ, ਤੂੰ ਜਾਣ, ਤੇਰੀ ਕਮਿਊਨਿਟੀ ਜਾਣੇ, ਸਾਡੇ ਸਾਹਮਣੇ ਤੂੰ ਇਹ ਇਕਰਾਰ ਕਰਕੇ ਤੇਰੇ ਵਾਸਤੇ ਮਿਰਜ਼ਾ ਸਾਹਿਬ ਦੀ ਗੱਲ ਹੁਜਤ ਨਹੀਂ, ਅਸੀਂ ਰਿਕਾਰਡ ਕਰ ਲੈਂਦੇ ਹਾਂ, ਤੇਰੇ ਨਾਲ ਕੁਰਾਨ ਦੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦੇ। ਮੈਂ ਆਪਣੇ ਵਾਸਤੇ ਇਸ ਸਮਝਣਾ ਸਹੀ ਨਹੀਂ। ਇਸ ਤਰ੍ਹਾਂ ਵੇਖੋ, ਤੁਸੀਂ ਆਪਣਾ ਮਿਆਰ ਖੁਦ ਹੀ ਸੈੱਟ ਕਰ ਰਹੇ ਹੋ ਨਾ, ਉਹ ਤੁਸੀਂ, ਉਹ ਤੁਹਾਡੇ ਕੋਲ ਵੀ ਰਾਈਟਸ ਨੇ, ਜੰਨ ਮਰਜ਼ੀ ਕਰਦੇ ਜਾਵੋ। ਹੁਣ ਸਾਡੀ ਆਪਣੀ ਮਿਸਾਲ ਲੈ ਲੈਂਦੇ, ਇੱਕ ਲਾਹੌਰੀ ਜਮਾਤ ਹੈ, ਠੀਕ ਹੈ, ਇੱਕ ਜਮਾਤ ਇਸਲਾਹ ਪਸੰਦ ਔਰ ਇੱਕ ਜਮਾਤ ਅਹਿਮਦੀਆ ਖਿਲਾਫਤ ਵਾਲੀ, ਸਹੀ ਹੈ ਨਾ ਜੀ। ਹੁਣ ਇਹਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ, ਹੁਣ ਕਿਸੇ ਨਾਲ ਤੁਸੀਂ ਗੱਲ ਕਰ ਰਹੇ ਹੋ, ਉਹਦੇ ਚ ਤੁਸੀਂ ਪੁੱਛ ਸਕਦੇ ਹੋ, ਜਿਵੇਂ ਤਾਰ ਚੌਹਾਨ ਸਾਹਿਬ ਨੂੰ ਤੁਸੀਂ ਪੁੱਛਦੇ ਹੋ, ਤਾਂ ਉਹ ਕਹਿੰਦੇ ਨੇ ਕਿ ਮੈਂ ਜਮਾਤ ਨੂੰ ਨਹੀਂ ਮੰਨਦਾ, ਖਿਲਾਫਤ ਅਲੀ ਨੂੰ, ਠੀਕ ਹੈ, ਤੇ ਨਾ ਮੈਂ ਮੁਹੰਮਦ ਅਲੀ ਸਾਹਿਬ ਨੂੰ ਮੰਨਣਾ, ਨਾ ਖੁਲਫਾ ਨੂੰ ਮੰਨਣਾ, ਜਿਹਨੂੰ ਅਸੀਂ ਮੰਨਦੇ ਹਾਂ, ਠੀਕ ਹੈ ਨਾ। ਇਹਦੇ ਵਿੱਚ ਵਾਜ਼ੇ ਪਤਾ ਲੱਗ ਜਾਏਗਾ, ਅਗਰ ਤੁਸੀਂ ਮੇਰੇ ਨਾਲ ਗੱਲ ਕਰੋਗੇ ਤਾਂ ਤੁਸੀਂ ਸਾਰੇ ਹਵਾਲੇ ਜਿਹੜੇ ਨੇ ਉਹ ਸਾਡੇ ਖੁਲਫਾ ਦੇ ਹੀ ਦਿਓਗੇ, ਠੀਕ ਹੈ, ਅਜ਼ਮ ਮਸੀਹ ਤੋਂ ਬਾਅਦ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੁਸੀਂ ਜਾ ਕੇ ਅਬਦੁਲ ਗਫਾਰ ਜੰਬਾ ਸਾਹਿਬ ਦੀ ਮਿਸਾਲ ਦਵੋ, ਜਾਂ ਮੌਲਵੀ ਮੁਹੰਮਦ ਅਲੀ ਸਾਹਿਬ ਦੀ ਤੁਸੀਂ ਕੋਈ ਮਿਸਾਲ ਦਵੋ, ਇਸ ਤਰ੍ਹਾਂ ਨਹੀਂ ਹੋ ਸਕਦਾ। ਤੁਸੀਂ ਡਾਇਰੈਕਟਲੀ ਜਿਹੜਾ ਸਾਡੇ ਖੁਲਫਾ ਨੇ ਗੱਲ ਕਹੀ ਹੋਈ ਹੈ ਨਾ, ਉਹਦੇ ਉੱਤੇ ਤੁਸੀਂ ਗੱਲ ਕਰਨੀ ਹੈ। ਇਸੇ ਤਰ੍ਹਾਂ ਇਹ ਨਹੀਂ ਹੋ ਸਕਦਾ ਕਿ ਆਮ ਬੰਦਾ ਇਹ ਗੱਲ ਕਹਿ ਕੇ ਆਪਣੀ ਜਾਨ ਛੁਡਾ ਲੇ ਕਿ ਮੈਂ ਇਹਨੂੰ ਵੀ ਨਹੀਂ ਮੰਨਦਾ, ਇਹਨੂੰ ਵੀ ਨਹੀਂ ਮੰਨਦਾ, ਹਾਂ ਮੈਂ ਬਰੇਲਵੀ ਹੈ ਵਾਂ, ਮੈਂ ਇਮਾਮ ਆਲਾ ਹਜ਼ਰਤ ਦੀ ਇਹ ਗੱਲ ਤੁਸੀਂ ਕੋਈ ਪੇਸ਼ ਕੀਤੀ ਹੈ ਬਈ ਮੈਂ ਨਹੀਂ ਮੰਨਦਾ, ਇਸ ਤਰ੍ਹਾਂ ਨਹੀਂ ਹੁੰਦਾ। ਅੱਛਾ, ਅਸੀਂ ਇੰਜ ਕਰਨੇ ਆ ਕਿ ਇੱਕ ਅਨਬਾਇਸਡ ਗੱਲ ਨੂੰ ਲੈਣੇ ਆ, ਜਿਹਦੇ ਚ ਤੁਹਾਡਾ ਵੀ ਬਾਇਸ ਨਹੀਂ ਹੋਣ ਲੱਗਾ ਤੇ ਮੇਰਾ ਵੀ ਬਾਇਸਨੈਸ ਨਹੀਂ ਹੋਣ ਲੱਗਾ। ਇਹ ਜਿਹੜਾ ਲਾਹੌਰੀ ਹੈ ਨਾ ਹਫੀਜ਼ ਸ਼ੇਖ, ਇਹਨੇ ਇੱਕ ਦਿਨ ਮੈਨੂੰ ਕਿਹਾ ਕਿ ਈਸਾ ਅਲੈਹਿਸਲਾਮ ਬਿਨ ਬਾਪ ਨਹੀਂ ਸਨ। ਮੈਂ ਉਹਨੂੰ ਆਖਿਆ ਵੀ ਤੂੰ ਮਿਰਜ਼ਾ ਸਾਹਿਬ ਦਾ ਪੈਰੋਕਾਰ ਹੈ, ਤੇ ਮਿਰਜ਼ਾ ਸਾਹਿਬ ਨੇ ਲਿਖਿਆ ਹੈ ਕਿ ਜਿਹੜਾ ਬੰਦਾ ਈਸਾ ਅਲੈਹਿਸਲਾਮ ਨੂੰ ਬਿਨ ਬਾਪ ਨਹੀਂ ਮੰਨਦਾ ਉਹ ਮੁਸਲਮਾਨ ਹੀ ਨਹੀਂ। ਉਹਨੇ ਆਖਿਆ ਮਿਰਜ਼ਾ ਸਾਹਿਬ ਨਾਲ ਇਖਤਲਾਫ ਕੀਤਾ ਜਾ ਸਕਦਾ, ਮਿਰਜ਼ਾ ਸਾਹਿਬ ਕਿਹੜੇ ਨਬੀ ਸਨ, ਮੈਨੂੰ ਦੱਸੋ ਵੀ ਮੈਂ ਉਹਦੇ ਸਿਰ 'ਚ ਕਿਹੜਾ ਸੋਟਾ ਮਾਰਾਂ। ਜੇ ਉਹ ਆਪ ਕਹਿੰਦਾ ਕਿ ਮੈਂ ਮਿਰਜ਼ਾ ਸਾਹਿਬ ਨਾਲ ਇਖਤਲਾਫ ਕਰ ਸਕਣਾ ਵਾਂ, ਮੈਂ ਉਹਦੇ ਸਿਰ 'ਚ ਡਾਂਗ ਮਾਰਾਂ? ਨਹੀਂ, ਤੂੰ ਕਿਉਂ ਇਖਤਲਾਫ ਕਰਨਾ ਹੈ? ਇਹੀ ਗੱਲ ਹੈ ਕਿ ਜਦੋਂ ਤੁਸੀਂ ਫਾਰ ਐਗਜ਼ਾਮਪਲ ਇੱਕ ਬੰਦਾ ਜਿਹੜਾ ਵੇ ਕੀ ਨਾ ਲੈਂਦਾ ਬਰੇਲਵੀ ਹੈ ਵੇ, ਔਰ ਉਹਨੂੰ ਇਮਾਮ ਆਲਾ ਹਜ਼ਰਤ ਦੀ ਗੱਲ ਪੇਸ਼ ਕੀਤੀ ਜਾਵੇ ਕੋਈ, ਠੀਕ ਹੈ, ਉਹ ਕਵੇ ਮੈਂ ਤਾਂ ਭਾਈ ਇਸ ਗੱਲ ਨੂੰ ਮੰਨਦਾ ਹੀ ਨਹੀਂ, ਉਹ ਕੀ ਕਰ ਲੋਗੇ ਤੁਸੀਂ? ਉੱਥੇ ਕੁਝ ਵੀ ਨਹੀਂ ਕਰ, ਰੋਲਾ ਖਤਮ ਹੋ ਜਾਏਗਾ। ਇਸੇ ਤਰ੍ਹਾਂ ਉਹ ਕਹਿਣ ਕੇ ਮੈਂ ਭਾਈ ਜੀ ਨਬੀ ਨਹੀਂ ਮੰਨਦਾ, ਤੇ ਠੀਕ ਹੈ ਭਾਈ, ਠੀਕ ਹੈ, ਗੱਲ ਤੇ ਪਹਿਲੇ ਮਿੰਟ 'ਚ ਖਤਮ ਹੋ ਜਾਏਗੀ। ਜੀ ਉਹ ਟਾਈਮ ਔਰ ਘੰਟੇ ਦੋ ਦੀਆਂ ਜਿਹੜੀਆਂ ਡਿਬੇਟਾਂ ਨੇ, ਔਰ ਇੰਨਾ ਲੰਬਾ ਜਿਹੜਾ ਚੱਕਰ ਚੱਲਦਾ, ਉਹ ਇਹਨਾਂ ਚੀਜ਼ਾਂ 'ਚ ਚੱਲਦਾ ਹੈ ਕਿ ਮੁਖਾਲਫੀਨ ਇੱਕ ਦੂਜੇ ਦੀਆਂ ਚੀਜ਼ਾਂ ਕੱਢ ਕੇ ਸਾਹਮਣੇ ਰੱਖ ਕੇ ਉੱਤੇ ਗੁਫ਼ਤਗੂ ਕਰਦੇ ਨੇ, ਔਰ ਉਸੇ ਚੀਜ਼ ਨੂੰ ਡਿਬੇਟ ਕਿਹਾ ਜਾਂਦਾ, ਉਸੇ ਚੀਜ਼ ਤੇ ਘੰਟਾ ਦੋ ਜਿਹੜਾ ਨਾ ਉਹ ਲੱਗ ਜਾਂਦਾ। ਆਵਾਮ ਥੱਲੇ ਉੱਤੇ ਜਿਹੜਾ ਨਾ ਜਿਹਨੂੰ ਕੋਈ ਬੰਦਾ ਫਾਲੋ ਕਰ ਰਿਹਾ ਹੁੰਦਾ, ਉਹਦੀ ਜੇਕਾਰ ਕਰਨੀ ਸ਼ੁਰੂ ਕਰ ਦਿੰਦਾ। ਉਹ ਨਿਰੀ ਲੜਾਈ ਹੈ ਨਾ, ਉਹ ਮੁਨਾਜ਼ਰੇ ਤੋਂ ਜ਼ਿਆਦਾ ਮੁਜਾਦਲਾ ਹੁੰਦਾ ਹੈ। ਤੇ ਅਗਰ ਤੁਸੀਂ ਵਾਜ਼ੇ ਜਿਹੜੀ ਕਹਿ ਰਹੇ ਹੋ ਕਿ ਇੱਕ ਚੀਜ਼ ਵਾਜ਼ੇ ਕਰ ਦਿੱਤੀ ਜਾਵੇ, ਅੱਜ ਕੋਈ ਡਿਬੇਟ ਰੱਖ ਲਓ, ਸਹੀ ਹੈ, ਕੋਈ ਕਿਸੇ ਨਾਲ, ਮਤਲਬ ਜਮਾਤ ਅਹਿਮਦੀਆ ਦੇ ਕਿਸੇ ਬੰਦੇ ਦੀ ਕਿਸੇ ਦੂਸਰੇ ਫਰੀਕ ਦੇ ਨਾਲ ਰੱਖ ਲਓ ਡਿਬੇਟ, ਔਰ ਸਟਾਰਟਿੰਗ 'ਚ ਤੁਸੀਂ ਇਹ ਸ਼ਰਤਾਂ ਰੱਖਣੀਆਂ ਨੇ, ਸਹੀ ਹੈ। ਜੇ ਤੁਹਾਡੀ
ਉਹ ਪਹਿਲਾਂ ਜਿਹੜਾ ਸੈੱਟ ਕਰਦੇ ਨੇ ਨਾ, ਉਹ ਸੈੱਟ ਵੀ ਹੋ ਗਿਆ ਤਾਂ ਗੱਲ ਕਰੇ, ਉੱਥੇ ਗੱਲ ਖਤਮ ਹੋ ਜਾਣੀ ਕਿ ਨਹੀਂ ਭਾਈ ਜੀ ਤੂੰ ਨਹੀਂ ਮੰਨਦਾ, ਤੁਸੀਂ ਜਦੋਂ ਗੱਲ ਕਹਿ ਦੇਣੀ ਕਿ ਮਾਂ ਵਾਲਾ ਦਰਦੀ ਜਾਂ ਤੁਹਾਡੇ ਕਿਸੇ ਬਜ਼ੁਰਗ ਦੀ ਉਹ ਗੱਲ ਜਿਹੜੀ ਹੈ ਮੈਂ ਦੱਸਾਂਗਾ ਕਿ ਮੈਂ ਉਹਨੂੰ ਹੁਜਤ ਮੰਨਣਾ ਕਿ ਨਹੀਂ ਮੰਨਦਾ, ਤੇ ਉਹਨੇ ਕਹਿਣਾ ਅੱਛਾ ਚਲੋ ਠੀਕ ਹੈ, ਫਿਰ ਕੋਈ ਡਿਬੇਟ ਨਹੀਂ ਹੋਣੀ। ਇਸੇ ਤਰ੍ਹਾਂ ਹੀ ਹੋਏਗਾ ਨੈਕਸਟ, ਤੁਸੀਂ ਵੇਖ ਲੈਣਾ ਡਿਬੇਟ ਅੱਗੇ ਚੱਲੇਗੀ ਨਹੀਂ। ਇਹੋ ਹੀ ਗਲਤੀ ਹੈ ਨਾ, ਮੈਂ ਸਰ ਇਸੇ ਦਾ ਹੀ ਜ਼ਿਕਰ ਕਰ ਰਿਹਾ ਕਿ ਇਹ ਹੀ ਗਲਤੀ ਪਾਈ ਜਾਂਦੀ ਹੈ ਜਿਹਨੂੰ ਦੂਰ ਕਰਨ ਦੀ ਜ਼ਰੂਰਤ ਹੈ। ਇੱਥੇ ਅਸੀਂ ਇਹ ਡਿਸਕਸ ਤਾਂ ਪੇ ਕਰਨੇ ਆ ਕਿ ਜਿਹੜੇ 50-60 ਬੰਦੇ ਪੇ ਸੁਣਦੇ ਨੇ ਉਹ ਇਸ ਅਸੂਲ ਨੂੰ ਸਮਝ ਲੈਣ ਤੇ ਪੱਲੇ ਬੰਨ ਲੈਣ ਕਿ ਤੱਕਾਰ ਕੀਤਿਆਂ ਗੱਲ ਨਹੀਂ ਹੈਗਾ ਵੱਧਦੀ, ਉਹ ਨਿਰੀ ਲੜਾਈ ਹੈ। ਜਿਸ ਤਰ੍ਹਾਂ ਅੱਜ ਬਿਲਾਲ ਭਾਈ ਨਾਲ ਉੱਥੇ ਉਹ ਆਂਦੇ ਰਹੇ ਨੇ ਕਿ ਦੱਸੋ ਜੀ ਤੁਸੀਂ ਆਪਣਾ ਦੱਸਦੇ ਹੀ ਨਹੀਂ, ਤੁਸੀਂ ਅਕੀਦਾ ਉਹ ਫਿਰਕਾ ਹੀ ਨਹੀਂ ਦੱਸਦੇ, ਤੁਸੀਂ ਫਿਰਕਾ ਇਹ ਆਂਦੇ ਨੇ ਵੀ ਯਾਰ ਮੈਂ ਅਹਿਲੇ ਸੁन्नत ਹਾਂ, ਲੇਕਿਨ ਇਸ ਤੋਂ ਬਾਅਦ ਮੈਂ ਕਿਤਾਬੋ ਸੁन्नत ਨੂੰ ਮੰਨਣ ਵਾਲਾ ਵਾਂ ਤੇ ਮੇਰੇ ਵਾਸਤੇ ਨਬੀ ਪਾਕ ਦੀ ਗੱਲ ਹੁਜਤ ਹੈ, ਉਹਨਾਂ ਤੋਂ ਬਾਅਦ ਮੇਰੇ ਵਾਸਤੇ ਕਿਸੇ ਦੀ ਗੱਲ ਹੁਜਤ ਨਹੀਂ। ਅਹਿਲੇ ਸੁन्नत ਤੇ 10 ਤੋਂ ਦੇਵਬੰਦੀ ਹੈ, ਹयाती है कि ममाती है, बरेलवी है कि नक्शबंदी है कि चिश्ती है कि सुरवर्दी है। वो आखे मैं कख भी नहीं, मैं अहले सुन्नत हाँ। वो भी मैं तां बयाना भी मैं शिया नहीं, मैनू यह ना समझो कि मेरे वास्ते वो जड़ियां शिया दे 12 इमाम या किताबां जड़ियां ने मैं उन्हां दी गल नूं उन्हां दी कोई तहकीक नूं मनना वा। बिल्कुल मैं सिर्फ उन्हां दे भी अगों 3 4 अगों है ने ना। हां ਇਹ ਕਿੰਨੀ ਸਿੰਪਲ ਗੱਲ ਹੈ, ਲੇਕਿਨ ਇਹਦੇ ਤੇ ਗੱਲ ਅਗਰ ਟੁਰਦੀ ਨਹੀਂ, ਲੜਾਈ 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 ਲੜਾਈ। ਮੈਂ ਕਹਿੰਦਾ ਕਿ ਰਾਈਟ ਦੋਵਾਂ ਵੱਲਾਂ ਨੂੰ ਹੋਣੇ ਚਾਹੀਦੇ ਨੇ। ਅਨਸਰ ਰਜ਼ਾ ਸਾਹਿਬ ਨੇ ਤੁਹਾਡੇ ਤੇ ਉਹ ਕਹਿੰਦੇ ਨੇ ਜੀ ਕਿ ਮੈਂ ਸਿਰਫ ਕੁਰਾਨ ਸੇ ਬਾਤ ਕਰੂੰਗਾ, ਠੀਕ, ਤੁਸੀਂ ਕਹਿ ਦਿਓ ਕਿ ਕੁਰਾਨ ਤੋਂ ਬਾਅਦ ਮੈਨੂੰ ਨਾ ਸਾਹਿਬੇ ਕੁਰਾਨ ਦੀ ਗੱਲ ਮੇਰੇ ਵਾਸਤੇ ਹੁਜਤ ਹੈ, ਨਾ ਮਿਰਜ਼ਾ ਸਾਹਿਬ ਦੀ ਗੱਲ ਮੇਰੇ ਵਾਸਤੇ ਹੁਜਤ ਹੈ, ਮੇਰੇ ਵਾਸਤੇ ਸਿਰਫ ਕੁਰਾਨ ਹੁਜਤ ਹੈ, ਤੇ ਫਿਰ ਠੀਕ ਹੈ, ਫਿਰ ਸਿਰਫ ਕੁਰਾਨ ਨਾਲ ਤੁਹਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਲੇਕਿਨ ਅਗਰ ਤੁਸੀਂ ਕਹਿੰਦੇ ਹੋ ਕਿ ਮਿਰਜ਼ਾ ਸਾਹਿਬ ਦੀ ਹਰ ਗੱਲ ਸਹੀ ਹੈ, ਹੁਜਤ ਹੈ, ਜਾਂ ਨਬੀ ਪਾਕ ਦੀ ਹਰ ਗੱਲ ਸਹੀ ਹੈ ਔਰ ਉਹ ਹੁਜਤ ਹੈ ਮੇਰੇ ਵਾਸਤੇ, ਤੇ ਫਿਰ ਅਗਰ ਕੋਈ ਬੰਦਾ ਤੁਹਾਡੇ ਸਾਹਮਣੇ ਸਹੀ ਹਦੀਸ ਪੇਸ਼ ਕਰ ਦੇ ਜਾਂ ਰੂਹਾਨੀ ਖਜ਼ਾਇਨ ਦਾ ਕੋਈ ਸਫਾ ਪੇਸ਼ ਕਰ ਦੇ, ਮਿਰਜ਼ਾ ਸਾਹਿਬ ਦਾ ਕੋਈ ਹੁਕਮ ਕੋਈ ਤਫਹੀਮ ਪੇਸ਼ ਕਰ ਦੇ, ਫਿਰ ਤੁਹਾਨੂੰ ਸਿਰਫ ਕੁਰਾਨ ਤੋਂ ਗੱਲ ਨਹੀਂ ਕਰਨੀ ਚਾਹੀਦੀ। ਇਹ ਕੋਈ ਲॉजिक ਬਣਦੀ नहीं है। बात सिर्फ कुरान से ते दावा है मेरा अहमदियत का, बात सिर्फ कुरान से दावा है मेरा इस्लाम का, ਕੋਈ ਸੈਂਸ ਨਹੀਂ ਬਣਦੀ। ਤੁਸੀਂ ਇਹ ਕਹਿ ਸਕਦੇ ਹੋ ਨਹੀਂ ਬਣਦੀ ਹੈ ਨਾ, ਮਾਜ਼ਰਤ ਤੁਹਾਡੀ ਗੱਲ ਮੈਂ ਕੱਟ ਰਿਹਾ, ਮੈਂ ਗੱਲ ਕਰ ਰਿਹਾ ਕਿ ਇਹਦੇ ਵਿੱਚ ਇਹ ਗੱਲ ਬਣਦੀ ਹੈ, ਕਿਉਂ ਨਹੀਂ ਬਣਦੀ। ਟਿਕਟੌਕ 2019-20 ਦੀ ਉਦੋਂ ਦਾ ਹੀ ਤੁਹਾਨੂੰ ਪਤਾ ਇੱਥੇ ਬੈਠੇ ਆ। ਪਹਿਲੀ ਚੀਜ਼ ਜਿਹੜੀ ਮੇਨ ਥਿੰਗ ਕਿ ਉਹ ਇਹੀ ਹੈ ਕਿ ਤੁਸੀਂ ਨਬੂਵਤ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਬਸ ਜਦੋਂ ਤੁਸੀਂ ਇਹ ਚੀਜ਼ ਮੰਨ ਜਾਓਗੇ ਕਿ ਹਾਂ ਨਬੀ ਆ ਸਕਦਾ, ਠੀਕ ਹੈ, ਫਿਰ ਅੱਗੋਂ ਉਸ ਬੰਦੇ ਦੀ ਜਿਹੜੀ ਹੈ ਜੋ ਵੀ ਉਹਨੇ ਆ ਕੇ ਗੱਲਬਾਤ ਕੀਤੀ ਹੈ ਜਿਵੇਂ ਮਿਰਜ਼ਾ ਸਾਹਿਬ ਨੇ, ਉਹਦੇ ਤੇ ਤੁਸੀਂ ਫੇਰ ਗੱਲ ਕਰ ਸਕਦੇ ਹੋ। ਤੁਸੀਂ ਉਸ ਪਾਸੇ ਕੋਈ ਬੰਦਾ ਆਉਂਦਾ ਹੀ ਨਹੀਂ। ਡਿਬੇਟ ਮੇਰੇ ਖਿਆਲ ਨਾਲ ਸਾਰੇ ਮੁੱਦੇ ਖਤਮ ਹੋ ਜਾਂਦੇ ਨੇ, ਸਾਰੇ ਇਲਜ਼ਾਮ ਹੈ ਗਾਲੀ ਗਲੋਚ ਹਰ ਚੀਜ਼ ਖਤਮ ਹੋ ਜਾਂਦੀ ਹੈ ਅਗਰ ਇਹ ਚੀਜ਼ ਪ੍ਰੂਫ ਕਰ ਦਿੱਤੀ ਜਾਵੇ ਕਿ ਭਾਈ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਕਿਸੇ ਵੀ ਕਿਸਮ ਦਾ ਨਬੀ ਨਹੀਂ ਆ ਸਕਦਾ, ਬਸ ਖਤਮ ਹੈ, ਹੁਣ ਨਬੀ ਕੋਈ ਨਹੀਂ ਆਉਣਾ, ਠੀਕ ਹੈ, ਫੇਰ ਠੀਕ ਹੈ। ਇਹ ਜਿਹੜੇ ਸਵਾਲ ਔਰ ਸਿਰਫ 30 ਸੈਕਿੰਡ ਹੋਦੇ ਹੋ ਜੇ, ਇਹ ਜਿਹੜੇ ਸਵਾਲ ਔਰ ਇਤਰਾਜ਼ਾਤ ਜਿਹੜੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ। ਅਗਰ ਤੁਸੀਂ ਮੰਨ ਜਾਓਗੇ ਕਿ ਇਸ ਤੋਂ ਬਾਅਦ ਨਬੀ ਆ ਸਕਦਾ ਹੈ ਤੇ ਫਿਰ ਅੱਗੇ ਡਿਬੇਟ ਹੋ ਸਕਦੀ ਹੈ ਕਿ ਕਿਆ ਮਿਰਜ਼ਾ ਸਾਹਿਬ ਹੈ ਨੇ ਨਬੀ ਜਾਂ ਨਹੀਂ ਹੈ, ਉਸ ਮਿਆਰ ਤੇ ਉਤਰਦੇ ਨੇ ਜਾਂ ਨਹੀਂ ਉਤਰਦੇ। ਉਸ ਪਾਸੇ ਕੋਈ ਜਾਂਦਾ ਹੀ ਨਹੀਂ। ਦੂਸਰੀ ਡਿਬੇਟ ਹਜ਼ਰਤ ਈਸਾ ਅਲੈਹਿਸਲਾਮ ਦੀ, ਇਹ ਦੋ ਡਿਬੇਟਾਂ ਦੇ ਉੱਤੇ ਗੱਲ ਹੋਣੀ ਚਾਹੀਦੀ, ਉਹ ਹੁੰਦੀ ਨਹੀਂ। ਉਹ ਗੱਲ ਹੈ ਕਿ ਸਾਡਾ ਵਿੱਚ ਬਸ ਆਏ ਅਸੀਂ ਉੱਤੇ ਬਾਤ ਤਬਲੀਗ ਕਰਨੀ ਹੈ, ਕਰਨਾ ਨਹੀਂ, ਅਸਲ ਇਹ ਦੋ ਚੀਜ਼ਾਂ ਨੇ ਬਸ। ਜੀ ਮੈਂ ਕਿਹਾ ਕਿ ਜਿੰਨੀ ਗੱਲ ਤੁਸੀਂ ਤੇ ਕਰਦੇ ਹੋ ਤੁਸੀਂ ਮੌਜੂ ਦੇ ਮੁਤਲਕ ਪੇ ਕਰਦੇ ਹੋ ਕਿ ਮੌਜੂ ਕੀ ਹੋਣਾ ਚਾਹੀਦਾ। ਮੌਜੂ ਇਹ ਵੀ ਹੋ ਸਕਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨਬੀ ਆ ਸਕਦਾ ਹੈ ਜਾਂ ਨਹੀਂ ਆ ਸਕਦਾ, ਠੀਕ, ਲੇਕਿਨ ਮੈਂ ਤੁਹਾਨੂੰ ਦਲੀਲ ਕਿੱਥੋਂ ਦੇਣੀ ਹੈ। ਤੁਸੀਂ ਅਗਰ ਕਹਿੰਦੇ ਹੋ ਕਿ ਸਿਰਫ ਕੁਰਾਨ ਚ ਦੇਣੀ ਹੈ, ਇਹਦਾ ਮਤਲਬ ਹੈ ਕਿ ਤੁਹਾਡੇ ਸਾਹਮਣੇ ਤੁਹਾਡੇ ਮੁਸਲਮਾਤ ਤੁਸੀਂ ਇਨਕਾਰ ਕਰ ਦਿੱਤਾ ਹੈ ਸਾਹਿਬ ਕੁਰਾਨ ਦੀ ਗੱਲ ਦਾ ਵੀ ਤੇ ਮਿਰਜ਼ਾ ਸਾਹਿਬ ਦੀ ਗੱਲ ਦਾ ਵੀ। ਤੁਹਾਡੇ ਵਾਸਤੇ ਹੁਜਤ ਨਹੀਂ ਹੈ। ਅਗਰ ਉਹ ਤੁਹਾਡੇ ਵਾਸਤੇ ਹੁਜਤ ਨੇ ਤੇ ਫਿਰ ਤੁਸੀਂ ਇਹ ਆਖੋ ਕਿ ਮੈਂ ਮੌਜੂ ਐਸੇ ਤੇ ਗੱਲ ਕਰਾਂਗਾ ਕਿ ਨਬੀ ਆ ਸਕਦਾ ਕਿ ਨਹੀਂ ਆ ਸਕਦਾ। ਮੇਰੇ ਸਾਹਮਣੇ ਕੁਰਾਨ ਚ ਦਲੀਲ ਪੇਸ਼ ਕਰ ਦੇ, ਸਾਹਿਬ ਕੁਰਾਨ ਦੀ ਗੱਲ ਪੇਸ਼ ਕਰ ਦੇ ਜਾਂ ਮਿਰਜ਼ਾ ਸਾਹਿਬ ਦੀ ਗੱਲ ਪੇਸ਼ ਕਰ ਦੇ, ਮੈਨੂੰ ਇਹ ਕਬੂਲ ਹੋਵੇਗੀ। ਇਹਨਾਂ ਤਰ੍ਹਾਂ ਚ ਕਿਸੇ ਦੀ ਵੀ ਗੱਲ ਹੋਏਗੀ, ਜ਼ਾਹਿਰ ਹੈ ਕਿ ਜਦੋਂ ਮੈਂ ਮੰਨਣਾ ਕਿ ਨਬੀ ਪਾਕ ਨੇ ਕੋਈ ਗੱਲ ਕੁਰਾਨ ਦੇ ਖਿਲਾਫ ਨਹੀਂ ਕੀਤੀ ਜਾਂ ਮਿਰਜ਼ਾ ਸਾਹਿਬ ਨੇ ਕੋਈ ਗੱਲ ਕੁਰਾਨ ਦੇ ਖਿਲਾਫ ਨਹੀਂ ਕੀਤੀ,
ਤੇ ਫਿਰ ਮੈਂ ਉਹਨਾਂ ਦੀ ਗੱਲ ਤੋਂ ਦੌੜਨਾ ਕਿਉਂ ਹੈ? ਲਿਆਓ ਮਿਰਜ਼ਾ ਸਾਹਿਬ ਦੀ ਮੇਰੇ ਧਰੋ ਤਹਿਰੀਰ, ਐਸੇ ਮੌਜੂ ਤੇ ਗੱਲ ਕਰ ਲਓ ਜਾਂ ਕਿਸੇ ਹੋਰ ਮੌਜੂ ਤੇ ਵਫਾਤੇ ਹਯਾਤ ਮਸੀਹ ਤੇ ਗੱਲ ਕਰ ਲਓ, ਲੇਕਿਨ ਗੱਲ ਕਰਨ ਲੱਗਿਆ ਇਹ ਮੁਸਲਮਾਤ ਆਪਣੇ ਦੱਸੋ ਵੀ ਮੁਸਲਮਾਨ ਤੁਹਾਡੇ ਬਾਅਦ ਉੱਜਤ ਕਿਹਦੀ ਗੱਲ ਹੈ? ਇਹ ਤੇ ਮੌਜੂ ਹੈ ਨਾ ਜਿਹੜਾ ਤੁਸੀਂ ਦੱਸੋ। ਨਹੀਂ, ਮੁਸਲਮਾਤ ਜਿਹੜੀ ਹੈ ਨਾ, ਜ਼ਾਹਿਰੀ ਗੱਲ ਹੈ ਕਿ ਅਸੀਂ ਕੁਰਾਨ ਤੋਂ ਹੀ ਸਾਬਤ ਕਰਨਾ ਨਾ। ਹੁਣ ਅਗਰ ਮਿਰਜ਼ਾ ਸਾਹਿਬ ਤੋਂ ਕਿਸ ਤਰ੍ਹਾਂ ਸਾਬਤ ਕਰ ਸਕਦੇ? ਤੁਸੀਂ ਸਾਡੇ ਮੁਖਾਲਫੀਨ ਹੋ, ਠੀਕ ਹੈ, ਉਹ ਕਿਸ ਤਰ੍ਹਾਂ ਸਾਬਤ ਹੋ ਸਕਦਾ? ਨਹੀਂ ਹੋ ਸਕਦਾ। ਉਹਨਾਂ ਦੀ ਗੱਲ ਕਹੀ ਹੋਈ ਤੁਸੀਂ ਕਦੀ ਵੀ ਨਹੀਂ ਮੰਨੋਗੇ। ਅਸਲ ਗੱਲ ਹੈ ਕਿ ਕੁਰਾਨ ਕਰੀਮ ਤੋਂ ਹੀ ਵੇਖਣਾ ਹੈ, ਇਹੀ ਮੌਜੂ ਹੈ ਅਸਲ। ਕਿ ਜਦੋਂ ਇੱਕ ਚੀਜ਼ ਹੈ ਕਿ ਤੁਸੀਂ ਇੱਕ ਚੀਜ਼ ਦਾ ਹੈ ਹੀ ਇਨਕਾਰੀ ਹੋ ਕਿ ਇਸ ਤੋਂ ਬਾਅਦ ਨਬੀ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਕੋਈ ਨਬੀ ਆ ਹੀ ਨਹੀਂ ਸਕਦਾ। ਫਿਰ ਜਦੋਂ ਆ ਹੀ ਨਹੀਂ ਸਕਦਾ ਤਾਂ ਫਿਰ ਬਹਿਸ ਕਾਹਦੀ ਹੈ? ਫਿਰ ਉਹਨਾਂ ਦੇ ਉੱਤੇ ਕਿਰਦਾਰ ਕਸ਼ੀ ਜਾਂ ਕਿਸ ਤਰ੍ਹਾਂ ਦੇ ਸਵਾਲਾਤ ਔਰ ਇਤਰਾਜ਼ਾਤ ਕਰਨ ਦਾ ਮੈਨੂੰ ਨਹੀਂ ਸਮਝ ਆਉਂਦੀ। ਔਰ ਕਿਸ ਚੀਜ਼ ਦੀਆਂ ਬਹਿਸਾਂ ਇੱਥੇ ਜਾਰੀ ਰਹਿੰਦੀਆਂ ਨੇ। ਜਦੋਂ ਇੱਕ ਚੀਜ਼ ਖਤਮ ਹੈ ਹੀ ਖਤਮ ਹੈ, ਉਸ ਤੋਂ ਬਾਅਦ ਨਬੀ ਨਹੀਂ ਆ ਸਕਦਾ, ਤਾਂ ਫਿਰ ਤੁਹਾਡੇ ਰਾਹ ਅਲੱਗ ਨੇ, ਸਾਡੇ ਅਲੱਗ ਨੇ। ਅਗਰ ਤੁਸੀਂ ਇਸ ਚੀਜ਼ ਤੇ ਐਗਰੀ ਹੁੰਦੇ ਹੋ ਅਗਰ, ਤੇ ਫਿਰ ਅੱਗੇ ਆ ਕੇ ਗੱਲ ਹੋ ਸਕਦੀ ਹੈ। ਮੁਸਲਮਾਨ ਤੁਸੀਂ ਗੱਲ ਕੀਤੀ ਹੈ, ਮਿਰਜ਼ਾ ਸਾਹਿਬ ਦੇ ਮੁਸਲਮਾਨ ਦੇ ਵਿੱਚ ਤਾਂ ਫਿਰ ਆਉਂਦੇ ਹੀ ਨਹੀਂ ਨੇ। ਜਦੋਂ ਪਹਿਲਾਂ ਇਹ ਚੀਜ਼ ਸਾਬਤ ਕਰਨੀ ਹੋਏ ਕਿ ਨਬੀ ਆ ਸਕਦੇ ਨੇ ਜਾਂ ਨਹੀਂ ਆ ਸਕਦੇ, ਉਹ ਕੁਰਾਨ ਤੋਂ ਹੀ ਸਾਬਤ ਹੋਣੇ ਨੇ। ਕੁਰਾਨ ਕਰੀਮ, ਹਦੀਸ, ਇਹ ਦੋ ਚੀਜ਼ਾਂ ਤੋਂ ਇਲਾਵਾ ਤੁਸੀਂ ਹੋਰ ਕਿਤੋਂ ਹੀ ਕੁਝ ਨਹੀਂ ਕਰ ਸਕਦੇ। नहीं देखो ना, असल गल है कि मिर्जा साहब का दावा है कि कुरान मैंने सिखाया गया है, खुदा ने मैंने सिखाया है, और जो खुदा की तरफ से मामूर होकर हकम बनकर आया है, जो माने कुरान शरीफ के वो करेगा वो सही होंगे, और जिस हदीस को वो सही करार देगा वही सही होगी। तो मिर्जा साहब का दावा ये है, जो मिर्जा साहब का मानने वाला है वो मिर्जा साहब पे हट के कौन सा कुरान पेश करेगा? उसको तो अकल ही, उसको तो समझ ही नहीं दी गई कुरान की। मिर्जा साहब कहते मुझे अकल दी गई कुरान की। ਕੁਰਾਨ ਸਾਹਿਬ ਤੁਸੀਂ ਸ਼ਾਇਦ ਮੇਰੇ ਖਿਆਲ ਕਿਰੇ ਪਿੱਛੇ ਚਲੇ ਗਏ ਸੋ ਅਵੇਸ ਹੋ, ਤੁਸੀਂ ਗੱਲ ਨਹੀਂ ਸੁਣੀ। ਮੈਂ ਤੇ ਕਹਿਣਾ ਕਿ ਹੁਣ ਗੱਲ ਮੁੱਕ ਚੱਲੀ ਸਾਡੀ, ਅਸੀਂ ਨੁਕਤੇ ਤੇ ਆ ਗਏ ਐਂਡ ਤੇ ਥੋੜਾ ਜਿਹਾ 2-4 ਮਿੰਟ ਸਾਨੂੰ ਹੋਰ ਦੇ ਦਿਓ ਗੱਲ ਕਰਨ। ਗੱਲ ਇਹ ਹੈ ਜੱਟ ਸਾਹਿਬ ਕਿ ਮੈਂ ਮਿਰਜ਼ਾ ਸਾਹਿਬ ਦੀ ਗੱਲ ਤੁਹਾਡੇ ਅੱਗੇ ਕਿਉਂ ਪੇਸ਼ ਕਰ ਸਕਣਾ ਜਦ ਕਿ ਮੇਰੇ ਵਾਸਤੇ ਮਿਰਜ਼ਾ ਸਾਹਿਬ ਉੱਜਤ ਨਹੀਂ। ਜਿਸ ਤਰ੍ਹਾਂ ਕ੍ਰਿਸਚਨ ਮੇਰੇ ਅੱਗੇ ਕੁਰਾਨ ਵੀ ਪੇਸ਼ ਕਰ ਸਕਦਾ ਹੈ ਤੇ ਸਾਹਿਬੇ ਕੁਰਾਨ ਦੀ ਗੱਲ ਵੀ ਪੇਸ਼ ਕਰ ਸਕਦਾ ਹੈ, ਹਾਲਾਂਕਿ ਉਹਦੇ ਵਾਸਤੇ ਨਾ ਕੁਰਾਨ ਉੱਜਤ ਹੈ ਨਾ ਸਾਹਿਬੇ ਕੁਰਾਨ ਉੱਜਤ, ਲੇਕਿਨ ਉਹ ਮੇਰੇ ਮੁਸਲਮਾਨ ਚ ਦਲੀਲ ਦੇ ਕੇ ਮੈਨੂੰ ਕਹਿੰਦਾ ਹੈ ਕਿ ਇਹ ਵੇਖ ਕੁਰਾਨ ਚ ਲਿਖਿਆ ਈਸਾ ਅਲੈਹਿਸਲਾਮ ਦੀ ਇਤਾਅਤ ਕਰਨੀ ਜ਼ਰੂਰੀ ਹੈ, ਨਬੀ ਪਾਕ ਨੇ ਫਰਮਾਇਆ ਈਸਾ ਅਲੈਹਿਸਲਾਮ ਦੀ ਇਤਾਅਤ ਨਾਲ ਨਜਾਤ ਹੈ। ਇਹ ਵੇਖੋ ਕੁਰਾਨ ਨੇ ਲਿਖਿਆ ਈਸਾ ਅਲੈਹਿਸਲਾਮ ਮਾਸੂਮ ਨੇ, ਇਹ ਵੇਖੋ ਈਸਾ ਅਲੈਹਿਸਲਾਮ ਜਿਹੜੇ ਨੇ ਹਦੀਸ ਵਿੱਚ ਆਉਂਦਾ ਹੈ ਉਹ ਸ਼ੈਤਾਨ ਦੇ ਮਸ ਤੋਂ ਮਹਿਫੂਜ਼ ਰਹੇ, ਤੇ ਇਹ ਵੇਖੋ ਉਹਨਾਂ ਨੇ ਅੱਲਾਹ ਤਾਲਾ ਨੇ ਆਖਿਆ ਕਿ ਜਿਹੜਾ ਈਸਾ ਅਲੈਹਿਸਲਾਮ ਦੀ ਇਤਬਾ ਕਰੇਗਾ ਉਹ ਉਹਨਾਂ ਨੂੰ ਮੈਂ ਗਲਬਾ ਦਿਆਂਗਾ। ਕਿ ਇਹ ਕ੍ਰਿਸਚਨ ਦਾ ਹੱਕ ਹੈ ਨਾ? ਕਿਉਂ ਬਈ ਕੁਰਾਨ ਮੇਰੇ ਮੁਸਲਮਾਨ ਚ ਸ਼ਾਮਲ ਹੈ, ਉਹ ਮੇਰੇ ਅੱਗੇ ਮੇਰੇ ਮੁਸਲਮਾਨ पे ਰੱਖਦਾ, ਉਹਦਾ ਰਾਈਟ ਬਣਦਾ ਰੱਖਣਾ। ਐਸੇ ਹੀ ਤਰ੍ਹਾਂ ਮੇਰਾ ਵੀ ਰਾਈਟ ਬਣਦਾ ਹੈ ਕਿ ਮੈਂ ਤੁਹਾਡੇ ਅੱਗੇ ਤੁਹਾਡੇ ਮੁਸਲਮਾਨ ਰੱਖਾਂ, ਭਾਵੇਂ ਉਹ ਮੈਨੂੰ ਕਬੂਲ ਨਹੀਂ ਲੇਕਿਨ ਤੁਹਾਨੂੰ ਉਹ ਕਬੂਲ ਹੋਣੇ ਚਾਹੀਦੇ ਨੇ। ਸਰ ਮੁਖਾਲਫਾਨਾ ਗੁਫ਼ਤਗੂ ਐਸੇ ਤਰਜ਼ ਤੇ ਹੁੰਦੀ ਹੈ, ਔਰ ਇਹ ਕਾਨੂੰਨ ਸਿਰਫ ਤੁਹਾਡੇ ਵਾਸਤੇ ਨਹੀਂ ਸਾਰੀ ਦੁਨੀਆ ਵਾਸਤੇ। ਜਿਸ ਤਰ੍ਹਾਂ ਮੈਂ ਪਹਿਲਾਂ ਆਪਣੀ ਮਿਸਾਲ ਦਿੱਤੀ ਹੈ ਕਿ ਕ੍ਰਿਸਚਨ ਮੇਰੇ ਅੱਗੇ ਕੁਰਾਨ ਔਰ ਸਾਹਿਬ ਕੁਰਾਨ ਦੀ ਮਿਸਾਲ ਪੇਸ਼ ਕਰ ਸਕਦਾ ਹੈ, ਦਲੀਲ ਪੇਸ਼ ਕਰ ਸਕਦਾ ਹੈ, ਮੈਂ ਤੁਹਾਡੇ ਅੱਗੇ ਤੁਹਾਡੇ ਮੁਸਲਮਾਨ ਵਿੱਚੋਂ ਦਲੀਲ ਪੇਸ਼ ਕਰ ਸਕਣਾ, ਭਾਵੇਂ ਮੈਂ ਉਹਨਾਂ ਨੂੰ ਆਪ ਗਲਤ ਮੰਨਾਂ ਜਾਂ ਸਹੀ ਮੰਨਾਂ, ਲੇਕਿਨ ਤੁਹਾਨੂੰ ਮੈਂ ਫੋਰਸ ਕਰ ਸਕਣਾ ਕਿ ਜਾਂ ਇਹਨੂੰ ਮੰਨ ਲਓ ਤੇ ਜਾਂ ਇਹਨੂੰ ਛੱਡ ਦਿਓ। ਇਹ ਤੁਹਾਡੇ ਮਿਰਜ਼ਾ ਸਾਹਿਬ ਨੇ ਇਹ ਗੱਲ ਲਿਖੀ। ਐਸੇ ਮੌਜੂ ਤੇ ਗੱਲ ਕਰ ਲੈਂਦੇ ਆ ਕਿ ਨਬੀ ਆ ਸਕਦਾ ਕਿ ਨਹੀਂ ਆ ਸਕਦਾ, ਲੇਕਿਨ ਤੁਹਾਡੇ ਮੁਸਲਮਾਨ ਉਹ ਨੇ ਜਿਨ੍ਹਾਂ ਨੂੰ ਤੁਸੀਂ ਆਖੋਗੇ ਕਿ ਮੇਰੇ ਵਾਸਤੇ ਉੱਜਤ ਨਹੀਂ, ਜਾਂ ਕਹਿ ਦਿਓ ਮੇਰੇ ਵਾਸਤੇ ਉੱਜਤ ਨਹੀਂ, ਤੇ ਮੇਰੇ ਮੁਸਲਮਾਨ ਉਹ ਨੇ ਜਿਨ੍ਹਾਂ ਨੂੰ ਮੈਂ ਆਖਾਂਗਾ ਮੇਰੇ ਵਾਸਤੇ ਉੱਜਤ ਨਹੀਂ, ਜਿਨ੍ਹਾਂ ਨੂੰ ਮੈਂ ਆਖਾਂਗਾ ਮੈਂ ਇਹਨਾਂ ਨੂੰ ਉੱਜਤ ਨਹੀਂ ਮੰਨਦਾ, ਉਹ ਮੇਰੇ ਮੁਸਲਮਾਨ ਨੇ। ਇਹ ਸਿੰਪਲ ਹੈ। ਇਹਦੇ ਤੋਂ ਸਾਡਾ ਇਤਫਾਕ ਹੋ ਜਾਣਾ ਚਾਹੀਦਾ। ਇੱਕ ਛੋਟੀ ਜਿਹੀ ਗੱਲ ਕਰ ਲਾ ਨਾ ਸਾਹਿਬ ਅਹਿਮਦ ਭਾਈ, ਅਗਰ ਤੁਸੀਂ ਗੱਲ ਕਰਨੀ ਹੈ ਕਰ ਲਓ, ਮੈਂ ਇੱਕ ਛੋਟਾ ਜਿਹਾ ਪੁਆਇੰਟ ਰੱਖਣਾ ਸੀ। ਕਰ ਲਓ ਤੁਸੀਂ ਕਰ ਲਓ। ਬਹੁਤ ਸ਼ੁਕਰੀਆ। ਦੇਖੋ ਜਿਸ ਤਰ੍ਹਾਂ ਅਲਾਮਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਹੈ ਵੀ ਜਿਸ ਤਰ੍ਹਾਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਹਵਾਲੇ ਨਾਲ ਜਦੋਂ ਕਿਸੇ ਨਾਲ ਗੱਲ ਹੁੰਦੀ ਹੈ ਤੇ ਅਸੀਂ ਜ਼ਾਹਿਰ ਪਤਾ ਰਸੂਲੁੱਲਾਹ ਦੀ ਤਾਲੀਮ ਪੇਸ਼ ਕਰਦੇ ਨਾ, ਕੁਰਾਨ, ਸੁन्नत, ਹਦੀਸ, ਸਾਰੀਆਂ ਚੀਜ਼ਾਂ। ਹੁਣ ਅਗਰ ਕੋਈ ਅਸੀਂ ਵੀ ਇਹੀ ਸ਼ਰਤ ਰੱਖ ਲਈ ਤਾਂ ਅਸੀਂ ਕਿ ਰਸੂਲੁੱਲਾਹ ਦੀ ਅਸੀਂ ਤਾਲੀਮ ਦੇ ਉੱਤੇ ਗੱਲ ਹੀ ਨਹੀਂ ਕਰਨੀ, ਤੇ ਫਿਰ ਅਸੀਂ ਕਿਹਦੇ ਤੇ ਗੱਲ ਕਰਾਂਗੇ? ਇਸੇ ਤਰ੍ਹਾਂ ਜਿਹੜਾ ਨਬੂਵਤ ਵਾਲੀ ਗੱਲ ਹੈ ਤੁਹਾਡੇ ਮੁਤਾਬਿਕ ਇਹ ਮਿਰਜ਼ਾ ਸਾਹਿਬ ਨੇ ਇਹ ਫਹਿਮ ਦਿੱਤਾ ਹੈ ਕਿ ਨਬੂਵਤ ਜਾਰੀ ਹੈ। ਇਹਦੇ ਤੇ ਮੇਰਾ ਥੋੜਾ ਪੁਆਇੰਟ ਆਫ ਵਿਊ ਡਿਫਰੈਂਟ, ਦੂਸਰਾ ਦਾ ਹੋਰ ਹੋਏਗਾ, ਲੇਕਿਨ ਇਹ ਮਿਰਜ਼ਾ ਸਾਹਿਬ ਨੇ ਇਹ ਗੱਲ ਕੀਤੀ ਹੈ ਨਾ, ਤੇ ਇਹ ਅਸੀਂ ਉਹਨਾਂ ਦੀਆਂ ਕਿਤਾਬਾਂ ਨੂੰ ਵੀ ਤੇ ਵੇਖਾਂਗੇ ਨਾ। ਹਾਂ, ਅਗਰ
ਕਿਸੇ ਦੂਸਰੇ ਦੀ ਗੱਲ ਹੋਵੇ, ਯਾਨੀ ਜਿੱਦਾਂ ਅਗਰ ਮਿਰਜ਼ਾ ਬਸ਼ੀਰਉੱਦੌਲਾ ਮਹਿਮੂਦ ਸਾਹਿਬ ਦੀ ਹੋਵੇ, ਤੁਹਾਡੇ ਵਾਸਤੇ ਹੋ ਸਕਦਾ ਉਹਨਾਂ ਦੀ ਗੱਲ ਹੋ ਜੇ ਤਾਂ ਹੋਵੇ, ਉਹਨਾਂ ਕਿਸੇ ਹੋਰ ਵਾਸਤੇ ਨਾ ਹੋਵੇ। ਮੁਹੰਮਦ ਅਲੀ ਲਾਹੌਰੀ ਸਾਹਿਬ ਦੀ ਇਹ ਮਿਸਾਲ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਨਬੀ ਨਹੀਂ ਮੰਨਦੇ। ਇਸੇ ਤਰ੍ਹਾਂ ਦੂਸਰੇ ਕੋਈ ਵੀ ਤੁਹਾਡੇ ਆਲਮੇ ਦੀਨ ਨੇ, ਉਹਨਾਂ ਦੀ ਗੱਲ ਕੋਈ ਦੂਸਰੀ ਵੀ ਹੋ ਸਕਦੀ ਹੈ। ਉਹਨਾਂ ਦੇ ਨਾਲ ਤੇ ਅਸੀਂ ਨਾ ਉਹਨਾਂ ਦੀ ਤਾਲੀਮ ਤੇ ਪੇਸ਼ ਨਹੀਂ ਕਰ ਸਕਦੇ। ਅਸੀਂ ਅਗਰ ਕਿਸੇ ਇਨਸਾਨ ਨੇ ਕੋਈ ਦਾਅਵਾ ਕੀਤਾ ਹੈ ਕਿ ਨਬੂਵਤ ਜਾਰੀ ਹੈ ਜਾਂ ਕੋਈ ਦੂਸਰੀ ਚੀਜ਼ ਹੈ, ਤੇ ਅਸੀਂ ਉਹਦੀ ਤਾਲੀਮਾਤ ਵੀ ਵੇਖਾਂਗੇ। ਜਿਸ ਤਰ੍ਹਾਂ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਦੇ ਹਵਾਲੇ ਨਾਲ ਹੈ ਕਿ ਉਹ ਨਬੀ ਨੇ, ਤੇ ਅਸੀਂ ਰਸੂਲੁल्लाह ਦੀ ਤਾਲੀਮਾਤ ਨੂੰ ਅਗਰ ਛੱਡ ਦਈਏ ਤੇ ਫਿਰ ਕੀ ਚੀਜ਼ ਹੈ ਜਿਹਦੇ ਉੱਤੇ ਅਸੀਂ ਬਹਿਸ ਕਰਾਂਗੇ? ਕੋਈ ਚੀਜ਼ ਨਹੀਂ ਰਹੀ ਸਾਡੇ ਕੋਲ। ਮਗਰ ਉਹ ਦੋਨੋਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਨੇ। ਅਗਰ ਇੱਕ ਮੁਸਲਮਾਨ ਕਿਸੇ ਮਸੀਹੀ ਨਾਲ ਗੱਲ ਕਰ ਰਿਹਾ ਹੈ ਤੇ ਜ਼ਾਹਰੀ ਬਾਤ ਹੈ ਬਾਈਬਲ ਵੀ ਅੰਡਰ ਡਿਸਕਸ਼ਨ ਹੋਏਗੀ ਤੇ ਜਿਹੜੀ ਕੁਰਾਨ ਹੈ ਉਹ ਵੀ ਅੰਡਰ ਡਿਸਕਸ਼ਨ ਰਹੇਗਾ। ਲਿਹਾਜ਼ਾ ਅਗਰ ਤੁਸੀਂ ਆਪਣੇ ਨਬੀ ਦੀ ਤਾਲੀਮ ਨੂੰ ਸਾਈਡ ਤੇ ਕਰਕੇ ਤੇ ਕਿਸੇ ਦੂਸਰੇ ਨਬੀ ਦੀ ਤਾਲੀਮ ਨੂੰ ਸਿਰਫ ਰੱਖੋਗੇ ਜਾਂ ਕਿਸੇ ਦੂਸਰੇ ਹਸਤੀ ਦੀ ਤਾਲੀਮ ਨੂੰ ਰੱਖੋਗੇ ਤੇ ਮੇਰਾ ਖਿਆਲ ਹੈ ਕੋਈ ਇਨਸਾਫ ਦੇ ਤੋਂ ਗੱਲ ਤਾਂ ਨਹੀਂ ਹੋਏਗੀ। ਅਸੂਲਨ ਗੱਲ ਹੈ ਥੋੜੀ ਜਿਹੀ ਜਿਹੜੀ ਨਾ, ਇਹ ਅਸੂਲਨ ਗੱਲ ਗਲਤ ਹੋਏਗੀ। ਮਾਰਾ ਜ਼ਾਕਲਾ। ਚਲੋ ਤੁਹਾਡੀ ਗੱਲ ਇਹ ਵੇ ਕਿ ਮਿਰਜ਼ਾ ਸਾਹਿਬ ਨੇ ਨਾ ਕੋਈ ਨਵੀਂ ਕਿਤਾਬ ਲੈ ਕੇ ਆਏ ਨੇ। ਅਗਰ ਉਹ ਨਵੀਂ ਕੁਰਾਨ ਕਰੀਮ ਤੋਂ ਬਾਅਦ ਲੈ ਕੇ ਆਉਂਦੇ ਔਰ ਉਸ ਕਿਤਾਬ ਦੇ ਉੱਤੇ ਕੋਈ ਗੱਲ ਕਰਦੇ ਤੇ ਫਿਰ ਤਾਂ ਠੀਕ ਸੀ। ਠੀਕ ਹੈ, ਅਸਲ ਇਹ ਵੇ ਕਿ ਉਸੇ ਕੁਰਾਨ ਤੋਂ ਹੀ ਹਰ ਚੀਜ਼ ਲੈਣੀ ਹੈ ਸੀ, ਕਿਉਂਕਿ ਇਸ ਤੋਂ ਬਾਅਦ ਨਾ ਕੋਈ ਕਿਤਾਬ ਆਣੀ, ਉਸੇ ਕਿਤਾਬ ਤੋਂ ਹੀ ਅਸੀਂ ਵੇਖਣਾ ਵੇ ਕਿ ਕਿਆ ਨਬੀ ਆ ਸਕਦੇ ਨੇ ਕਿ ਨਹੀਂ ਆ ਸਕਦੇ। ਬੇਸ਼ੱਕ ਜਿਵੇਂ ਤਾਰਕ ਚੌਹਾਨ ਸਾਹਿਬ ਨੇ ਕਿਹਾ ਵੇ ਕਿ ਕੁਰਾਨ ਕਰੀਮ ਨੂੰ ਸਹੀ ਸਮਝਣ ਵਾਸਤੇ ਅੱਲਾਹ ਤਾਲਾ ਨੇ ਉਹਨਾਂ ਨੂੰ ਭੇਜਿਆ, ਠੀਕ ਹੈ, ਬਿਲਕੁਲ ਗੱਲ ਠੀਕ ਹੈ। ਪਰ ਹਾਲ ਮਿਰਜ਼ਾ ਸਾਹਿਬ ਨੇ ਵੀ ਤੇ ਕੁਰਾਨ ਕਰੀਮ ਤੋਂ ਕੀਤਾ ਨਾ, ਉਹਨਾਂ ਆਪਣੇ ਕੋਲੋਂ ਤੇ ਕੋਈ ਗੱਲ ਨਹੀਂ ਕੀਤੀ, ਕੁਰਾਨ ਕਰੀਮ ਤੋਂ ਹੀ ਗੱਲ ਕੀਤੀ ਹੈ। ਤੇ ਜਿੱਥੋਂ ਮਿਰਜ਼ਾ ਸਾਹਿਬ ਨੇ ਗੱਲ ਕੀਤੀ ਉੱਥੋਂ ਹੀ ਗੱਲ ਹੋ ਸਕਦੀ ਹੈ। ਇਹ ਨਹੀਂ ਹੋ ਸਕਦਾ ਕਿ ਉਹਨਾਂ ਦੀ ਗੱਲ ਦੇ ਉੱਤੇ ਤੁਸੀਂ ਕਹੋ ਕਿ ਉਹਨਾਂ ਦੀਆਂ ਕਿਤਾਬਾਂ ਖੋਲ ਕੇ ਗੱਲ ਹੋਵੇ। ਇਸ ਤਰ੍ਹਾਂ ਨਹੀਂ ਹੋਣਾ। ਮੇਰਾ ਉਹੀ ਹੈ ਨੁਕਤਾ ਨਜ਼ਰ ਕਿ ਤੁਸੀਂ ਜਿੱਥੋਂ ਇਹ ਚੀਜ਼ ਵਾਜ਼ੇ ਹੁੰਦੀ ਹੈ ਉੱਥੇ ਗੱਲ ਕਰੋ, ਜਾਂ ਤੇ ਹੋਏਗੀ ਜਾਂ ਨਹੀਂ ਹੋਏਗੀ। ਮਿਰਜ਼ਾ ਸਾਹਿਬ ਵੀ ਕੁਰਾਨ ਕਰੀਮ ਦੀ ਗੱਲ ਕਰ ਰਹੇ ਨੇ, ਬੇਸ਼ੱਕ ਉਹ ਸਮਝਾਉਣ ਵਾਸਤੇ ਬਿਲਕੁਲ ਤਾਰਕ ਚੌਹਾਨ ਸਾਹਿਬ ਦੀ ਗੱਲ ਠੀਕ ਹੈ। ਬਹਰਹਾਲ ਉਹਨਾਂ ਦਾ ਸਮਝਾਇਆ ਕਿਹੜਾ ਕਿਸੇ ਨੇ ਸਮਝਣਾ ਨਹੀਂ। ਇਸ ਵਾਸਤੇ ਸਾਡੇ ਦੋਵਾਂ ਦੇ ਵਿੱਚ ਇੱਕ ਚੀਜ਼ ਮੁਸ਼ਤਰਕਾ ਹੈ ਵੇ, ਉਹਨੂੰ ਤੁਸੀਂ ਸਮਝੋ ਜਾਂ ਨਾ ਸਮਝੋ, ਉਹ ਵੇ ਕੁਰਾਨ ਕਰੀਮ। ਉਹ ਆਖਰੀ ਕਿਤਾਬ ਹੈ। ਤੁਸੀਂ ਕ੍ਰਿਸਚਨਾਂ ਦੀ ਮਿਸਾਲ ਦੇ ਰਹੇ ਹੋ, ਉਸ ਤੋਂ ਬਾਅਦ ਕੁਰਾਨ ਕਰੀਮ ਆ ਚੁੱਕਿਆ ਹੈ। ਤੁਸੀਂ ਕੁਰਾਨ ਕਰੀਮ ਔਰ ਦੋਨਾਂ ਨੂੰ ਮਿਲਾ ਕੇ ਹੀ ਪਹਿਲੇ ਮੌਸਵੀ ਸ਼ਰੀਅਤ ਨੂੰ ਔਰ ਮੁਹੰਮਦੀ ਸ਼ਰੀਅਤ ਸੱਲਮ ਦੀਆਂ ਲੈ ਕੇ ਦੋਨਾਂ ਸ਼ਰੀਅਤਾਂ ਨੂੰ ਮਿਲਾ ਕੇ ਤੁਸੀਂ ਗੱਲ ਕਰਨੀ ਹੈ। ਮਿਰਜ਼ਾ ਸਾਹਿਬ ਦੀ ਕੋਈ ਸ਼ਰੀਅਤ ਨਹੀਂ ਹੈ। ਅਗਰ ਉਹਨਾਂ ਦੀ ਸ਼ਰੀਅਤ ਹੁੰਦੀ ਤਾਂ ਜ਼ਰੂਰ ਉਹਨਾਂ ਦੇ ਉੱਤੇ ਗੱਲ ਕੀਤੀ ਜਾ ਸਕਦੀ ਸੀ। ਨਹੀਂ ਆਪਣਾ ਜੱਟ ਸਾਹਿਬ, ਤੁਸੀਂ ਈਸਾ ਅਲੈਹਿਸਲਾਮ ਨੂੰ ਸ਼ਰੀਅਤ ਨਬੀ ਮੰਨਦੇ? ਤੁਸੀਂ ਆਖਿਆ ਕਿ ਸ਼ਰੀਅਤ ਆ ਚੁੱਕੀ ਹੈ ਉਹਨਾਂ ਦੀ ਸ਼ਰੀਅਤ। ਮੂਸਵੀ ਸ਼ਰੀਅਤ ਮੈਂ ਕਿਹਾ ਤੁਹਾਨੂੰ। ਨਹੀਂ, ਮੈਂ ਈਸਾ ਅਲੈਹਿਸਲਾਮ ਦੀ ਗੱਲ ਕੀਤੀ। ਹਾਂ ਤੇ ਮੂਸਵੀ ਸ਼ਰੀਅਤ ਕਹਿ ਰਿਹਾ ਨਾ, ਯਾਨੀ ਕਿਸੇ ਮਸੀਹੀ ਨਾਲ ਅਗਰ ਅਸੀਂ ਗੱਲ ਕਰਾਂਗੇ ਤੇ ਮੂਸਵੀ ਸ਼ਰੀਅਤ ਤੇ ਔਰ ਮੁਹੰਮਦੀ ਸ਼ਰੀਅਤ। ਬਿਲਕੁਲ। ਤੇ ਇਸ ਤਰ੍ਹਾਂ ਦੇ ਮਿਰਜ਼ਾ ਸਾਹਿਬ ਵੀ ਆਖਿਆ ਹੈ, ਆਪਣੇ ਜਿਹੜਾ ਇਲਹਾਮ ਨੇ ਉਹਨਾਂ ਨੇ ਆਖਿਆ ਕਿ ਮੈਂ ਇਹਨਾਂ ਦੇ ਉੱਤੇ ਵੀ ਉਸੇ ਤਰ੍ਹਾਂ ਹੀ ਮੰਨ ਲਿਆ ਜਿਸ ਤਰ੍ਹਾਂ ਕੁਰਾਨ, ਤੁਰਾਤ, ਜ਼ਬੂਰ ਔਰ ਉਹਨਾਂ ਇਲਹਾਮ ਦੀ ਰੋਸ਼ਨੀ ਜਿਹਨਾਂ ਨੇ ਕੁਰਾਨ। ਸ਼ਰੀਅਤ ਨਹੀਂ ਕਿਹਾ ਉਹਨਾਂ ਨੂੰ। ਹਾਂ ਠੀਕ ਹੈ, ਸ਼ਰੀਅਤ ਨਹੀਂ ਆਖਿਆ। ਤੇ ਉਸੇ ਕੁਰਾਨ ਦੀ ਤਫਹੀਮ ਜਿਹੜਾ ਉਸੇ ਕੁਰਾਨ ਦਾ ਜਿਹੜਾ ਫਾਹਮ ਉਹਨਾਂ ਨੇ ਪੇਸ਼ ਕੀਤਾ ਤਾਂ ਇਲਹਾਮ ਦੀ ਰੋਸ਼ਨੀ ਚ ਕਰਨ ਦਾ ਦਾਅਵਾ ਕੀਤਾ ਹੈ। ਕਿਆ ਉਹ ਅਸੀਂ ਰੱਖ ਸਕਦੇ ਕਿਸੇ ਦੇ ਅੱਗੇ ਜਦੋਂ ਕੁਰਾਨ ਤੇ ਗੱਲ ਹੋਵੇ? ਦੇਖੋ ਗੱਲ ਕਿੱਥੇ ਸਿਰੇ ਲੱਗੀ ਸੀ ਤੇ ਪਤਾ ਨਹੀਂ ਕਿੱਧਰ ਦੀ ਕਿੱਧਰ ਲੈ ਕੇ ਟੁਰ ਗਏ ਹੋ। ਜਿਸ ਤਰ੍ਹਾਂ ਐਂਬੂਲੈਂਸ ਬਣ ਕੇ ਤੁਸੀਂ ਦੂਜੇ ਬੰਦੇ ਦੀ ਆ ਗਏ। ਗੱਲਾਂ ਦਾ ਸਿਰਾ ਖਤਮ ਹੋ ਗਿਆ, ਬੜੀ ਐਂਡ ਤੇ ਲੱਗੀ ਗੱਲ। ਐਂਡ ਤੇ ਲੱਗੀ ਗੱਲ ਤੁਸੀਂ ਖਰਾਬ ਕਰਨ ਲੱਗੇ ਹੋ ਬਈ। ਗੱਲ ਤੇ ਬੜੀ ਸੋਹਣੀ ਸਿਰੇ ਲੱਗ ਗਈ ਹੈ। ਹੁਣ ਪਤਾ ਨਹੀਂ ਤੁਸੀਂ ਕਿਹੜੀ, ਮੈਨੂੰ ਤਾਂ ਕੁਝ ਸਮਝ ਨਹੀਂ ਆਈ। ਦੋ ਵਾਰੀ ਤੁਹਾਡੀ ਇੰਟਰਨੈਟ ਤੁਸੀਂ ਕੀ ਗੱਲ ਕੀਤੀ। ਗੱਲ ਅਸੀਂ ਇਸ ਨੁਕਤੇ ਤੇ ਪਹੁੰਚ ਗਏ। ਕੋਈ ਗੱਲ ਨਹੀਂ, ਬੰਦਾ ਹੁਣ ਸਿੱਖਦਾ ਨਾ। ਮੈਂ ਵੀ ਸਿੱਖ ਰਿਹਾ, ਬਲਾਲ ਸਾਹਿਬ ਵੀ ਸਿੱਖ ਰਹੇ ਨੇ। ਕੀ ਮਸਲਾ ਹੋ ਗਿਆ? ਨਹੀਂ, ਮੈਂ ਕੋਈ ਸਖਤੀ ਨਹੀਂ ਕਰਦਾ, ਮੈਂ ਤਾਂ ਡਰ ਗਿਆ। ਨਹੀਂ ਤੇ ਆਮਿਰ ਰਜ਼ੀ ਸਾਹਿਬ, ਤੁਹਾਡੇ ਖਿਆਲ 'ਚ ਕੀ ਕਨਕਲੂਜਨ ਹੈ ਇਸ ਚੀਜ਼ ਦਾ? ਮੈਂ ਕਨਕਲੂਜਨ ਦੇ ਬਿਲਕੁਲ ਸਿਰੇ ਦੇ ਉੱਤੇ ਪਹੁੰਚਿਆ ਹਾਂ। ਮੇਰਾ ਖਿਆਲ ਸੀ ਕਿ ਅਗਰ ਬਲਾਲ ਭਾਈ ਐਤਕੀ ਪਹਿਲੀ ਟਰਨ ਚ ਨਾ ਬੋਲਦੇ ਜਿਹੜਾ ਪਹਿਲਾਂ ਫਰਮਾਇਆ ਨੇ, ਜੱਟ ਸਾਹਿਬ ਇਤਫਾਕ ਕਰਨ ਲੱਗੇ ਸਨ ਕਿ ਮੇਰੇ ਮੁਸਲਮਾਤ ਵਿੱਚੋਂ ਕ੍ਰਿਸਚਨ ਦਾ ਹੱਕ ਕੇ, ਹਿੰਦੂ ਦਾ ਹੱਕ ਕੇ, ਸਿੱਖ ਦਾ ਹੱਕ ਕੇ, ਹਰ ਦੂਸਰੇ ਮਜ਼ਹਬ ਵਾਲੇ ਦਾ ਹੱਕ ਹੈ ਕਿ ਉਹ ਮੇਰੇ ਮੁਸਲਮਾਤ ਚੋਂ ਮੇਰੇ ਅੱਗੇ ਦਲੀਲ ਪੇਸ਼ ਕਰੇ ਕਿਸੇ ਵੀ ਮੌਜੂ ਤੇ ਗੱਲ ਕਰਦਿਆਂ। ਤੇ ਮੇਰਾ ਵੀ ਹੱਕ ਹੈ ਕਿ ਮੈਂ ਕਿਸੇ ਮੁਖਾਲਫ ਦੇ ਅੱਗੇ, ਹੁਣ ਸਿੱਖਾਂ ਦੇ ਅੱਗੇ ਮੈਂ ਗੁਰੂ ਨਾਨਕ ਦੀ ਗੱਲ ਪੇਸ਼ ਕਰ ਨਹੀਂ ਸਕਦਾ, ਭਾਵੇਂ ਮੈਂ ਨਹੀਂ ਮੰਨਦਾ ਗ੍ਰੰਥ ਨੂੰ, ਕਰ ਨਹੀਂ ਸਕਦਾ। ਕਰਨਾ ਕਿਉਂਕਿ ਮੈਂ ਉਹਨੂੰ ਮਨਾਉਣਾ ਚਾਹੁੰਦਾ ਕਿ ਵੇਖ ਤੇਰੇ ਗੁਰੂ ਨਾਨਕ ਨੇ ਇਹ ਲਿਖਿਆ, ਤੁਹਾਡੇ ਗ੍ਰੰਥ ਵਿੱਚ ਇਹ ਲਿਖਿਆ। ਐਸੇ ਤਰ੍ਹਾਂ ਹਿੰਦੂ ਨੂੰ ਵੇਦ ਵਿੱਚ ਮੈਂ ਦਲੀਲ ਕਿਉਂ ਦੇਣਾ
ਕ੍ਰਿਸਚੀਅਨ ਨੂੰ ਮੈਂ ਬਾਈਬਲ 'ਚ ਦਲੀਲ ਕਿਉਂ ਦੇਣਾ? ਕਿਉਂਕਿ ਉਹਦੇ ਮੁਸਲਮਾਤ ਨੇ ਭਾਈ, ਜਿਹੜੇ ਮਿਰਜ਼ਾ ਸਾਹਿਬ ਦੇ ਪੈਰੋਕਾਰ ਨੇ ਉਹਨਾਂ ਦੇ ਵੀ ਮੁਸਲਮਾਤ ਨੇ। ਜਾਂ ਤੇ ਉਹ ਆਖਣ ਕਿ ਸਾਨੂੰ ਮਿਰਜ਼ਾ ਸਾਹਿਬ ਦੀ ਗੱਲ ਤਸਲੀਮ ਨਹੀਂ, ਤੇ ਜੇ ਤਸਲੀਮ ਹੈ, ਹਰ ਗੱਲ ਤੁਹਾਡਾ ਈਮਾਨ ਹੈ ਕਿ ਉਹ ਨਬੀ ਨੇ, ਉਹਨਾਂ ਦੀ ਹਰ ਗੱਲ ਸਹੀ ਹੈ, ਤੇ ਫਿਰ ਤੁਹਾਨੂੰ ਉਹਦੇ ਤੋਂ ਦੌੜਨਾ ਨਹੀਂ ਚਾਹੀਦਾ। ਦੌੜ ਅਮਰ ਨਜ਼ੀਰ ਸਾਹਿਬ ਕੋਈ ਨਹੀਂ ਰਿਹਾ, ਠੀਕ ਹੈ। ਗੱਲ ਇਹ ਵੇ ਕਿ ਤੁਸੀਂ ਸਿੱਖਾਂ ਦੀ ਜਾਂ ਹਿੰਦੂਆਂ ਦੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ, ਉਹਨਾਂ ਦੀ ਤਾਂ ਗੱਲ ਬਣਦੀ ਕੋਈ ਨਹੀਂ ਵਿੱਚ। ਉਹਨਾਂ ਨੂੰ ਕਿਹੜਾ ਤੁਸੀਂ, ਉਹ ਕਿਹੜਾ ਨਬੀਆਂ ਦਾ ਸਿਲਸਿਲਾ ਮੰਨਦੇ ਨੇ ਜਿਹੜਾ ਤੁਸੀਂ ਉਹਨਾਂ ਨੂੰ ਮਨਵਾਓਗੇ ਉਹਨਾਂ ਦੀ ਕਿਤਾਬਾਂ ਚੋਂ ਕੱਢ ਕੇ, ਜਾਂ ਉਹਨਾਂ ਦੀ ਕਿਤਾਬਾਂ ਚੋਂ ਲਿਖਿਆ ਹੈ ਕਿ ਨਬੀ ਆਉਣੇ ਨੇ? ਗੱਲ ਹੈ ਕਿ ਕ੍ਰਿਸਚਨਾਂ ਦੀ, ਠੀਕ ਹੈ, ਕ੍ਰਿਸਚਨਾਂ ਦੀ ਔਰ ਮੁਸਲਮਾਨਾਂ ਦੀ, ਠੀਕ ਹੈ। ਔਰ ਉਸ ਤੋਂ ਬਾਅਦ ਜਮਾਤ ਅਹਿਮਦੀਆ ਦਾ ਜਿਹੜਾ ਕਲੇਮ ਹੈ ਕਿ ਨਬੂਵਤ ਜਾਰੀ ਹੈ। ਹੁਣ ਉਹ ਤੁਸੀਂ ਕਹਿ ਰਹੇ ਉਹ ਮੁਸਲਮਾਤ ਕਿਹੜੀਆਂ ਨੇ? ਮਿਰਜ਼ਾ ਸਾਹਿਬ ਦੀ ਜਿਹੜੀ ਮੁਸਲਮਾਤ ਉਹ ਕੁਰਾਨ ਕਰੀਮ ਹੈ ਨਾ, ਅਸੀਂ ਕੁਰਾਨ ਕਰੀਮ ਨੂੰ ਵੇਖਣਾ ਹੈ, ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ ਹੈ। ਜਾਂ ਤੇ ਕੁਰਾਨ ਕਰੀਮ ਤੋਂ ਬਾਅਦ ਜਿਹੜਾ ਵੇ ਕੋਈ ਕਿਤਾਬ ਮਿਰਜ਼ਾ ਸਾਹਿਬ ਕਲੇਮ ਕਰਦੇ ਕਿ ਹਾਂ ਬਈ ਇਹ ਮੇਰੇ ਉੱਤੇ ਇਹ ਕਿਤਾਬ ਉਤਰੀ ਹੈ, ਤੇ ਫਿਰ ਠੀਕ ਸੀ, ਫਿਰ ਉਹ ਤੋਂ ਵੇਖਿਆ ਜਾ ਸਕਦਾ ਸੀ। ਅਗਰ ਮਿਰਜ਼ਾ ਸਾਹਿਬ ਨੇ ਵੀ ਆਪਣਾ ਜਿਹੜਾ ਕਲੇਮ ਕੀਤਾ ਹੋਇਆ, ਠੀਕ ਹੈ, ਕਿ ਉਹ ਨਬੀ ਨੇ, ਤੇ ਉਹ ਉਹਨਾਂ ਨੇ ਉੱਥੇ ਉਹ ਕੁਰਾਨ ਕਰੀਮ ਤੇ ਕਲੇਮ ਕੀਤਾ ਹੈ। ਜੱਟ ਸਾਹਿਬ ਗੁਜ਼ਾਰਿਸ਼ ਹੈ ਜੀ ਕਿ ਜੇ ਕੁਰਾਨ ਕਰੀਮ ਕਿਸੇ ਐਸੇ ਨੁਕਤੇ ਨੂੰ ਬਿਆਨ ਕਰ ਰਿਹਾ ਹੋਵੇ ਜਿਹੜਾ ਤੁਹਾਡੇ ਤੇ ਵੀ ਤੇ ਮੇਰੇ ਤੇ ਵੀ ਇੰਜ ਵਾਜ਼ਿਹ ਹੋਵੇ ਕਿ ਦੋਵੇਂ ਅਸੀਂ ਇੱਕ ਨੁਕਤੇ ਤੇ ਪਹੁੰਚ ਜਾਈਏ, ਤੇ ਫਿਰ ਤੇ ਝਗੜਾ ਹੀ ਕੋਈ ਨਹੀਂ ਨਾ। ਕੁਰਾਨ ਕਰੀਮ ਇੱਕ ਐਸੀ ਗੱਲ ਬਿਆਨ ਕਰਦਾ ਹੈ ਜਿਹਦਾ ਤੁਸੀਂ ਮੈਂ ਨਹੀਂ ਕੋਈ ਹੋਰ ਕੱਢਦੇ ਹੋ, ਮੈਂ ਕੋਈ ਹੋਰ ਕੱਢਣਾ। ਤੁਸੀਂ ਆਂਦੇ ਹੋ ਕੁਰਾਨ ਕਰੀਮ ਤੋਂ ਇਹ ਸਾਬਤ ਹੁੰਦਾ ਹੈ, ਮੈਂ ਕਹਿੰਦਾ ਇਹ ਨਹੀਂ ਸਾਬਤ ਹੁੰਦਾ, ਉਹ ਸਾਬਤ ਹੁੰਦਾ ਹੈ। ਇਹੀ ਗੱਲ ਖਤਮ ਹੈ ਫਿਰ ਸਾਡੀ ਨਾ। ਹੁਣ ਤੇ ਲੋ ਨਾ ਜੀ, ਅਗਰ ਅਸੀਂ ਉਸ ਮਫਹੂਮ ਵਿੱਚ, ਫਹਿਮ ਵਿੱਚ, ਤਫਹੀਮ ਵਿੱਚ ਕੁਰਾਨ ਨੇ ਕੀ ਗੱਲ ਆਖੀ ਹੈ, ਅਸੀਂ ਆਪਣੇ ਆਪਣੇ ਮੁਸਲਮਾਤ ਨੂੰ ਵੀ ਅੱਗੇ ਰੱਖੀਏ ਕਿ ਮੈਂ ਕਹਿੰਦਾ ਕਿ ਕੁਰਾਨ ਦੀ ਉਹ ਗੱਲ ਮੈਂ ਮੰਨਾਂਗਾ, ਉਹ ਤਫਹੀਮ ਮੈਂ ਮੰਨਾਂਗਾ ਜਿਹੜੀ ਸਾਹਿਬ ਕੁਰਾਨ ਦੇ ਅਮਲ ਵਿੱਚੋਂ ਜਾਂ ਕੌਲ ਚੋਂ ਸਾਬਤ ਹੋ ਜਾਏ, ਮੇਰੇ ਵਾਸਤੇ ਉਹ ਵੀ ਹੁਜਤ ਨੇ। ਨਬੀ ਪਾਕ ਦਾ ਕੋਈ ਅਮਲ, ਤੁਸੀਂ ਕੁਰਾਨ ਦੀ ਕੋਈ ਆਇਤ ਮੇਰੇ ਅੱਗੇ ਪੇਸ਼ ਕਰਦੇ ਹੋ ਤੇ ਉਹਨੂੰ ਮੈਂ ਨਹੀਂ ਅਗਰ ਹੋਰ ਬਿਆਨ ਕਰਨਾ ਨਾ, ਤੁਸੀਂ ਮੇਰੇ ਅੱਗੇ ਨਬੀ ਪਾਕ ਦਾ ਕੌਲ ਰੱਖ ਕੇ ਕਹਿ ਸਕਦੇ ਹੋ ਕਿ ਨਬੀ अलैहिस्सलाम ਨੇ ਤੇ ਇੰਜ ਫਰਮਾਇਆ, ਤੂੰ ਕਿਉਂ ਕਹਿਣ ਲੱਗੇ ਹੈ? ਮੈਂ ਆਖਾਂਗਾ ਠੀਕ, ਕੁਰਾਨ ਦਾ ਇਹੋ ਹੀ ਮਫਹੂਮ ਹੈ ਜੋ ਨਬੀ ਪਾਕ ਨੇ ਫਰਮਾਇਆ। ਐਸੇ ਤਰ੍ਹਾਂ ਅਗਰ ਤੁਸੀਂ ਮਿਰਜ਼ਾ ਸਾਹਿਬ ਨੂੰ ਨਬੀ ਮੰਨਦੇ ਹੋ ਤੇ ਕੁਰਾਨ ਦਾ ਜੋ ਫਹਿਮ ਮਿਰਜ਼ਾ ਸਾਹਿਬ ਨੇ ਬਿਆਨ ਕੀਤਾ ਹੈ, ਅਗਰ ਤੁਹਾਡੇ ਅੱਗੇ ਕੋਈ ਬੰਦਾ ਰੱਖੇ ਤੇ ਕਿਉਂ ਨਹੀਂ ਤੁਸੀਂ ਕਬੂਲ ਕਰਦੇ ਕਿ ਹਾਂ ਕੁਰਾਨ ਦਾ ਇਹ ਫਹਿਮ ਸਹੀ? ਤੁਸੀਂ ਫਿਰ ਦੁਬਾਰਾ ਕੁਰਾਨ ਦੀ ਆਇਤ ਉੱਤੇ ਮੁਜਾਦਲਾ ਕਿਉਂ ਕਰਨਾ ਚਾਹੁੰਦੇ ਹੋ? ਤੁਸੀਂ ਹੁਣੇ ਇੱਕ ਗੱਲ ਕੀਤੀ ਹੈ, ਮੈਂ ਤਾਂ ਉੱਥੇ ਹੀ ਸਟਾਪ, ਵੈਸੇ ਮੇਰਾ ਖਿਆਲ ਇੱਥੇ ਹੋ ਜਾਣਾ ਚਾਹੀਦਾ ਹੈ ਕਿ ਇੱਕੋ ਆਇਤ ਦੇ ਉੱਤੇ ਸਾਰਾ ਰੋਲਾ ਹੈ। ਤੁਸੀਂ ਕਹਿ ਰਹੇ ਕਿ ਉਹਦਾ ਫਹਿਮ ਜਿਹੜਾ ਨਾ ਅਸੀਂ ਹੋਰ ਲੈਂਦੇ ਹਾਂ, ਤੁਸੀਂ ਹੋਰ ਲੈਂਦੇ ਹੋ, ਠੀਕ ਹੈ। ਸਾਡੇ ਨਜ਼ਦੀਕ ਇਹੀ ਹੈ ਕਿ ਨਬੂਵਤ ਜਾਰੀ ਹੈ, ਤੁਹਾਡੇ ਨਜ਼ਦੀਕ ਨਹੀਂ, ਉਸ ਦਾ ਮੈਨੇ ਤੁਸੀਂ ਇਹ ਲੈ ਰਹੇ ਕਿ ਖਤਮ ਹੋ ਗਈ ਹੈ, ਇਸ ਤੋਂ ਬਾਅਦ ਕੋਈ ਨਬੀਆਂ ਦਾ ਸਿਲਸਿਲਾ ਜਾਰੀ ਕੋਈ ਨਹੀਂ ਰਹਿਣਾ। ਤੇ ਫਿਰ ਅਗਰ ਮਿਰਜ਼ਾ ਸਾਹਿਬ ਦਾ ਫਹਿਮ ਤੁਹਾਡੇ ਅੱਗੇ ਪੇਸ਼ ਵੀ ਕਰ ਦਿੱਤਾ ਜਾਵੇ, ਠੀਕ ਹੈ, ਤੇ ਤੁਸੀਂ ਤੇ ਫਿਰ ਉਸ ਪਲਟ ਕੇ ਤੇ ਉਸੇ ਆਇਤ ਤੇ ਦੁਬਾਰਾ ਆਉਣਾ ਨਾ। ਫਹਿਮ ਤੇ ਫਿਰ ਤੁਸੀਂ ਉਹੀ ਪੇਸ਼ ਕਰਨਾ ਨਾ ਕਿ ਅਗਰ ਮਿਰਜ਼ਾ ਸਾਹਿਬ ਨੇ ਉਸੇ ਆਇਤ ਨੂੰ ਲੈ ਕੇ ਆਪਣੇ ਆਪ ਨੂੰ ਨਬੀ ਕਲੇਮ ਕੀਤਾ ਹੋਵੇ, ਝਗੜਾ ਤੇ ਫਿਰ ਉੱਥੇ ਵਾਪਸ ਆਉਣਾ ਹੈ ਕਿ ਭਾਈ ਨਹੀਂ ਅਸੀਂ ਤੇ ਇਹ ਸਮਝਦੇ ਆ ਇਹ ਝੂਠੀ ਹੈ, ਇਹ ਝੂਠ ਬੋਲ ਰਹੇ ਨੇ। ਰੋਲਾ ਤੇ ਸਿਰਫ ਉਸੇ ਆਇਤ ਦੇ ਉੱਤੇ ਵੇ ਨਾ, ਗੱਲ ਤੇ ਫਿਰ ਉੱਥੇ ਹੀ ਰੁਕੀ ਰਹਿਣੀ ਹੈ। ਜਾਂ ਤੇ ਫਿਰ ਜਿਹੜਾ ਫਹਿਮ ਤੇ ਤੁਸੀਂ ਬਾਰ-ਬਾਰ ਕਹਿਣ ਦੇ ਆਪਣੇ ਮੁਸਲਮਾਤ, ਮਿਰਜ਼ਾ ਸਾਹਿਬ ਦਾ ਜਿਹੜਾ ਫਹਿਮ ਹੈ ਉਹ ਪੇਸ਼ ਕਰ ਦਿੱਤਾ ਤੁਹਾਡੇ ਅੱਗੇ, ਤੁਸੀਂ ਫਿਰ ਵੀ ਨਹੀਂ ਕਬੂਲ ਕੀਤਾ, ਤੁਸੀਂ ਕਹਿੰਦੇ ਨਹੀਂ ਇਹ ਗਲਤ ਕਹਿ ਰਹੇ ਨੇ, ਇਹ ਝੂਠ ਬੋਲ ਰਹੇ ਨੇ, ਠੀਕ ਹੈ, ਰੋਲਾ ਤੇ ਫਿਰ ਉੱਥੇ ਹੀ ਰਹਿਣਾ ਨਾ। ਨਹੀਂ, ਮੇਰੇ ਵਾਸਤੇ ਗੱਲ ਅਸਲ ਇਹ ਵੇ ਕਿ ਮੇਰੇ ਵਾਸਤੇ ਨਹੀਂ ਤੁਸੀਂ ਪੇਸ਼ ਕਰਨਾ ਮਿਰਜ਼ਾ ਸਾਹਿਬ ਦਾ ਕੌਲ, ਮੈਂ ਤੁਹਾਡੇ ਵਿੱਚ ਮਿਰਜ਼ਾ ਸਾਹਿਬ ਦਾ ਕੌਲ ਪੇਸ਼ ਕਰਨਾ। ਤੁਸੀਂ ਮੇਰੇ ਅੱਗੇ ਨਬੀ ਪਾਕ ਦੀ ਕੋਈ ਹਦੀਸ ਪੇਸ਼ ਕਰਨੀ ਹੈ, ਕਿਉਂਕਿ ਮੈਂ ਅਸੀਂ ਉਹ ਆਇਤ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ ਤੇ ਤੁਸੀਂ ਕਹਿਣਾ ਮੈਂ ਤੇ ਇਹਦਾ ਮਤਲਬ ਹੋਰ ਲੈਣਾ। ਸੁਣ ਲਓ ਨਾ ਜੀ, ਅਗਰ ਮੈਂ ਕੋਈ ਆਇਤ ਤਾਂ ਮਾਨੀ ਗਲਤ ਲਵਾਂਗਾ ਜੀ, ਤੇ ਤੁਸੀਂ ਸਾਹਿਬ ਕੁਰਾਨ ਦਾ ਕੌਲ ਪੇਸ਼ ਕਰ ਦਿਓ ਕਿ ਦੇਖੋ ਨਬੀ ਪਾਕ ਤੇ ਇਹ ਮੈਨਾ ਮੁਰਾਦ ਲੈ ਰਹੇ ਨੇ ਤੇ ਤੇਰੇ ਵਾਸਤੇ ਨਬੀ ਪਾਕ ਦੀ ਗੱਲ ਹੁਜਤ ਨਹੀਂ, ਮੈਂ ਕਿੱਥੇ ਜਾਵਾਂਗਾ ਦੌੜ? ਨਹੀਂ, ਤੁਸੀਂ ਬਾਦਸ਼ਾਹ ਬੰਦੇ ਹੋ, ਤੁਸੀਂ ਸ਼ਾਇਦ ਉਹ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਪੇਸ਼ ਕੀਤੀ ਜਾਂ ਤੁਸੀਂ ਕਹੋ ਮੈਂ ਨਹੀਂ ਮੰਨਦਾ, ਕਿਉਂਕਿ ਤੁਹਾਡੇ ਵਾਸਤੇ ਹੁਜਤ ਬਾਅਦ ਚ ਤਾਂ ਨਹੀਂ ਹੁੰਦੀਆਂ। ਨਹੀਂ ਨਬੀ ਪਾਕ ਨਹੀਂ, ਮੇਰੀ ਗੱਲ ਸੁਣੋ ਨਾ। ਹੁਣ ਸਾਹਿਬ ਕੁਰਾਨ ਦੇ ਉੱਤੇ ਵੀ ਤੇ ਬਹੁਤ ਵੱਡੀ ਬਹਿਸ ਹੈ ਕਿ ਉਹ ਚ ਸਾਰਿਆਂ ਨੂੰ ਤੁਸੀਂ ਮੰਨਦੇ ਹੋ ਜਾਂ ਨਹੀਂ ਮੰਨਦੇ। ਨਬੀ ਪਾਕ ਦੀ ਹਰ ਗੱਲ ਮੇਰੇ ਕੋਈ ਇੱਕ ਬੰਦਾ ਤੇ ਨਹੀਂ ਆਇਆ ਸਾਹਿਬ ਕੁਰਾਨ ਨਾ, ਨਹੀਂ ਮੈਂ ਤਾਂ ਹਰ ਬੰਦੇ ਨੇ ਡਿਫਰੈਂਟ ਵੇ ਦੇ ਨਾਲ ਉਹਨੂੰ ਸਮਝਿਆ ਕੁਰਾਨ ਕਰੀਮ ਨੂੰ। ਨਹੀਂ ਮੈਂ ਸਾਹਿਬ ਕੁਰਾਨ ਜਦੋਂ ਕਹਿਣਾ ਤੇ ਉਹਦੇ ਤੋਂ ਮੁਰਾਦ ਸਿਰਫ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ। ਉਸ ਤੋਂ ਬਾਅਦ ਕੋਈ ਨਹੀਂ ਹੈ। ਨਹੀਂ, ਸਾਹਿਬ ਕੁਰਾਨ ਸਿਰਫ ਨਬੀ ਪਾਕ ਨੇ।
ਨਹੀਂ ਉਸ ਤੋਂ ਬਾਅਦ ਫਿਰ ਇਹਦਾ ਮਤਲਬ ਕੋਈ ਨਹੀਂ ਸਮਝਿਆ ਕੁਰਾਨ ਕਰੀਮ ਨੂੰ। ਨਹੀਂ, ਤੁਸੀਂ ਸਾਹਿਬ ਦਾ ਮੈਨਾ ਸਮਝੇ ਨਹੀਂ ਹੈ। ਸਾਹਿਬ ਦਾ ਮੈਨਾ ਸਮਝਣਾ ਨਹੀਂ ਹੁੰਦਾ। ਸਾਹਿਬ ਦਾ ਮੈਨਾ ਹੁੰਦਾ ਕੁਰਾਨ ਵਾਲੇ। ਠੀਕ ਹੈ, ਕੁਰਾਨ ਵਾਲੇ। ਜਿੰਨਾ ਉੱਤੇ ਕੁਰਾਨ ਉਸ ਤੋਂ ਬਾਅਦ ਫਿਰ ਕੁਰਾਨ ਵਾਲਾ ਕੋਈ ਨਹੀਂ ਨਾ ਹੈ। ਜਿੰਨਾ ਉੱਤੇ ਕੁਰਾਨ ਨਾਜ਼ਲ ਸਿਰਫ ਨਬੀ ਪਾਕ ਨੇ, ਉਹਨਾਂ ਤੋਂ ਬਾਅਦ ਉਸ ਤੋਂ ਬਾਅਦ ਮਤਲਬ ਉਹਨਾਂ ਨੂੰ ਕੋਈ ਨਹੀਂ ਸਮਝਣ ਵਾਲਾ ਨਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਅਗਰ ਕੋਈ ਚੀਜ਼ ਨਬੀ ਪਾਕ ਦੇ ਕੋਲ ਤੋਂ ਉਹਨੂੰ ਨਹੀਂ ਕਿਵੇਂ ਸਮਝਣਾ? ਮੈਂ ਠੀਕ ਹੈ ਤੁਹਾਡੀ ਗੱਲ ਕਿ ਸਾਹਿਬ ਕੁਰਾਨ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ, ਠੀਕ ਹੈ। ਹੁਣ ਮੇਰਾ ਉਹਨਾਂ ਦੇ ਉੱਤੇ ਇੱਕ ਆਇਤ ਉਤਰਦੀ ਹੈ, ਠੀਕ ਹੈ। ਉਸ ਆਇਤ ਨੂੰ ਅਸੀਂ ਹੋਰ ਰੰਗ ਨਾਲ ਸਮਝਣ ਡਏ ਆ, ਤੁਸੀਂ ਹੋਰ ਰੰਗ ਨਾਲ ਸਮਝਣ ਡਏ ਹੋ। ਉਹਨੂੰ ਕਿੰਨੇ ਸਮਝਾਣਾ? ਸਾਨੂੰ ਦੋਵਾਂ ਨੂੰ ਨਬੀ ਪਾਕ ਨੇ ਸਮਝਾਣਾ। ਮੇਰੇ ਵਾਸਤੇ ਤਾਂ ਨਬੀ ਪਾਕ ਨੇ ਸਮਝਾਣਾ। ਨਬੀ ਪਾਕ ਨੇ ਆਲਰੇਡੀ ਇੱਕ ਚੀਜ਼ ਜਿਹੜੀ ਉਤਰ ਗਈ ਉਹਨੂੰ ਸਮਝਾ ਦਿੱਤਾ ਨਾ। ਉਹਦੇ ਉੱਤੇ ਤਾਂ ਇਖਤਲਾਫ ਹੈ ਅੱਗੇ ਆ ਕੇ। ਨਹੀਂ, ਉਹਨਾਂ ਦੇ ਉੱਤੇ ਆਇਤ ਉਤਰਦੀ ਏ, ਉਹਨੂੰ ਹੀ ਤੇ ਅੱਗੇ ਉਹਦੇ ਉੱਤੇ ਤੇ ਮਸਲਾ ਸਾਰਾ। ਚਲੋ ਅਗਰ ਇੰਨਾ ਹੀ ਵਾਜ਼ਿਹ ਤੌਰ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਹੁੰਦਾ, ਤੁਹਾਡੇ ਕੋਲ ਸਾਫ਼ ਲਫ਼ਜ਼ਾਂ ਦੇ ਨਾਲ, ਠੀਕ ਹੈ, ਤੇ ਝਗੜਾ ਹੀ ਨਾ ਹੁੰਦਾ। ਲੋ ਜੀ, ਤੁਸੀਂ ਅਨਸਰ ਰਜ਼ਾ ਨਾਲ ਬੇਸ਼ੱਕ ਮੇਰੀ ਗੱਲ ਕਰਾ ਦਿਓ। ਮੈਂ ਕੁਰਾਨ ਦਾ ਉਹ ਫਹਿਮ ਪੇਸ਼ ਕਰਾਂਗਾ ਜਿਹੜਾ ਸਾਹਿਬੇ ਕੁਰਾਨ ਨੇ ਪੇਸ਼ ਕੀਤਾ ਹੈ, ਠੀਕ ਹੈ। ਜੇ ਅਨਸਰ ਰਜ਼ਾ ਤੂੰ ਦੌੜਿਆ ਨਾ ਤੇ ਮੇਰਾ ਨਾਮ ਬਦਲ ਦਿਆ। ਉਹ ਤਾਂ ਹੀ ਤੇ ਕਹਿੰਦਾ ਮੈਂ ਸਿਰਫ ਕੁਰਾਨ ਤੋਂ ਗੱਲ ਕਰਨੀ ਹੈ, ਕਿਉਂਕਿ ਨਬੀ ਪਾਕ ਨੇ ਇੰਨੀ ਸਰਾਹਤ ਦੇ ਨਾਲ ਕੁਰਾਨ ਦੇ ਮਾਨੀ ਬਿਆਨ ਕਰ ਦਿੱਤੇ ਨੇ ਅਕਾਇਦ ਵਿੱਚ ਕਿ ਕਿਸੇ ਨੂੰ ਗਲਤੀ ਲੱਗਣ ਦਾ ਚਾਂਸ ਹੀ ਕੋਈ ਨਹੀਂ ਹੈ। ਤੇ ਉਹ ਇਸੇ ਗੱਲੇ ਤੇ ਕਹਿੰਦਾ ਸਿਰਫ ਕੁਰਾਨ ਨਾਲ ਗੱਲ ਕਰੋ। ਕਿਉਂ? ਦੇਖੋ ਉਹਦੇ ਵਿੱਚ ਵੀ ਇਹੀ ਮਸਲਾ ਨਾ ਕਿ ਤੁਸੀਂ ਇਹੀ ਗੱਲ ਕਹਿੰਦੇ ਹੋ ਜਿਹੜੀ ਚੀਜ਼ ਅਸੀਂ ਆਲਰੇਡੀ ਐਕਸੈਪਟ ਕਰਨੇ ਆ, ਠੀਕ ਹੈ। ਜਿਹੜਾ ਤੁਸੀਂ ਆਖਰੀ ਨਬੀ ਜਿਹੜਾ ਤੁਸੀਂ ਕਹਿੰਦੇ ਹੋ ਸਾਡਾ ਡਿਫਰੈਂਟ ਇੰਨਾ ਵੇ ਕਿ ਕੋਈ ਕਿਤਾਬ ਨਵੀਂ ਨਹੀਂ ਆਉਣੀ, ਕਿਤਾਬ ਇਹ ਹੀ ਹੈ। ਇਸ ਕਿਤਾਬ ਦੇ ਪੈਰੋਕਾਰੀ ਜਿਹੜੀ ਨਾ ਮੁਖਤਲਿਫ ਲੋਕ ਆ ਕੇ ਅੱਗੇ ਦੁਨੀਆ ਕਿਆਮਤ ਤੱਕ ਜਿਹੜਾ ਕੋਈ ਆਏਗਾ ਉਹ ਕਰਵਾਏਗਾ। ਉਹ ਜਿਸ ਤਰ੍ਹਾਂ ਚੌਹਾਨ ਸਾਹਿਬ ਨੇ ਅੱਗੇ ਗੱਲ ਕੀਤੀ ਸੀ ਕਿ ਉਹ ਸਮਝੇਗਾ, ਅੱਗੇ ਸਮਝਾਏਗਾ ਲੋਕਾਂ ਨੂੰ ਸਮਝ ਕੇ ਖੁਦਾ ਕੋਲੋਂ। ਨਹੀਂ, ਕੁਰਾਨ ਦੀ ਗੱਲ ਜਿੰਨੀ ਐਸੀ ਥੋੜੀ ਖੋਲ ਕੇ ਸਮਝਾਓ ਕਿ ਤੁਸੀਂ ਕੁਰਾਨ ਨਾਲ ਗੱਲ ਕਿੰਜ ਕਰਨਾ ਚਾਹੁੰਦੇ ਹੋ, ਖੁਦ ਮਾਨੀ ਕਰਨਾ ਚਾਹੁੰਦੇ ਹੋ, ਕਿਸੇ ਦਾ ਮੁਤੱਯਨ ਕਰਦਾ ਮਾਨੀ ਪੇਸ਼ ਕਰਨਾ ਚਾਹੁੰਦੇ ਹੋ। ਦੋ ਹੀ ਗੱਲਾਂ, ਜਾਂ ਬੰਦਾ ਖੁਦ ਮਾਨੀ ਕਰਨਾ ਚਾਹੁੰਦਾ ਹੈ ਤੇ ਜਾਂ ਦੂਏ ਦੇ ਮੁਤੱਯਨ ਕਰਦਾ ਪੇਸ਼ ਕਰਨਾ ਚਾਹੁੰਦਾ ਹੈ। ਦੋ ਹੀ ਗੱਲਾਂ ਹੁੰਦੀਆਂ। ਉਹਦਾ ਤੁਹਾਨੂੰ ਜਵਾਬ ਦਿੱਤਾ ਤੇ ਆਇਆ ਅੱਗੇ ਤਾਰਕ ਚੌਹਾਨ ਸਾਹਿਬ ਨੇ। ਨਹੀਂ, ਮੈਂ ਨਹੀਂ ਸੁਣਿਆ। ਮੈਂ ਉਹ ਮਿਰਜ਼ਾ ਸਾਹਿਬ ਜਿਹੜੇ ਆਏ ਨੇ ਉਹਨਾਂ ਨੇ ਆ ਕੇ ਕਲੇਮ ਕੀਤਾ। ਮਿਰਜ਼ਾ ਸਾਹਿਬ ਛੋੜੋ, ਸਾਈਡ ਤੇ ਕਰੋ ਇੱਕ ਮਿੰਟ। ਤੁਹਾਡੇ ਮੁਤਾਬਕ ਮੇਰੇ ਮੁਤਾਬਕ ਇਹੀ ਹੈ ਕਿ ਮਿਰਜ਼ਾ ਸਾਹਿਬ ਨੇ ਕੁਰਾਨ ਕਰੀਮ ਨੂੰ ਸਮਝਿਆ ਔਰ ਅੱਗੇ ਸਾਨੂੰ ਸਮਝਾਇਆ, ਬਸ। ਬਾਕੀ ਡੀਪਲੀ ਕਿਹੜੀ ਗੱਲ ਹੈ, ਨਾ ਮੈਂ ਮਨਾਜ਼ਰ ਹਾਂ, ਤੁਹਾਨੂੰ ਪਤਾ, ਨਾ ਮੈਂ ਮਨਾਜ਼ਰ ਹਾਂ। ਮੈਂ ਤਾਂ ਖੁਦ ਸਿੱਖਣ ਵਾਸਤੇ ਬਹਿਣਾ ਵਾ ਔਰ ਸਿੱਖਣਾ ਵਾ। ਜੱਟ ਸਾਹਿਬ, ਗੱਲ ਇਹ ਨਹੀਂ ਨਾ ਹੋਣੀ। ਗੱਲ ਇਹ ਹੋਣੀ ਹੈ ਕਿ ਇਸ ਗੱਲ ਦਾ ਫੈਸਲਾ ਕਿੰਜ ਹੋਏਗਾ ਕਿ ਤੁਹਾਡੇ ਮਾਨੀ ਦਰੁਸਤ ਨੇ ਜਾਂ ਮੇਰੇ ਮਾਨੀ ਦਰੁਸਤ ਨੇ। ਇਹ ਫੈਸਲਾ ਕਿੱਥੋਂ ਕਰਾਵਾਂਗੇ? ਇਹ ਤੁਸੀਂ ਦੱਸ ਦਿਓ ਕਿਵੇਂ ਕਰਾਉਣਾ ਹੈ। ਇਹੀ ਤੇ ਮੈਂ ਪੁੱਛ ਰਿਹਾ, ਉਹੀ ਤੁਸੀਂ ਮੈਨੂੰ ਪੁੱਛ ਰਹੇ ਹੋ। ਅੱਲਾਹ ਤਾਲਾ ਨੇ ਦੱਸਿਆ ਕਿ ਜਿਹੜਾ ਬੰਦਾ ਮੂਮਨ ਹੀ ਨਹੀਂ ਹੋ ਸਕਦਾ ਜਿਹੜਾ ਆਪਣੇ ਕਿਸੇ ਵੀ ਇਖਤਲਾਫ ਦਾ ਫੈਸਲਾ ਨਬੀ ਕਰੀਮ ਕੋਲ ਨਹੀਂ ਕਰਾਉਣਾ। ਅਸਾਂ ਦੇ ਅੱਲਾਹ ਤਾਲਾ ਕੁਰਾਨ ਇਹ ਕਿੰਨੇ ਫੈਸਲਾ ਕਰਨਾ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵਾਲਾ ਫੈਸਲਾ ਜਿਹੜਾ ਅਸੀਂ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕੋ ਕਰਵਾਉਂਦੇ ਆ, ਠੀਕ ਹੈ। ਅਸੀਂ ਕਲੇਮ ਕਰਨੇ ਆ ਕਿ ਜਿਹੜਾ ਅਸੀਂ ਔਰ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕੋਲ ਜਿਹੜਾ ਨਾ ਫੈਸਲਾ ਕਰਵਾਇਆ, ਉਹ ਤੁਸੀਂ ਕਲੇਮ ਕਰਦੇ ਹੋ ਅਸੀਂ ਕਰਵਾਇਆ। ਹੁਣ ਇਸ ਚੀਜ਼ ਦਾ ਫੈਸਲਾ ਕੌਣ ਕਰੇ ਕਿ ਕਿੰਨੇ ਸਹੀ ਕਰਵਾਇਆ, ਕਿੰਨੇ ਸਹੀ ਕਰਵਾਇਆ? ਇਹਦਾ ਫੈਸਲਾ ਵੀ ਹੋ ਜਾਂਦਾ ਨਾ। हाँ, ਹੁਣ ਇਹਦਾ ਫੈਸਲਾ ਦੱਸ ਦਿੰਦੇ ਆ, मिर्जा साहब का कॉल दस देने। तो मिर्जा साहब कहते हैं कि जो बात मदार ईमान है हर जमाने में बराबर शाया होती रही है। नबी करीम का जो फैसला हर जमाने में शाया हुआ, आप भी तस्लीम कर ले, मैं भी तस्लीम कर लेता हूँ। जिसकी सनद नबी करीम तक पहुंच गई, जिसकी बात की सनद नबी करीम तक पहुंच गई, उम्मत में राइज रही है वो बात। सुने, अभी मिसाल में दे देता हूँ। ईसा अलैहि सलाम की वफात है ना, अगर आपके नजदीक ईसा अलैहि सलाम की वफात मानना मदार ईमान में शामिल है तो इसका हर जमाने में शाया होना लाजम है, ठीक है। लेकिन मिर्जा साहब से पीछे आपको इसकी सनद ही नहीं मिलेगी। आपके घर में इकरार है कि बड़े बड़े बुजुर्ग पिछली तमाम सदियों के जाते मसीह के कीदे पर फौत हुए हैं, तो आपके कीदे के पीछे सनद ही कोई नहीं है। नबी करीम तक बात आप कैसे लेके जाएंगे? सवाल ये होता है कि अपना कीदा पीछे साबित भी करना होगा। ਤੁਸੀਂ ਕੀ ਕਹਿ ਰਹੇ ਹੋ ਕਿ ਪਹਿਲਾਂ ਇਹ ਨਹੀਂ ਸੀ ਆਇਆ ਕੀਦਾ? कौन सा? ਹਯਾਤ ਈਸਾ ਦਾ? हयात ईसा का तो थोड़ी था, आवाज वफात बदल ईसा हो का- रही है। मैं ये कह रहा हूँ कि हयात ईसा का तो था, वफात ईसा का कीदा कोई नहीं मौजूद था। मौजूद होता तो मिर्जा साहब को इलाम की जरूरत ना पड़ती कभी भी।
ਗੱਲ ਇਹ ਵੇ ਕਿ ਫੇਰ ਕੁਰਾन मौजूद था, सुने ना, ਨਹੀਂ ਮਹਿਮਾਨ कुरान ਸਾਹਿਬ मौजूद ਪਹੁੰਚੋ था। ਕਿ ਉਹੀ ਗੱਲ ਆ ਜਾਣੀ ਹੈ ਨਾ, ਵੇਖੋ ਪਹੁੰਚੋ ਕਿ ਉਹੀ ਗੱਲ ਆ ਜਾਣੀ ਹੈ ਕਿ नहीं वो बात नहीं, ਦੇਖੋ ਮੇਰੀ ਕੋਈ वो ਗੱਲ बात नहीं आती। ਨਹੀਂ, ਤੁਸੀਂ ਪੰਜਾਬੀ ਚ ਗੱਲ ਕਰੋ, ਪੰਜਾਬੀ ਬੈਟਰ ਹੈ, ਠੀਕ ਹੈ। ਮੈਂ ਤੁਹਾਨੂੰ ਕਹਿ ਰਿਹਾ ਕਿ ਪਹੁੰਚੋ ਕਿ ਗੱਲ ਮਿਰਜ਼ਾ ਸਾਹਿਬ ਤੇ ਹੀ ਆਉਣੀ ਹੈ। ਮੈਂ ਕਹਿ ਰਿਹਾ ਕਿ ਇੱਕ ਸ਼ਖਸੀਅਤ ਨੂੰ ਛੱਡੋ ਤੁਸੀਂ, ਅਸਲ ਗੱਲ ਇਹ ਵੇ ਕਿ ਇਹਦੇ ਉੱਤੇ ਕੋਈ ਖਾਲਸਤਨ ਇਮਾਨਦਾਰੀ ਦੇ ਨਾਲ ਕੋਈ ਐਸੀ ਡਿਬੇਟ ਹੋਣੀ ਚਾਹੀਦੀ ਜਿਹਦੇ ਵਿੱਚ ਲੋਕਾਂ ਨੂੰ ਸਿੱਖਣ ਦਾ ਮੌਕਾ ਮਿਲੇ, ਔਰ ਦੋਨਾਂ ਤਰਫਾਂ ਦੇ ਜਿਹੜੇ ਨੇ ਉਹ ਜੋ ਵੀ ਉਹ ਪੇਸ਼ ਕਰਨ, ਇੱਕ ਅਹਿਮਦੀ ਫਰੀਕ ਹੋਵੇ, ਇੱਕ ਤੁਹਾਡੇ ਵੱਲੋਂ ਹੋ ਜੇ। ਅਸਲ ਸ਼ਖਸੀਅਤ ਪ੍ਰਸਤੀ ਵੱਲ ਨਾ ਵੇਖੋ ਕਿ ਉਹ ਮਿਰਜ਼ਾ ਸਾਹਿਬ ਨੇ, ਅਸਲ ਵੇਖੋ ਕਿ ਕਿਆ ਇਸ ਤੋਂ ਬਾਅਦ ਨਬੀ ਆ ਸਕਦਾ ਜਾਂ ਨਹੀਂ ਆ ਸਕਦਾ। ਉਹਦੇ ਉੱਤੇ ਅਗਰ ਜਮਾਤੇ ਅਹਿਮਦੀਆ ਕਰ ਦਿੰਦੀ ਹੈ ਕਿ ਹਾਂ ਨਬੀ ਆ ਸਕਦਾ ਤੇ ਫਿਰ ਆਓ ਵੀ ਬਾਕੀ ਇਹ ਨਬੀ ਹੈ ਨੇ ਕਿ ਨਹੀਂ ਹੈ। ਤੇ ਅਗਰ ਇਸ ਚੀਜ਼ ਤੇ ਤੁਸੀਂ ਐਗਰੀ ਹੀ ਨਹੀਂ ਹੋਣਾ ਤੇ ਫਿਰ ਸਹੀ ਹੈ, ਟਾਈਮ ਪਾਸ ਹੁੰਦਾ ਵੇ ਦੋਵਾਂ ਪਾਸਾਂ ਤੇ, ਕੋਈ ਇਤਰਾਜ਼, ਕੋਈ ਉਹ ਕੀ ਕਹਿੰਦੇ ਨੇ ਸਫਾ ਲੈ ਹੋ ਗਿਆ, ਮੇਰੇ ਸਾਹਿਬ ਨੇ ਇੰਜ ਕਿਹਾ, ਉਹਨਾਂ ਚੀਜ਼ਾਂ 'ਚ ਕੋਈ ਫਾਇਦਾ ਨਹੀਂ ਹੈ। ਉਹ ਲੱਗੇ ਰਹੋ, ਹਰ ਬੰਦੇ ਦਾ ਟਾਈਮ ਹੈ, ਸਾਡੀ ਸਾਈਡ ਤੋਂ ਵੀ ਟਾਈਮ ਪਾਸ ਹੁੰਦਾ, ਤੁਹਾਡੀ ਸਾਈਡ ਤੋਂ ਵੀ ਟਾਈਮ ਪਾਸ ਹੁੰਦਾ, ਸਵੇਰ ਤੋਂ ਸ਼ਾਮ ਤੱਕ ਅਸੀਂ ਇਹੀ ਸੁਣਨੇ ਆ। ਹਾਲਾਂਕਿ ਅਸਲ ਨੁਕਤਾ ਨਜ਼ਰ ਤੇ ਜਿਹੜਾ ਪਹੁੰਚਣਾ ਵੇ ਉਹ ਇਹੀ ਹੈ ਕਿ ਨਬੀ ਆਉਣਾ ਹੈ ਕਿ ਨਹੀਂ ਆਉਣਾ। ਅਗਰ ਨਹੀਂ ਆਉਣਾ ਤੇ ਕਹਾਣੀ ਖਤਮ ਹੋਣੀ ਚਾਹੀਦੀ ਹੈ, ਅਗਰ ਆਉਣਾ ਹੈ ਤੇ ਫਿਰ ਸ਼ਖਸੀਅਤ ਤੇ ਗੱਲ ਕਰੋ ਤੁਸੀਂ। मतलब ये जैसा बाकी नहीं, असल में यहाँ मौजू ज़ेर डिस्कस नहीं है कि मौजू खत्म नबूवत होगा या क्या कोई भी होगा, हमारा असूल पर डिस्कस हो रही है। आप करते हैं एक आयत का एक मानी, मैं करता हूँ दूसरा मानी। हमारे दरमियान वजह तनाज़ा यह है कि किसका मानी जो है वो दुरुस्त तस्लीम किया जाएगा और किस कसौटी पर परख कर उसको तस्लीम किया जाएगा। वो कसौटी क्या है कि जिसके मुताबिक यह फैसला होगा कि नहीं मवान मानी दुरुस्त कर रहा है, अमर नजीर दुरुस्त कर रहे हैं या जट साहब दुरुस्त कर रहे हैं। वो कसौटी हमने देखनी है कि कुरान की आयत का जो फार्म, ये तीनों में से जो बंदे बयान कर रहे हैं, किसका दुरुस्त है, वो पैमाना क्या है। मैं उस पैमाने की तलाश में, आप किस पैमाने पर रखकर उसको परखेंगे, अपने मानी को भी और मेरे मानी को भी, वो पैमाना इन्हें बता दे। बस छोटी सी बात है ये। ठीक है। ठीक है, मेरे ख्याल यही चलन दो। आहो तब आपने शायद मेरी बात सुनी नहीं है। ਤੁਹਾਡੀ ਗੱਲ ਸੁਣ ਲਈਏ। ਮੇਰਾ ਖਿਆਲ ਹੈ ਕਿ ਮੈਂ ਤੇ ਸਟਾਪ ਹਾਂ, ਤੁਸੀਂ ਬਾਕੀ ਜਾਰੀ ਰੱਖੋ। ਅੱਛਾ, ਇੱਕ ਦੋਸਤ ਬਹੁਤ ਹਵਾਲੇ ਸੈਂਡ ਕਰ ਰਿਹਾ ਤੇ ਉਹ ਰਿਕੁਐਸਟ ਹੈ ਕਿ ਯਾਰ ਇੱਥੇ ਆ ਜਾ ਮੇਰਾ ਭਰਾ। ਜੱਟ ਸਾਹਿਬ, ਇੱਕ ਛੋਟਾ ਜਿਹਾ ਸਵਾਲ ਪੁੱਛਣ ਦੀ ਇਜਾਜ਼ਤ ਦਿਓਗੇ ਤੇ ਰੱਖ ਦਵਾਂ ਤੁਹਾਡੇ ਅੱਗੇ? ਰੱਖ ਦਿਓ, ਇਲਮ ਵਿੱਚ ਹੋਇਆ ਜਵਾਬ ਦੇ ਦੇਵਾਂਗਾ, ਨਹੀਂ ਤਾਂ ਨਹੀਂ। ਜੱਟ ਸਾਹਿਬ ਨੇ ਅੱਗੇ ਇੱਕ ਗੱਲ ਕੀਤੀ ਸੀ ਕਿ ਮੈਂ ਥੱਲੇ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ ਕਿ ਕਿਆ ਬਰੇਲਵੀ ਦੀ ਗੱਲ ਕਰ ਰਹੇ ਸਨ ਕਿ ਉਹ ਵੀ ਬੈਤ ਕਰਦੇ ਨੇ, ਤੇ ਕਿਆ ਜਿਸ ਤਰ੍ਹਾਂ ਜਮਾਤ ਦੇ ਵਿੱਚ ਬੈਤ ਹੁੰਦੀ ਹੈ, ਕਿਆ ਬਰੇਲਵੀ ਵੀ ਇਸ ਤਰ੍ਹਾਂ ਬੈਤ ਵਿੱਚ ਆ ਕੇ ਬਰੇਲਵੀ ਹੁੰਦੇ ਨੇ? ਮੈਂ ਤਾਂ ਨਹੀਂ ਸੁਣਿਆ ਕਿ ਕੋਈ ਬਰੇਲਵੀ ਬੈਤ ਹੋ ਕੇ ਹੁੰਦੇ ਨੇ। ਜੱਟ ਸਾਹਿਬ ਕਹਿ ਰਹੇ ਨੇ, ਮੈਂ ਇਸੇ ਵਾਸਤੇ ਇਹਨਾਂ ਨੂੰ ਪੁੱਛ ਰਿਹਾ ਕਿ ਕਲੀਅਰ ਕਰ ਦੇਣ ਜ਼ਰਾ। ਸਰ, ਪੀਰਾਂ ਦੀਆਂ ਬੈਤਾਂ ਹੁੰਦੀਆਂ ਨੇ, ਇਸ ਤਰ੍ਹਾਂ ਨਾ ਕਰੋ। ਮੇਰਾ ਵੀ ਰੇਲ ਬਾਈ ਮੈਂ ਦੱਸ ਦਿੰਦਾ, ਪੀਰਾਂ ਦੀਆਂ ਬੈਤਾਂ ਹੁੰਦੀਆਂ ਨੇ ਔਰ ਕਈ ਇਮਾਮ ਆਲਾ ਹਜ਼ਰਤ ਦੇ ਵੀ ਅੱਗੋਂ ਖਲੀਫਾ ਨੇ ਔਰ ਲੋਕ ਉਹਨਾਂ ਦੀਆਂ ਬੈਤਾਂ ਕਰਦੇ ਨੇ। ਐਸਾ ਨਹੀਂ ਹੈ, ਮੇਰੇ ਖੁਦ ਰਿਲੇਟਿਵ ਅੱਧਾ ਖਾਨਦਾਨ ਜਿਹੜਾ ਵੇ ਉਹ ਹੈ ਵੇ, ਕੋਈ ਬਰੇਲਵੀ ਹੈ, ਕੋਈ ਦਿਓਬੰਦ ਨੇ, ਤੇ ਉਹ ਬੈਤ ਕਰਦੇ ਨੇ। ਇਸ ਤਰ੍ਹਾਂ ਨਹੀਂ ਹੈ ਕਿ ਬੈਤ ਨਹੀਂ ਹੁੰਦੀ। ਸ਼ਾਇਦ ਤੁਸੀਂ ਦੁਬਾਰਾ ਨਹੀਂ, ਅਗਰ ਤੇ ਕੋਈ ਲੋਕ ਦੇਖੋ ਇਨਫਰਾਦੀ ਤੌਰ ਤੇ ਅਗਰ ਕੋਈ ਲੋਕ ਆਪਣੇ ਕੁਝ ਮੰਨਣ ਵਾਲਿਆਂ ਨੂੰ ਉਸ ਪੈਰ 'ਚ ਲੈ ਲੈਂਦੇ ਤਾਂ ਉਹ ਇੱਕ ਅਲੱਗ ਗੱਲ ਹੈ ਨਾ। ਉਹ ਤੁਸੀਂ ਹੁਣ ਅੱਗੋਂ ਇਤਰਾਜ਼ ਹੋਰ ਨਾ ਚੁੱਕ ਲਓ। ਬਹਰਹਾਲ ਬੈਤਾਂ ਹੁੰਦੀਆਂ ਨੇ ਮੇਰੇ ਕੋਲ। ਨਹੀਂ, ਮੈਂ ਇਤਰਾਜ਼ ਨਹੀਂ ਕਰ ਰਿਹਾ। ਜੀ ਨਹੀਂ, ਮੈਂ ਇਤਰਾਜ਼ ਨਹੀਂ ਕਰ ਰਿਹਾ। ਮੈਂ ਇਸੇ ਵਾਸਤੇ ਨਾਲ ਇਹ ਮੈਂਸ਼ਨ ਕੀਤਾ ਸੀ ਕਿ ਕਿਆ ਜਿਸ ਤਰ੍ਹਾਂ ਜਮਾਤੇ ਅਹਿਮਦੀਆ ਦੇ ਵਿੱਚ ਬਕਾਇਦਾ ਇੱਕ ਨਿਜ਼ਾਮ ਹੈ, ਇੱਕ ਬੈਤ ਦੇ ਅੰਡਰ ਆ ਕੇ ਤੁਸੀਂ ਇੱਕ ਸ਼ਖਸ ਦੇ ਨੀਚੇ ਉਹ ਪੂਰੀ ਜਮਾਤ, ਨਾ ਤੁਹਾਡੇ ਅੰਦਰ ਕੋਈ 36 ਕਿਸਮ ਦੀਆਂ ਬੈਤਾਂ ਤਾਂ ਨਹੀਂ ਹੁੰਦੀਆਂ ਨਾ, ਇੱਕ ਹੀ ਬੈਤ ਹੁੰਦੀ ਹੈ, ਠੀਕ ਹੈ। ਇੱਕ ਨਿਜ਼ਾਮ ਦੇ ਅੰਡਰ ਨੇ ਸਾਰੇ ਜਮਾਤ ਵਾਲੇ। ਚੂੰਕਿ ਗੁਫ਼ਤਗੂ ਉਦੋਂ ਇਹੀ ਹੋ ਰਹੀ ਸੀ ਕਿ ਜਮਾਤ ਦੇ ਲੋਕ ਜਿਹੜੇ ਟਿਕਟੌਕ ਤੇ ਆਉਂਦੇ ਨੇ ਉਹ
3 ਗਰੁੱਪ ਤੁਸੀਂ ਉਹਦੇ ਵਿੱਚ ਦੱਸੇ ਨੇ ਸਾਨੂੰ, ਠੀਕ ਹੈ, ਜਿਹਦੇ ਵਿੱਚੋਂ ਇੱਕ ਜਿਹੜਾ ਖਿਲਾਫਤ ਦਾ ਗਰੁੱਪ ਜਿਹੜਾ ਇੱਕ ਬੈਤ ਦੇ ਨੀਚੇ ਨੇ, ਉਹਦੇ ਅੰਦਰ ਇੱਕ ਹੀ ਬੈਤ ਹੈ, ਇੱਕ ਤੋਂ ਜ਼ਿਆਦਾ ਬੈਤਾਂ ਨਹੀਂ ਨੇ। ਐਸੇ ਤਰ੍ਹਾਂ ਮੇਰਾ ਹੀ ਸਵਾਲ ਸੀਗਾ ਕਿ ਕਿਆ ਤੁਸੀਂ ਬਰੇਲਵੀ ਨੂੰ ਕਹਿ ਰਹੇ ਕਿ ਬਰੇਲਵੀ ਵੀ ਜਿਹੜੇ ਨੇ ਉਹ ਬੈਤ ਕਰਦੇ ਨੇ, ਕਿਆ ਬਰੇਲਵੀ ਹੋਣ ਵਾਸਤੇ ਉਹ ਬੈਤ ਕਰਦੇ ਨੇ ਇਮਾਮ ਅਹਿਮਦ ਰਜ਼ਾ ਖਾਨ ਸਾਹਿਬ ਦੀ? ਇਹ ਮੇਰਾ ਹੀ ਸਵਾਲ ਸੀਗਾ। ਕਿਆ ਉਹ ਦੇਖੋ ਮਿਆਰ ਡਿਫਰੈਂਟ ਰਹੀਲ ਭਾਈ, ਇਹ ਚ ਮਿਆਰ ਡਿਫਰੈਂਟ ਹੋ ਸਕਦੇ ਨੇ, ਠੀਕ ਹੈ। ਮੈਂ ਅੱਛੀ ਤਰ੍ਹਾਂ ਜਾਣਨਾ, ਮਤਲਬ ਮੇਰੇ ਨਾਨਕਿਆਂ ਨੂੰ, ਮਤਲਬ ਮੇਰੇ ਜਿਹੜੇ ਮਾਮੂ ਲੱਗਦੇ ਨੇ, ਉਹ 2 ਭਾਈ ਨੇ ਔਰ ਦੋਨੋਂ ਉਹ 2 ਬਜ਼ੁਰਗਾਂ ਦੇ ਉਹ ਬੈਤ ਦੇ ਵਿੱਚ ਨੇ ਔਰ ਬਕਾਇਦਾ ਉਹਨਾਂ ਨੂੰ ਹੀ ਫਾਲੋ ਕਰਦੇ ਨੇ ਔਰ ਉਹ ਸਾਰਾ ਕੁਝ ਉਹ ਹਲਾਂ ਤੋਂ ਚਲੇ ਵੀ ਗਏ ਨੇ, ਤੇ ਉਹਨਾਂ ਦੇ ਜਿਹੜੇ ਗੱਦੇ ਨਸ਼ੀਨ ਨੇ ਉਹਨਾਂ ਦੇ ਜਾ ਕੇ ਉਸ ਵਗੈਰਾ ਜਾਂ ਉੱਥੇ ਜਾਂਦੇ ਨੇ, ਠੀਕ ਹੈ, ਤੇ ਉਹ ਉਹਨਾਂ ਦੇ ਬੈਤ ਦੇ ਵਿੱਚ ਹੈ ਨੇ। ਨਿਜ਼ਾਮ ਡਿਫਰੈਂਟ ਹੋ ਸਕਦਾ, ਸਾਡਾ ਸ਼ਾਇਦ ਹੋਰ ਹੈ ਤੇ ਉਹਨਾਂ ਦਾ ਹੋਰ ਹੈ, ਬਸ ਇਹ ਗੱਲ ਹੈ। ਠੀਕ ਹੈ, ਮੈਂ ਤੁਸੀਂ ਇਹਦੇ ਚ ਨਫਰਾਦੀ ਕਰ ਲਿਆ ਤੇ ਸਾਨੂੰ ਕਿਉਂ ਨਹੀਂ ਤੁਸੀਂ ਨਫਰਾਦੀ ਚੋਂ ਲੈਂਦੇ? ਮੈਂ ਥੋੜਾ ਕਰ ਦੇਣਾ ਆਖਰੀ, ਕਿਆ ਬਰੇਲਵੀ ਹੋਣ ਵਾਸਤੇ ਜਾਂ ਕਿਸੇ ਨੂੰ ਆਪਣੇ ਆਪ ਨੂੰ ਬਰੇਲਵੀ ਕਹਿਲਾਉਣ ਵਾਸਤੇ ਕਿਸੇ ਬੈਤ ਦੇ ਅੰਦਰ ਆਣਾ ਜ਼ਰੂਰੀ ਹੈ? ਨਹੀਂ, ਬੈਤ ਚ ਤੁਹਾਨੂੰ ਮਸਲਾ ਕੀ ਹੈ? ਮਤਲਬ ਬੈਤ ਦੇ ਵਿੱਚ ਮਸਲਾ ਕੀ ਹੈ? ਇਹ ਜੀ ਕੋਈ ਗੱਲ ਨਹੀਂ ਕਰਨੇ ਜਾਂ ਦੂਸਰੇ ਕਰ ਦੇਣੇ ਚ ਬੈਤ ਚ ਕੀ ਮਸਲਾ ਹੈ? ਮਸਲਾ ਕੋਈ ਨਹੀਂ ਹੈ, ਮਸਲਾ ਕੋਈ ਨਹੀਂ। ਗੱਲ ਸਿਰਫ ਇੰਨੀ ਵੇ ਕਿ ਜਦੋਂ ਤੁਸੀਂ ਐਜ਼ ਅ ਜਮਾਤ ਦੇ ਅਫਰਾਦ ਟਿਕਟੌਕ ਤੇ ਆ ਕੇ ਕੋਈ ਗੱਲ ਕਰਦੇ ਨੇ ਔਰ ਇੱਕ ਹੀ ਬੈਤ ਦੇ ਨੀਚੇ ਆ ਕੇ ਤੁਸੀਂ 2 ਮੁਖਤਲਿਫ ਗੱਲਾਂ ਵੀ ਕਰਦੇ ਜੀ, ਠੀਕ ਹੈ, ਉਹਦੇ ਵਿੱਚ ਹੋ ਜਾਂਦਾ ਹੈ, ਇਖਤਲਾਫ ਰਾਏ ਵੀ ਹੁੰਦਾ ਹੈ, ਸਮਝ ਦਾ ਵੀ ਹੁੰਦਾ, ਫਹਿਮ ਦਾ ਵੀ ਆਪਣਾ ਹੁੰਦਾ ਹੈ, ਬਹੁਤ ਸਾਰੇ ਲੋਕ ਆਪਣਾ ਜ਼ਾਤੀ ਫਹਿਮ ਅਪਲਾਈ ਕਰਦੇ ਨੇ, ਇਸੇ ਤਰ੍ਹਾਂ ਹੀ ਹੈ। ਲੇਕਿਨ ਉਹਦੇ ਵਿੱਚ ਚੂੰਕਿ ਜਮਾਤ ਵਾਲੇ ਇੱਕ ਦੂਸਰੇ ਨੂੰ ਕਹਿੰਦੇ ਸੁਣੇ ਗਏ ਨੇ ਕਿ ਬਈ ਜਮਾਤ ਦੀ ਇਹ ਤਾਲੀਮ ਨਹੀਂ ਹੈ ਜਾਂ ਜਮਾਤ ਇਸ ਤਰ੍ਹਾਂ ਨਹੀਂ ਕਰਦੀ ਹੈ, ਜਮਾਤ ਦਾ ਇਹ ਮੰਨਣਾ ਨਹੀਂ ਹੈ। ਔਰ ਲੇਕਿਨ ਜਿਸ ਟਾਈਮ ਮੁਸਲਮਾਨਾਂ ਦੀ ਗੱਲ ਹੁੰਦੀ ਹੈ, ਤੁਸੀਂ ਮੁਸਲਮਾਨਾਂ ਨੂੰ ਵੀ ਇਹੀ ਕਹਿੰਦੇ ਹੋ ਕਿ ਹਾਂਜੀ ਜੀ ਉਹ ਬਰੇਲਵੀ ਆਏ ਨੇ, ਉਹ ਇਦਾਂ, ਠੀਕ ਹੈ, ਲੇਕਿਨ ਸਵਾਲ ਸਿਰਫ ਉੱਥੇ ਇੰਨਾ ਹੈ ਕਿ ਕਿਆ ਬਰੇਲਵੀ ਵੀ ਕਿਸੇ ਇੱਕ ਨਿਜ਼ਾਮ, ਕਿਸੇ ਇੱਕ ਬੈਤ ਦੇ ਅੰਡਰ ਪਾਬੰਦ ਨੇ ਕਿ ਉਹਨਾਂ ਨੇ ਇੱਕ ਹੀ ਫਹਿਮ ਲੈ ਕੇ ਚੱਲਣਾ, ਜਿਸ ਤਰ੍ਹਾਂ ਜਮਾਤ ਦੇ ਵਿੱਚ ਪਾਬੰਦੀ ਹੈ ਕਿ ਉਹ ਇੱਕ ਹੀ ਫਹਿਮ ਲੈ ਕੇ ਚੱਲਣਗੇ ਜੋ ਜਮਾਤ ਬਿਆਨ ਕਰਦੀ ਹੈ? ਨਹੀਂ, ਹਰ ਬੰਦਾ ਆਜ਼ਾਦ ਹੈ, ਜੋ ਮਰਜ਼ੀ ਕਰ ਸਕਦਾ ਹੈ। ਹਾਂ, ਇਹਦੇ ਵਿੱਚ ਇਹ ਵੇ ਕਿ ਨਿਜ਼ਾਮ ਅਗਰ ਕਵੇ ਕਿ ਤੁਸੀਂ ਅਸੂਲ ਇਹੀ ਹੋਣਾ ਚਾਹੀਦਾ ਕਿ ਜਿਹੜਾ ਕੋਈ ਨਿਜ਼ਾਮ ਹੋਵੇ ਉਹਦਾ ਤੁਸੀਂ ਪੈਰੋਕਾਰ ਔਰ ਉਸ ਨਿਜ਼ਾਮ ਦੇ ਅੰਦਰ ਤੁਸੀਂ ਰਹਿ ਰਹੇ ਹੋ, ਤੇ ਫਿਰ ਮੇਰਾ ਖਿਆਲ ਹੈ ਕਿ ਜਿਹੜਾ ਕੋਈ ਤੁਹਾਨੂੰ ਲੀਡ ਕਰ ਰਿਹਾ ਤੁਸੀਂ ਉਹਦੇ ਫਹਿਮ ਦੇ ਨਾਲ ਤੁਸੀਂ ਐਗਰੀ ਕਰੋ। ਅੱਗੋਂ ਤੁਸੀਂ ਨਹੀਂ ਕਰਦੇ, ਉਹ ਤੁਹਾਡੀ ਆਪਣੀ ਜ਼ਾਤੀ ਫੇਲ ਹੈ, ਠੀਕ ਹੈ। ਠੀਕ ਹੈ, ਅਸੂਲ ਇਹ ਹੀ ਹੋਣਾ ਚਾਹੀਦਾ ਕਿ ਤੁਸੀਂ ਅਗਰ ਕਿਸੇ ਦੀ ਬੈਤ ਕੀਤੀ ਹੈ ਨਾ, ਬੈਤ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਵੇਚ ਦੇਣਾ, ਆਪਣੇ ਆਪ ਨੂੰ ਮਤਲਬ ਉਹਦੇ ਵਾਸਤੇ ਕੁਰਬਾਨ ਕਰ ਦੇਣਾ। ਮੈਂ ਇਹ ਸਮਝਣਾ ਫਿਰ ਤੁਸੀਂ ਜਦੋਂ ਤੁਸੀਂ ਉਹਨੂੰ ਮੰਨ ਲਿਆ ਤੇ ਫਿਰ ਉਹਦੇ ਤੁਹਾਨੂੰ ਪੂਰਾ ਪੈਰੋਕਾਰ ਹੋਣਾ ਚਾਹੀਦਾ। ਠੀਕ ਹੈ, ਯਾਨੀ ਕਿ ਟਿਕਟੌਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਅਗਰ ਕੋਈ ਅਹਿਮਦੀ ਆਪਣਾ ਕੋਈ ਕਿਸੇ ਚੀਜ਼ ਦਾ ਫਹਿਮ ਬਿਆਨ ਕਰਦਾ ਹੈ, ਤਬਲੀਗ ਕਰਦਾ ਹੈ ਕਿਸੇ ਇੱਕ ਮੌਜੂ ਨੂੰ ਲੈ ਕੇ, ਕੱਲ ਨੂੰ ਜਮਾਤ ਉਹਦੇ ਬਾਰੇ 'ਚ ਕੋਈ ਹੋਰ ਆਪਣਾ ਮੌਕਫ ਛਾਪ ਦਿੰਦੀ ਹੈ ਕਿ ਸਾਡਾ ਇਹ ਮੌਕਫ ਹੈ ਜਿਹੜਾ ਕਿ ਟੋਟਲੀ ਮੁਖਤਲਿਫ ਹੋਵੇ ਉਸ ਸ਼ਖਸ ਦੇ ਬਿਆਨ ਕੀਤੇ ਜਾਂ ਤਬਲੀਗ ਕੀਤੇ ਤੋਂ, ਤੇ ਇਹਦਾ ਮਤਲਬ ਇਹ ਹੈ ਨਾ ਕਿ ਜਮਾਤ ਦਾ ਅੱਗੇ ਲੈ ਕੇ ਚੱਲਿਆ ਜਾਏਗਾ। ਯਾਨੀ ਕਿ ਅੱਜ ਤੁਸੀਂ ਅਗਰ ਇੱਕ ਗੱਲ ਕਰ ਰਹੇ ਹੋ, ਕੱਲ ਨੂੰ ਜਮਾਤ ਨੂੰ ਡਿਸਓਨ ਕਰ ਸਕਦੀ ਹੈ ਨਾ। ਮੈਂ ਦੱਸਣਾ ਤੁਹਾਨੂੰ ਇਹਦਾ ਖਲੀਫਾਤੁਲ ਮਸੀਹ ਖਾਮਸ ਜਿਹੜੇ ਨਾ ਸਾਡੇ ਮੌਜੂਦਾ ਖਲੀਫਾ, ਉਹਨਾਂ ਨੇ ਸ਼ਾਇਦ ਇੱਕ ਜਗ੍ਹਾ ਤੇ ਬਿਆਨ ਕੀਤਾ ਸੀ, ਸ਼ਾਇਦ ਲਫ਼ਜ਼ ਬਾਈ ਲਫ਼ਜ਼ ਨਹੀਂ ਮੈਂ ਬਿਆਨ ਕਰਦਾ, ਮਫਹੂਮਨ ਦੱਸ ਦਿੰਦਾ। ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਤੁਸੀਂ ਕਿਸੇ ਚੀਜ਼ ਤੇ ਰਿਸਰਚ ਕਰਦੇ ਹੋ ਨਾ, ਤੁਸੀਂ ਹਟ ਕੇ ਕੋਈ ਕੰਮ ਨਹੀਂ ਕਰ ਸਕਦੇ, ਠੀਕ ਹੈ। ਉਹ ਤੁਸੀਂ ਸਾਨੂੰ ਲਿਖੋ ਕਿ ਇਹ ਫਾਰ ਐਗਜ਼ਾਮਪਲ ਇੱਕ ਕੁਰਾਨ ਦੀ ਆਇਤ ਲੈ ਲੈਂਦੇ ਆ, ਮੇਰਾ ਇਹ ਫਹਿਮ ਹੈ, ਮੈਂ ਇੱਥੇ ਇਹ ਰਿਸਰਚ ਕੀਤੀ ਹੈ, ਠੀਕ ਹੈ, ਤੇ ਉਹ ਵਾਇਆ ਇੱਕ ਨਿਜ਼ਾਮ ਦੇ ਥਰੂ ਉਹਨੂੰ ਚੇਂਜ ਜਾਂ ਜੋ ਵੀ ਉਹਨੂੰ ਕੋ ਤੁਸੀਂ ਕਰ ਸਕਦੇ ਹੋ। ਅਦਰਵਾਈਜ਼ ਬਜ਼ਾਤੇ ਖੁਦ, ਕਿਉਂਕਿ ਅਸੀਂ ਇੱਕ ਨਿਜ਼ਾਮ ਦੇ ਅੰਡਰ ਆ, ਇਸ ਵਾਸਤੇ ਅਸੀਂ ਖੁਦ ਆਪਣੇ ਤੌਰ ਤੇ ਕੁਝ ਨਹੀਂ ਕਰ ਸਕਦੇ। ਸਾਨੂੰ ਬਕਾਇਦਾ ਉਸ ਨਿਜ਼ਾਮ ਨੂੰ ਲਿਖਣਾ ਪਏਗਾ ਕਿ ਇਹ ਮੈਂ ਸਮਝਿਆ ਵਾਂ, ਇਹ ਮੇਰੀ ਰਿਸਰਚ ਹੈ, ਤੇ ਉਸ ਤੋਂ ਬਾਅਦ ਉਹ ਨਿਜ਼ਾਮ ਖੁਦ ਉਹਨੂੰ ਵੇਖੇਗਾ। ਇਹ ਨਹੀਂ ਕਿ ਮੈਂ ਖੁਦ ਕਹਿਣਾ ਸ਼ੁਰੂ ਕਰਦਾ ਕਿ ਇੰਜ ਉਸ ਤੋਂ ਬਾਅਦ ਹੀ ਫਿਰ ਇਖਤਲਾਫ ਹੁੰਦੇ ਨੇ ਨਾ। ਤੇ ਅਗਰ ਹਰ ਬੰਦਾ ਹੀ ਆਪਣੀਆਂ ਤਸ਼ਰੀਹਾਂ ਲੈ ਕੇ ਸ਼ੁਰੂ ਕਰ ਦੇਵੇ ਤੇ ਫਿਰ 1000 ਇਖਤਲਾਫ ਖੜੇ ਹੋ ਜਾਣਗੇ। ਠੀਕ ਹੈ ਜੀ, ਲੇਕਿਨ ਇਹ ਗੱਲ ਤੇ ਕਨਫਰਮ ਹੈ ਨਾ ਕਿ ਜਮਾਤ ਦਾ ਕੋਈ ਵੀ ਇਸ ਟਾਈਮ ਆਫੀਸ਼ੀਅਲ ਬੰਦਾ ਜਾਂ ਜਿਹਨੂੰ ਜਮਾਤ ਨੇ ਲੈਟਰ ਥਮਾਇਆ ਹੋਵੇ ਕਿ ਤੁਸੀਂ ਟਿਕਟੌਕ ਦੇ ਉੱਤੇ ਆਹ ਵਾਲੀ ਤਬਲੀਗ ਦੀ ਇਜਾਜ਼ਤ ਤੁਹਾਨੂੰ ਹੈ, ਉਹ ਕਰ ਰਿਹਾ ਹੋਵੇ। ਮੇਰੇ ਖਿਆਲ ਹਰ ਬੰਦਾ ਆਪਣੇ ਫਹਿਮ ਬਿਆਨ ਕਰ ਰਿਹਾ, ਇੱਕ ਹੀ ਖਿਲਾਫਤ ਦੀ ਬੈਦ ਦੇ ਅੰਡਰ ਰਹਿੰਦੇ ਆਇਆ, ਇਸੇ ਤਰ੍ਹਾਂ ਹੀ ਹੈ ਨਾ। ਨਹੀਂ, ਅਫੀਸ਼ੀਅਲ ਕੋਈ ਮੈਨੂੰ ਨਹੀਂ ਪਤਾ ਕਿ ਕੋਈ ਅਫੀਸ਼ੀਅਲ ਹੈ ਬੰਦਾ, ਮੈਨੂੰ ਜਿੰਨਾ ਕੋਈ ਇਲਮ ਹੈ ਕਿ ਕੋਈ ਵੀ ਜਮਾਤੀ ਅਫੀਸ਼ੀਅਲ ਬੰਦਾ ਨਹੀਂ ਹੈ ਇੱਥੇ। ਜਿਹੜੀ ਅਫੀਸ਼ੀਅਲ ਟੀਮ ਹੁੰਦੀ ਹੈ ਜਿਹਦੇ ਜ਼ਿੰਮੇ ਲਾਇਆ ਜਾਂਦਾ ਕਿ ਤੁਸੀਂ ਕੰਮ ਕਰਨਾ। ਜੀ, ਯਾਨੀ ਕਿ ਇਹ ਤਕਰੀਬਨ ਇਹ ਕਹਿ ਸਕਦੇ ਹਾਂ ਕਿ ਸਾਰੀ ਇੱਕ ਜ਼ਿਹਨੀ ਐਕਸਰਸਾਈਜ਼ ਹੈ ਜਿਹੜੀ ਹੋ ਰਹੀ ਹੈ
ਮੇਰਾ ਖਿਆਲ ਤਬਲੀਗ ਦਾ ਇਹਨੂੰ ਨਾਮ ਦੇਣਾ ਠੀਕ ਹੈ, ਨਾਮ ਤੇ ਤੁਸੀਂ ਦੇ ਸਕਦੇ ਹੋ, ਲੇਕਿਨ ਕੱਲ ਨੂੰ ਜਮਾਤ ਇਸ ਸਾਰੀ ਚੀਜ਼ ਨੂੰ ਡਿਸਓਨ ਵੀ ਕਰ ਸਕਦੀ ਹੈ, ਇਸੇ ਤਰ੍ਹਾਂ ਹੀ ਹੈ। ਦੇਖੋ ਹਰ ਇਨਸਾਨ ਦਾ ਮੁxtਲਿਫ ਜ਼ਹਿਨ ਹੁੰਦੇ ਨੇ, ਇਹ ਸਿਰਫ ਇੱਕ ਕਮਿਊਨਿਟੀ ਨੂੰ ਤੁਸੀਂ ਥੋਪ ਦਵੋ ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਡੇ ਵਿੱਚ ਵੀ ਅਗਰ 100 ਬੰਦੇ ਦਾ ਇੱਕ ਟਿਕਟੌਕ ਦੇ ਉੱਤੇ ਲੋਕ ਨੇ ਜਾਂ 1000 ਬੰਦੇ ਨੇ, ਹਰ ਇਨਸਾਨ ਦਾ ਡਿਫਰੈਂਟ ਵਿਊ ਹੋ ਸਕਦਾ ਹੈ, ਸੋਚਣਾ ਹੋਰ ਹੋ ਸਕਦਾ ਹੈ, ਉਹਦੀ ਤਹਕੀਕ ਹੋਰ ਕਿਸਮ ਨਾਲ ਹੋ ਸਕਦੀ ਹੈ। ਇਸੇ ਤਰ੍ਹਾਂ ਜਮਾਤ ਦੇ ਅੰਦਰ ਹੈ ਤੇ ਔਨ ਜਾਂ ਡਿਸਔਨ ਇੱਥੇ ਹਰ ਬੰਦਾ ਆਜ਼ਾਦ ਹੈ ਔਰ ਆਪਣੀ ਆਜ਼ਾਦੀ ਦੇ ਨਾਲ ਉਹ ਕੰਮ ਕਰਦਾ ਹੈ, ਠੀਕ ਹੈ। ਅਗਰ ਕੋਈ ਜਮਾਤ ਨੂੰ ਜਾਂ ਸਿਸਟਮ ਨੂੰ ਪਤਾ ਲੱਗਦਾ ਕਿ ਇਹ ਚੀਜ਼ ਨਹੀਂ ਠੀਕ ਹੋ ਰਹੀ ਔਰ ਉਹ ਫਿਰ ਜਦੋਂ ਬਿਹਤਰ ਸਮਝਦੇ ਨੇ, ਉਹ ਉਸ ਟਾਈਮ ਉਸ ਬੰਦੇ ਨਾਲ ਰਾਬਤਾ ਕਰਦੇ ਨੇ, ਉਹਨੂੰ ਸਮਝਾਉਂਦੇ ਨੇ ਕਿ ਇਹ ਚੀਜ਼ ਠੀਕ ਨਹੀਂ ਹੈ, ਅਗਰ ਤੂੰ ਇਹ ਇਸੇ ਚੀਜ਼ ਨੂੰ ਅੱਗੇ ਜਾਰੀ ਰੱਖਣਾ ਚਾਹਨਾ ਤਾਂ ਫਿਰ ਨਿਜ਼ਾਮ ਤੋਂ ਤੇਰੀ ਲੈਦਗੀ ਹੈ, ਜਾਂ ਖੁਦ ਲੈਦਾ ਹੋ ਜਾ ਜਾਂ ਅਸੀਂ ਕਰ ਦਿੰਦੇ ਹਾਂ ਇਸ ਤਰ੍ਹਾਂ। ਠੀਕ ਹੈ, ਇਸੇ ਵਾਸਤੇ ਮੇਰਾ ਸ਼ੁਰੂ ਚ ਇਹੀ ਸਵਾਲ ਸੀਗਾ ਕਿ ਇੱਕ ਉਹ ਗਰੁੱਪ ਹੈ ਜਿਹੜਾ ਕਿ ਬੈਤ ਦੇ ਅੰਡਰ ਹੈ, ਜਿਹੜਾ ਕਿ ਬੈਤ ਤੋਂ ਹਟ ਕੇ ਕੋਈ ਗੱਲ ਨਹੀਂ ਕਰ ਸਕਦਾ ਨਾ, ਤੇ ਇੱਕ ਦੂਸਰੀ ਤਰਫ ਉਹ ਲੋਕ ਨੇ ਜਿਨ੍ਹਾਂ ਨੂੰ ਬੈਤ ਦੀ ਕੋਈ ਜ਼ਰੂਰਤ ਨਹੀਂ ਹੈ ਜਾਂ ਬੈਤ ਦੇ ਅੰਡਰ ਨਹੀਂ ਨੇ, ਉਹ ਆਜ਼ਾਦ ਨੇ। ਤੁਸੀਂ ਜਦੋਂ ਆਪਣੇ ਆਪ ਨੂੰ ਆਜ਼ਾਦ ਕਹਿੰਦੇ ਹੋ, ਤੁਸੀਂ ਇਸ ਚੀਜ਼ ਨੂੰ ਨਹੀਂ, ਹਰ ਬੰਦਾ ਆਜ਼ਾਦ ਨਹੀਂ ਹੈ ਰਹੀਲ ਭਾਈ, ਇਹ ਸਿਰਫ ਰਹੀਲ ਭਾਈ ਹਰ ਬੰਦਾ ਆਜ਼ਾਦ ਨਹੀਂ ਹੈ। ਮੁਸਲਮਾਨ ਵੀ ਜਿੰਨੇ ਤੇ ਟਿਕਟੌਕ ਤੇ ਨੇ ਉਹ ਵੀ ਇਸਲਾਮ ਦੇ ਇੱਕ ਕਾਨੂੰਨ ਦੇ ਤਾਬੇ ਨੇ। ਹਰ ਬੰਦਾ ਆਜ਼ਾਦ ਨਹੀਂ ਸੋਚ ਸਕਦਾ। ਜਦੋਂ ਇਨਸਾਨ ਐਕਸਟਰਾ ਆਜ਼ਾਦ ਸੋਚਣਾ ਸ਼ੁਰੂ ਕਰ ਦਿੰਦਾ ਤੇ ਫਿਰ ਤੁਹਾਡੇ ਸਾਹਮਣੇ ਮਿਸਾਲਾਂ ਨੇ ਕਿ ਲੋਕ ਫਿਰ ਖੁਦਾ ਤੇ ਵੀ ਇਤਰਾਜ਼ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਨਹੀਂ ਹੋ ਸਕਦਾ ਕਿ ਉਹ ਫਿਰ ਮੁਸਲਮਾਨ ਰਵੇ। ਰਸੂਲ ਅੱਲਾਹ ਤੇ ਜਾਂ ਉਸ ਤੋਂ ਬਾਅਦ ਜਿਹੜੇ ਨਾ ਇੱਥੇ ਟਿਕਟੌਕ ਤੇ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਲੋਕ ਸਾਹਬਾ ਦੀ ਗੁਸਤਾਖੀਆਂ ਕਰਦੇ ਨੇ ਔਰ ਹੈ ਬੇਸ਼ੱਕ ਮੁਸਲਮਾਨ ਨੇ, ਠੀਕ ਹੈ, ਤੇ ਇਸ ਵਾਸਤੇ ਕਿਸੇ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ। ਤੁਸੀਂ ਇੱਕ ਕਮਿਊਨਿਟੀ ਵੱਲ ਸੋਚਦੇ ਹੋ, ਖੁਦ ਆਪਣੇ ਘਰ ਵੀ ਦੇਖੋ ਕਿ ਤੁਸੀਂ ਵੀ ਕਿਸੇ ਨਾ ਕਿਸੇ ਕਾਨੂੰਨ ਦੇ ਤਾਬੇ ਹੈ ਹੋ, ਉਹਨੂੰ ਤੁਸੀਂ ਮੰਨੋ ਜਾਂ ਨਾ ਮੰਨੋ, ਹੈ ਸਹੀ ਹੋ ਤੁਸੀਂ। ਠੀਕ ਹੈ, ਯਾਨੀ ਕਿ ਇਸ ਟਾਈਮ ਮੇਰੇ ਖਿਆਲ ਇੱਥੇ ਅਗਰ ਟਿਕਟੌਕ ਤੇ ਜਾਂ ਐਸ ਬਰੋਡ ਤੇ ਸਵਾਏ ਤੁਹਾਡੇ ਜਾਂ ਤਾਰਕ ਸਾਹਿਬ ਦੇ ਕੋਈ ਹੋਰ ਬੰਦਾ ਹੈ ਜਿਹੜਾ ਕਿਸੇ ਦੀ ਬੈਤ 'ਚ ਹੋਵੇ, ਪਾਬੰਦ ਹੋਵੇ ਕਿਸੇ ਦੀ ਤਾਲੀਮ ਦਾ, ਉਸ ਤਰੀਕੇ ਨਾਲ ਜਿਸ ਤਰੀਕੇ ਤੁਸੀਂ ਹੈ ਹੋ ਨਾ, ਤੁਸੀਂ ਹੈ ਹੋ ਇਸਲਾਮ ਦੇ ਪਾਬੰਦ ਹੋ ਤੁਸੀਂ। ਇਸਲਾਮ ਨੇ ਤੁਹਾਨੂੰ ਜਿੰਨਾ ਕਹਿਣਾ, ਜੋ ਕੰਮ ਕਹਿਣਾ ਵੀ ਤੁਸੀਂ ਪਾਬੰਦ ਹੋ ਨਾ। ਮੈਂ ਉਹੀ ਕਹਿ ਰਿਹਾ ਕਿ ਸੋਚਣ ਦੇ ਇਸਲਾਮ ਦੇ ਪਾਬੰਦ ਡਿਫਰੈਂਟ ਵਿਊਜ਼ ਨੇ ਤੁਹਾਡੇ ਕੋਲ, ਉਹ ਤੁਸੀਂ ਸੋਚ ਸਕਦੇ ਹੋ, ਤੁਹਾਡੇ ਕੋਲ ਰਾਈਟਸ ਨੇ ਨਾ। ਤੁਸੀਂ ਸਿਰਫ ਇਹ ਵਕਤੀ ਇੱਕ ਜਾਨ ਛੁਡਵਾਉਂਦੇ ਹੋ ਕਿ ਮੈਂ ਆਜ਼ਾਦ ਹਾਂ, ਜਾਂ ਅਮਨ ਨਜ਼ੀਰ ਸਾਹਿਬ ਜਾਂ ਬਿਲਾਲ ਸਾਹਿਬ ਜਾਂ ਨਈਮ ਅਵਾਨ ਸਾਹਿਬ ਤੁਸੀਂ ਇਹ ਕਹਿੰਦੇ ਹੋ ਤੁਸੀਂ ਆਜ਼ਾਦ ਹਾਂ। ਬਹਰਹਾਲ ਕੋਈ ਬੰਦਾ ਆਜ਼ਾਦ ਨਹੀਂ ਹੁੰਦਾ। ਜਦੋਂ ਤੁਸੀਂ ਇਸਲਾਮ ਦੇ ਅੰਦਰ ਰਹਿੰਦੇ ਹੋ ਤੇ ਫਿਰ ਇਸਲਾਮ ਦੇ ਕਾਨੂੰਨ ਨੂੰ ਤੁਸੀਂ ਫਾਲੋ ਲਾਜ਼ਮੀ ਕਰਨਾ ਹੈ। ਇਹ ਨਹੀਂ ਹੋ ਸਕਦਾ ਕਿ ਉਹਦੇ ਅੰਦਰ ਵੀ ਰਹੋ ਔਰ ਫਾਰ ਐਗਜ਼ਾਮਪਲ ਨਹੀਂ ਕਰੋਗੇ ਤੇ ਫਿਰ ਉਸ ਤੋਂ ਬਾਅਦ ਫਿਰ ਉਹ ਮਸਲੇ ਖੜੇ ਹੁੰਦੇ ਨੇ। ਮੇਰਾ ਨਹੀਂ ਦਿਲ ਕਰਦਾ ਜ਼ਕਾਤ ਦੇਣ ਦਾ, ਮਿਸਾਲ ਦੇ ਰਿਹਾ ਨਾ, ਤੁਸੀਂ ਜ਼ਕਾਤ ਨਹੀਂ ਦਿੰਦੇ ਤਾਂ ਤੁਹਾਨੂੰ ਹੁਣ ਕੋਈ ਡੰਡੇ ਮਾਰ ਕੇ ਜ਼ਕਾਤ ਲੈ ਲੇ, ਠੀਕ। ਇਹ ਚੀਜ਼ਾਂ ਜਿਹੜੀਆਂ ਨੇ ਇਹਨੂੰ ਥੋੜਾ ਜਿਹਾ ਓਪਨ ਮਾਈਂਡ ਕਰਕੇ ਸੋਚੋ ਕਿ ਕੋਈ ਨਾ ਕੋਈ ਬੰਦਾ ਜਿਹੜਾ ਹਰ ਬੰਦਾ ਉਹ ਕਿਸੇ ਵੀ ਕਮਿਊਨਿਟੀ ਦੇ ਨਾਲ ਉਹਦਾ ਤਾਲੁਕ ਹੈ, ਕਿਸੇ ਵੀ ਮਜ਼ਹਬ ਦੇ ਨਾਲ ਤਾਲੁਕ ਹੈ, ਤੇ ਉਹ ਉਸ ਕਾਨੂੰਨ ਨੂੰ ਉਹ ਫਾਲੋ ਜ਼ਰੂਰ ਕਰਦਾ। ਅਗਰ ਉਹ ਚ ਰਹਿਣਾ ਚਾਹੁੰਦਾ ਤੇ, ਨਹੀਂ ਰਹਿਣਾ ਚਾਹੁੰਦਾ ਤਾਂ ਫਿਰ ਆਜ਼ਾਦ ਹੈ। ਠੀਕ ਹੈ। ਤੁਹਾਡੇ ਵਾਸਤੇ ਤੇ ਇਹ ਹੈ ਨਾ ਕਿ ਜਮਾਤ ਕਹਿ ਸਕਦੀ ਹੈ ਕਿ ਤੁਸੀਂ ਚੁੱਕੇ ਸਾਡੇ ਕਾਨੂੰਨ ਜਾਂ ਸਾਡੇ ਫਹਿਮ ਦੇ ਨਾਲ ਨਹੀਂ ਚੱਲ ਰਹੇ, ਲਿਹਾਜ਼ਾ ਤੁਸੀਂ ਫਾਰਗ ਹੋ ਜੀ। ਕਿਆ ਮੈਨੂੰ ਵੀ ਕੋਈ ਕਹਿ ਸਕਦਾ ਹੈ, ਜਾਂ ਅਮਨ ਨਜ਼ੀਰ ਸਾਹਿਬ ਨੂੰ ਜਾਂ ਬਾਕੀ ਜਿਹੜੇ ਦੋਸਤ ਬੈਠੇ ਨੇ ਜਿਹੜੇ ਕਿਸੇ ਦੀ ਬੈਚ ਚ ਨੇ, ਉਹਨਾਂ ਨੂੰ ਵੀ ਕੋਈ ਕਹਿ ਸਕਦਾ ਹੈ ਅੱਜ ਹਾਂਜੀ ਅਮਨ ਨਜ਼ੀਰ ਸਾਹਿਬ ਨੇ ਅੱਗੇ ਹੁਣੇ ਤੁਹਾਡੀ ਪਹਿਲਾਂ ਗੱਲ ਕੀਤੀ ਹੈ, ਤੁਸੀਂ ਬਾਹਰ ਹੋ ਜਾਓ, ਕਰ ਦਿੱਤੀ ਅਮਨ ਨਜ਼ੀਰ ਸਾਹਿਬ ਨੇ ਗੱਲ। ਕਿਸ ਜੋ ਬੰਦੀ ਨੂੰ ਥੋੜਾ ਜਿਹਾ ਉੱਤੇ ਰੋਸ਼ਨੀ ਪਾਓਗੇ? ਬਾਤ ਨਾ ਕਰਨੇ ਦੀ ਵਜ੍ਹਾ ਤੂੰ ਖਾਰਜ ਕਰਾ ਦਿੱਤਾ ਗਿਆ। ਕਿਹੜੀ ਬਾਤ ਕਰਨ ਤੋਂ? ਆ ਕਿਸੇ ਦੋ ਬੰਦੀਆਂ ਬਰੇਲਵੀ ਦੀ ਬਾਤ ਨਾ ਕਰਨ ਦੀ ਵਜ੍ਹਾ ਤੂੰ ਇਸਲਾਮ ਤੋਂ ਖਾਰਜ ਕਰਾ ਦਿੱਤਾ। ਨਹੀਂ, ਇਹ ਤੇ ਤੁਹਾਡੇ ਆਪਣੇ ਮਿਸਾਲ ਨੇ ਨਾ, ਮਰਜ਼ੀ ਦੀਆਂ ਮਿਸਾਲਾਂ ਨੇ ਤੁਹਾਡੀਆਂ ਨਾ। ਨਹੀਂ, ਗੱਲ ਤਾਂ ਬਾਤ ਦੀ ਹੋ ਰਹੀ ਨਾ। ਥੋੜਾ 1400 ਸਾਲ ਪਿੱਛੇ ਚੱਲਨੇ ਆ, ਫਿਰ ਤੁਸੀਂ ਉਹ ਹੋਰ ਪਾਸੇ, ਫਿਰ ਤੁਸੀਂ ਉਹੀ ਗੱਲ ਹੈ ਕਿ ਉਹ ਮੇਰੇ ਮੂੰਹ ਚ ਕਢਵਾਉਣਾ ਚਾਹ ਰਹੇ ਹੋ। ਫਿਰ ਤੁਸੀਂ ਲਿਮਿਟ ਦਾ ਕਰਾਓ ਨਾ ਬਾਤ। ਤੁਸੀਂ ਨਹੀਂ, ਲਿਮਿਟ ਇਹੀ ਗੱਲ ਹੈ ਕਿ ਲਿਮਿਟ ਕੀ ਹੈ, ਮਤਲਬ ਉਹੀ ਗੱਲ ਹੈ ਕਿ ਨਈਮ ਅਵਾਨ ਸਾਹਿਬ ਤੁਸੀਂ ਫਿਰ ਇਹੀ ਗੱਲ ਕਰ ਰਹੇ ਕਿ ਲਿਮਿਟ, ਤੁਸੀਂ ਆਜ਼ਾਦ ਨਹੀਂ ਹੋ। ਹਰ ਬੰਦਾ ਆਜ਼ਾਦ ਨਹੀਂ ਹੈ। ਜਿਹੜਾ ਵੀ ਇਸਲਾਮ ਦੇ ਅੰਦਰ ਹੈ ਜਾਂ ਕ੍ਰਿਸਚੈਨਿਟੀ ਦੇ ਅੰਦਰ ਹੈ ਜਾਂ ਯਹੂਦੀਆਂ ਦੇ ਅੰਦਰ ਹੈ, ਉਹ ਉਸ ਕਾਨੂੰਨ ਨੂੰ ਜ਼ਰੂਰ ਫਾਲੋ ਕਰਦਾ ਹੈ। ਦੋ ਤਰੀਕੇ ਨੇ, ਜਾਂ ਉਹਨੂੰ ਛੱਡ ਦੇਵੇ, ਠੀਕ ਹੈ, ਤੇ ਜਾਂ ਫਿਰ ਕੀ ਨਾਲੇ ਦਾ ਉਹਨੂੰ ਫਾਲੋ ਕਰੋ, ਬਸ। ਇਹ ਸਿਰਫ ਇੱਕ ਕਮਿਊਨਿਟੀ ਨੂੰ ਵੇਖ ਕੇ ਉਹਦੇ ਉੱਤੇ ਇਤਰਾਜ਼ਾਤ ਹੁੰਦੇ ਨੇ। ਕੀ ਨਾਲੇ ਦਾ ਜਿਹੜੀ ਜ਼ਕਾਤ ਦੇ ਉੱਤੇ ਜੰਗ ਹੋਈ, ਕੀ ਵਜ੍ਹਾ ਸੀ? ਡੰਡੇ ਮਾਰ ਕੇ, ਠੀਕ ਹੈ, ਉਹਨਾਂ ਨੇ ਜ਼ਕਾਤ ਲਈਏ,
ਫਿਰ ਤੁਹਾਨੂੰ ਹੋਰ ਕਈ ਮਿਸਾਲਾਂ ਦਵਾਂਗਾ, ਫਿਰ ਤੁਸੀਂ ਕਹੋਗੇ ਯਾਰ ਗੁਸਤਾਖੀ ਔਰ ਹੋਰ ਪਾਸੇ ਚੱਲ ਪਿਆ। ਨਹੀਂ, ਇਸ ਵਾਸਤੇ ਤੁਹਾਡਾ ਸਵਾਲ ਵੇਖੋ ਕੈਸਾ ਅਜੀਬ ਹੈ ਕਿ ਬੈਤ ਨਾ ਕਰਨ ਵਾਲਾ ਜਿਹੜਾ ਨਾ ਖਾਵੇ। ਭਾਈ ਹਰ ਬੰਦਾ ਆਜ਼ਾਦ ਹੈ, ਜਦੋਂ ਤੁਸੀਂ ਕਿਤੇ ਰਹਿਣਾ ਹੋਵੇ ਨਾ। ਸਵਾਲ ਹੋ ਰਿਹਾ ਡਾਕਟਰ ਸਾਹਿਬ, ਭਾਈ ਦੇਖੋ ਹੁਣ ਤੁਹਾਡੇ ਤੇ ਫਰਜ਼ ਹੈ ਕਿ 5 ਨਮਾਜ਼ਾਂ ਤੁਸੀਂ ਪੜ੍ਹਨੀਆਂ ਨੇ, ਤੁਸੀਂ ਨਹੀਂ ਪੜ੍ਹਦੇ ਤੇ ਫਿਰ ਤੁਹਾਨੂੰ ਪਨਿਸ਼ ਕਿਤੇ ਨਾ ਕਿਤੇ ਹੋਣੀ ਹੈ। ਉਸ ਇਸਲਾਮ ਦੇ ਅੰਦਰ ਉਹ ਤੁਹਾਨੂੰ ਤੁਸੀਂ ਪਨਿਸ਼ ਕੀਤਾ ਜਾਣਾ ਹੈ। ਇਸ ਤਰ੍ਹਾਂ ਨਹੀਂ ਕਿ ਤੁਸੀਂ ਨਹੀਂ ਕਰ ਸਕਦੇ ਹੋਣਾ ਤੁਸੀਂ। ਲੇਕਿਨ ਦੁਨਿਆਵੀ ਵੀ ਐਸੀ ਅਗਰ ਇਸਲਾਮ ਦੀ ਤਰੀਕ ਦੇ ਵਿੱਚ ਬੜੀਆਂ ਐਸੀਆਂ ਅਲੈਕੁਮ ਵ ਰਹਿਮਤੁல்லாਹਿ ਉਹਦੇ ਵਿੱਚ ਇਸਲਾਮ ਨੇ ਪਨਿਸ਼ ਕੀਤਾ ਹੈ। ਆਪਣੇ ਲੋਕਾਂ ਨੂੰ ਅਹਿਮਦ ਜੱਟ ਸਾਹਿਬ, ਇਹ ਸਾਰਾ ਅਮਲ ਜਿਹੜਾ ਹੈ ਅਸੀਂ ਬਗੈਰ ਅੱਜ ਦੇ ਦੌਰ 'ਚ ਕਿਸੇ ਸ਼ਖਸ ਦੀ ਬੈਰ ਦੇ ਥੱਲੇ ਰਹਿ ਕੇ ਕਰ ਸਕਦੇ ਹਾਂ ਨਾ। ਭਾਈ ਸਾਡਾ ਕਾਨੂੰਨ ਹੈ, 1 ਮਿੰਟ ਦੇंगे ਹੁਕਮ ਨਹੀਂ ਠੀਕ ਹੈ, ਮੈਂ ਇਹੀ ਕਹਿ ਰਿਹਾ। ਆਰ ਅਹਿਮਦ ਭਾਈ ਇਹ ਸਾਡਾ ਕਾਨੂੰਨ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਕਾਨੂੰਨ ਚਲਾਣਾ, ਕਿਸੇ ਦਾ ਕਹਿਣਾ ਨਹੀਂ। ਸਮਝ ਗਿਆ ਤੁਹਾਡੀ ਗੱਲ ਜੀ ਜੀ, ਮੈਂ ਸਮਝ ਗਿਆ ਤੁਹਾਡੀ ਮਰਜ਼ੀ ਹੈ, ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਆਜ਼ਾਦ ਹੋ। ਮੈਂ ਨਹੀਂ ਕਹਿ ਰਿਹਾ ਇਸ ਲਿਹਾਜ਼ ਦੇ ਨਾਲ ਤੁਸੀਂ ਆਪਣਾ ਫੈਸਲਾ ਕਰੋ ਜੀ। ਗੱਲ ਇਹ ਵੇ ਕਿ ਇਸਲਾਮ ਯਾਨੀ ਕਿ ਕੁਰਾਨ ਔਰ ਅੱਲਾਹ ਤਾਲਾ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਹਦੀਸ ਮੁਬਾਰਕ, ਠੀਕ ਹੈ, ਉਸ ਤੋਂ ਬਾਅਦ ਕੋਈ ਤੀਸਰਾ ਸ਼ਖਸ, ਕੋਈ ਤੀਸਰੀ ਐਸੀ ਅਥਾਰਟੀ ਅੱਜ ਦੇ ਦੌਰ 'ਚ ਮੈਨੂੰ ਪਾਬੰਦ ਨਹੀਂ ਕਰ ਸਕਦੀ ਨਾ। ਮੈਂ ਤਾਂ ਉਹਦੇ ਮੁਤਾਬਿਕ ਚੱਲਾਂਗਾ। ਤੁਹਾਡੇ ਵਿੱਚ ਇੱਕ ਦੂਸਰੀ ਲੇਅਰ ਪਾਈ ਜਾਂਦੀ ਹੈ, ਇੱਕ ਸੈਕਿੰਡ ਲੇਅਰ ਜਿਹਨੂੰ ਕਹੀਦਾ। ਤੁਸੀਂ ਇਸ ਟਾਈਮ ਇੱਕ ਸ਼ਖਸ ਦੇ ਬੈਤ ਦੇ ਵਿੱਚ ਹੋ, ਬਕਾਇਦਾ ਲਿਖੀ ਪੜੀ ਬੈਤ ਜਿਹੜੀ ਹੈ, ਠੀਕ ਹੈ, ਔਰ ਉਹਦਾ ਇੱਕ ਬਕਾਇਦਾ ਆਪਣੀ ਇੱਕ ਲਾਈਨ ਹੈ, ਆਪਣਾ ਇੱਕ ਫਹਿਮ ਹੈ। ਉਸ ਫਹਿਮ ਤੋਂ ਹਟ ਕੇ ਤੁਸੀਂ ਨਹੀਂ ਸੋਚ ਸਕਦੇ। ਅਫਕੋਰਸ ਤੁਸੀਂ ਸੋਚ ਸਕਦੇ ਹੋ, ਮੈਂ ਨਹੀਂ ਕਹਿ ਰਿਹਾ, ਤੁਸੀਂ ਆਜ਼ਾਦ ਹੋ, ਲੇਕਿਨ ਫਿਰ ਤੁਸੀਂ ਉਹਦੇ ਵਿੱਚ ਨਹੀਂ ਰਹੋਗੇ, ਉਸ ਬੈਤ ਦੇ ਵਿੱਚ। ਮੇਰੇ ਵਾਸਤੇ ਇਹ ਮਸਲਾ ਹੈ ਕਿ ਮੇਰੇ ਵਾਸਤੇ ਇਹ ਆਜ਼ਾਦੀ ਹੈ ਕਿ ਮੈਂ ਇਸਲਾਮ, ਉਸ ਤੋਂ ਬਾਅਦ ਮੈਂ ਯਾਨੀ ਕਿ ਕੁਰਾਨ ਔਰ ਹਦੀਸ ਤੋਂ ਬਾਅਦ ਮੈਂ ਕਿਸੇ ਤੀਸਰੇ ਸ਼ਖਸ ਦੇ ਪਾਬੰਦ ਨਹੀਂ ਹਾਂ ਕਿ ਮੈਨੂੰ ਆਪਣੀ ਲਾਈਨ ਟੋ ਕਰਕੇ ਦੇਗਾ ਕਿ ਇਸਲਾਮ ਦੇ ਪਾਬੰਦ ਹੋ ਤੁਸੀਂ ਕਿ ਨਹੀਂ, ਇਸ ਤੋਂ ਹਟ ਕੇ ਨਹੀਂ। ਨਹੀਂ ਆਰ ਅਹਿਮਦ ਭਾਈ, ਇਸਲਾਮ ਦੇ ਪਾਬੰਦ ਹੋ ਕੇ ਨਹੀਂ, ਇਸਲਾਮ ਦੇ ਪਾਬੰਦ ਹੋ ਕੇ ਨਹੀਂ, ਬਿਲਕੁਲ। ਲੇਕਿਨ ਮੈਂ ਇਸਲਾਮ ਦੀ ਤੁਸੀਂ ਹੁਣ ਜ਼ਨਾ ਕਰਦੇ ਹੋ, ਤੁਸੀਂ ਹੁਣ ਜ਼ਨਾ ਕਰਦੇ ਹੋ, ਇਸਲਾਮ ਨੇ ਤੁਹਾਨੂੰ ਪਨਿਸ਼ ਕਰਨ ਦਾ ਕਿਹਾ ਕਿ ਨਹੀਂ ਕਿਹਾ? ਚੋਰੀ ਕਰਦੇ ਹੋ ਤੇ ਇਸਲਾਮ ਨੇ ਤੁਹਾਨੂੰ ਪਨਿਸ਼ ਦਾ ਕਿਹਾ ਕਿ ਨਹੀਂ ਕਿਹਾ? ਅੱਛਾ, ਉਹ ਪਨਿਸ਼ਮੈਂਟ ਨਹੀਂ ਹੋਏਗੀ, ਇਹ ਤੁਸੀਂ ਦੇਣੀ ਹੈ ਹੈ? ਨਹੀਂ, ਉਹ ਪਨਿਸ਼ਮੈਂਟ ਦੇਣੀ ਕਿੰਨੇ? ਨਿਜ਼ਾਮ ਨੇ, ਨਿਜ਼ਾਮ ਨੇ, ਨਿਜ਼ਾਮ ਨੇ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਠੀਕ ਹੈ, ਠੀਕ ਹੈ ਜੀ। ਉਸ अहमद भाई 1 मिनट देंगे प्लीज। जी जी सर, मैं आमिर नजीर भाई की बात से ही शुरू करना चाहूंगा यहाँ पे उन्होंने खत्म की थी। अहमद भाई, दीन इस्लाम के अंदर हुज्जत कौन है? काफी हो गया, काफी हो गया, मैं काफी 2 मिनट बस, ज्यादा से ज्यादा 4 या 5 मिनट लूंगा, इससे ज्यादा नहीं लूंगा आपके। दीन इस्लाम में हुज्जत कौन है? ओ भाई, हुज्जत कोई भी हो, इससे क्या सरोकार है आपको? नहीं, दीन इस्लाम के भाई अंदर क्या सरोकार है इसमें? अहमद साहब क्या है इसमें सरोकार आपको? आप कहना क्या चाहते हैं बताएं। तो आपका इख्तलाफ किस बात पे है? मेरा तो कोई नहीं है। तो आप कुरान के ऊपर बात करना चाह रहे हैं ना, इसलिए मैं तो नहीं करना चाह रहा, मैं तो नहीं करना चाह रहा, हुज्जत कौन है? मैं नहीं करना चाह रहा, नहीं करना चाह रहे? नहीं। तो फिर असूल नहीं रखे ना सर, कौन सा असूल रखा है? उसका फहम जो है ना, वो इसका फहम लेंगे। भाई किसने बात की है? किसने बात की है? आपको किसी बात का पता है? जी सर, मैं सुन रहा था, नहीं सुन रहे थे ना, आपको किसी बात का पता ही नहीं है, ऐसे ही आके बीच में सवाल करने शुरू कर चलिए, कुरान का फहम किससे नहीं कर दूंगा। भाई आप छोड़ दें, आप आर अहमद को भाई को बात करने दें, आप छोड़ दें आप बात। वो नहीं, हर बंदा उठ के आके सवाल कर रहा है। भाई बता दिया है कि हर एक दुनिया का जो भी निजाम है ना, उसके अंदर अगर आपने रहना है तो फिर उसकी आप उसको फॉलो करना पड़ेगा। अगर आप फॉलो नहीं करेंगे आपको पनिश होना पड़ेगा। अगर आप वो नहीं करते तो उसका दूसरा हाल ये होता है कि आप उसको छोड़। सर, दुनिया के निजाम की नहीं, दीन इस्लाम की बात हो। दीन इस्लाम की मैंने बताई है, दीन इस्लाम की बताई है आपको कि आप ज़ना करते हैं तो दीन इस्लाम में पनिश किया जाएगा कि नहीं किया जाएगा, बताएं सर। दीन इस्लाम में दीन इस्लाम में ये है कि नहीं, बताएं। दीन इस्लाम में पहले ये बताएं, हुज्जत कौन है? भाईजान, मैंने जो पूछा है उसका जवाब देना। अब आप मैं कैसे दूं जब आपको यही नहीं पता? इसमें अहमद साहब, आप जवाब क्यों नहीं दे सकते? मैंने सारे जवाब देने हैं। पहले ये आप जवाब देना। इस्लाम में आप ज़ना करेंगे तो आपको पनिश होगा कि नहीं? असूल तो बनाए पहले। भाई असूल बनाते हैं ना, चलो अभी असूल बनाते हैं। बताओ कौन करेगा, कौन करेगा पनिश आपको? आपके नजदीक हुज्जत कौन है, किसकी? भाईजान, मैंने जो पूछा है वो फारसी में नहीं पूछा, उर्दू में पूछ रहा हूं आपसे। मानेंगे मैं आपसे उर्दू से पूछ रहा हूं, उर्दू में पूछ रहा हूं ना, बताए ना। तो सर, मैं भी इंग्लिश में आपने ज़ना कर लिया है, ठीक है, क्या आपने इधर लिख लगाया हुआ है कि मैंने आपको जवाब ही देने हैं? सवाल नहीं करना आपको, सवाल कर रहा हूँ, जवाब दें। अब हिम्मत करें, आपका असूल ही नहीं है। हिम्मत करें ना, पहले हिम्मत करें, जवाब दें अब।
अभी आपका निजाम पहले जो है मैंने सूल बिखार के रख बनेगा, दिया। फिर उसके ऊपर अभी बात बिछाड़ होगी के ना रखा फिर कहना अभी निजाम। नहीं, आप फिर नीचे बिछाड़ ही नहीं नहीं उतारना सकते, मुझे। आपका असूल ही नहीं है। आमिर नजीर साहब सुन रहे हो ना, बिलाल हनीफ साहब थले नहीं फिर लाना मैनू। हुणी मैं निजाम दे उत्ते 10 गल्लां करांगा, ठीक है, मैं वेखांगा फिर चलिए आप बताएं, कि तुसीं आजाद हो इस्लाम कि में नहीं है। हुज्जत कौन है, बात आगे करते हैं ना, बताएं। भाई आगे करते हैं, मैं 10 चीजें पूछूंगा, मैं फिर पूछूंगा कि आपको उसके सर, अंदर, उस आप दायरे के अंदर 101 आप हैं कि पूछें, नहीं हैं, लेकिन सिर्फ 10 मुझे चीजें। सबसे पहले ये बताएं, सबसे दीन पहले ये इस्लाम में बताएं कि हुज्जत कौन है? आपने ज़िना किया है, आप पनिश होंगे कि नहीं होंगे, बताएं, बताएं आप। किसका फैसला मान के? हैं? किसका फैसला मान के? ओ भाई फैसला किसी का भी है, छोड़ो, वो निजाम है ना, निजाम नहीं, दीन निजाम ही है ना, के दीन अंदर इस्लाम निजाम हुज्जत नहीं कौन है, दीन इस्लाम निजाम नहीं है। आप ये इसमें कहना चाह हुज्जत रहे कौन हैं, है? भाई इसमें ये कहना हुज्जत चाह कौन रहे हैं ना, आपके नजदीक ये है कि वो दीन इस्लाम जो है वो एक निजाम नहीं है। इसमें हुज्जत कौन भाई है? कोई बंदा आजाद नहीं है, ये गोलियां कहीं और जाके बेचो। हर बंदा जो है किसी ना किसी जगह पे बाउंड है, अगर उसको उस सिस्टम के दीन अंदर इस्लाम रहना किसका है बाउंड है? तो फिर उससे निजाम। ओ भाई बाउंड हो ना, खुले आजाद, तुम शराब किसके? पियो, क्यों नहीं पीते? किसके किसके खुले बाउंड है? खुले बात सुनो, तुम खुले आसमान बाउंड के किसके नीचे हैं? ओपनली शराब पियो, ओपनली जना करो, ओपनली चोरी करो। भाई क्यों क्यों नहीं करते? क्योंकि तुम आजाद नहीं हो। अगर तुम बाउंड आजाद किसके हो हैं? तो तुम हर किस्म अगर तुम आजाद हो तो तुम हर काम कर सकते हो। अगर सर, तुम बाउंड किसी किसके निजाम हैं? के नाम तहत बताएं। हो, किसी भी निजाम के तहत, तो फिर तुम्हें उस निजाम की बात माननी पड़ेगी। अगर नहीं मानोगे वो तुम्हें पनिश करेंगे। ठीक हो गया। जहां निजाम तुम में उस किसकी मदद बात से साइड मानूं से हो दीन जाओगे, इस्लाम बस। में? किसकी बात मानूं दीन इस्लाम में? और भाई किसी की भी मानो, एक आमिर नजीर की बात कर लेते हैं, उसका एक निजाम है, उसकी तुम नहीं बात मानोगे तुम्हें पनिश करेगा, नहीं तो उठा के बाहर मारेगा, दीन या तुम खुद बाहर निकल इस्लाम जाओगे, बस। में दीन इस्लाम में दीन किसी की इस्लाम भी एक बात मान निजाम का सकते हैं? नाम है। दीन इस्लाम एक किसने निजाम बनाया? का नाम है। किसने पेश किया है? भाई किसी ने भी पेश किया है, रसूल करीम सल्लल्लाहु अलैहि वसल्लम के अलावा भी कोई होता तो जब उसने भी आपको ये एक इल्म निजाम नहीं पेश है, करना आप था। दीन इस्लाम के ऊपर उससे बात पहले भी करेंगे, जो आपको ये 1,24,000 नहीं पता पैगंबर आए दीन हैं, इस्लाम में उन्होंने हुज्जत अपना कौन है? एक निजाम पेश किया दुनिया के सामने। मैं अगर दीन निजाम नहीं हो इस्लाम तो की बात खत्म कर हो जाए रहा दुनिया। हूं, इसमें दुनिया हुज्जत सिर्फ कौन निजाम है? की वजह से चलती है। हाँ ये हो सकता है, जिस तरह कृष्णों को इतराज है इस्लाम के निजाम के ऊपर, ठीक है ना, इजाजत दो, मैं 10 चीजें रख देता हूं, फिर देखता हूं कि उनके नजदीक ये निजाम आप ठीक है कि नहीं है। 101 रखें, लेकिन पहले मुझे ये पहले बताएं मुझे नहीं, कि मुझे ये दीन बताएं कि इस्लाम कृष्णों में के हुज्जत कौन नजदीक है? अगर इस्लाम का इतना ही अच्छा निजाम है तो उसके अंदर आ जाएं सारे, क्यों नहीं उसको आते? किसकी बात पेश उनको करूं? नहीं निजाम पसंद क्रिश्चियनिटी ना को? भाई, नहीं, यही बात है कि क्रिश्चियनिटी उनको को निजाम किसकी नहीं बात पेश पसंद, करूं? पाबंदी नहीं किसकी पसंद। बात पेश करूं? दीन भाई किसी की क्रिश्चियनिटी बात को? तुम पेश ना करो, मैं ये कह रहा हूं कि निजाम जो है, हर एक इंसान ने जो नबी आया या इस दुनियावी दुनिया के अंदर भी जहां पे भी आप हैं, आपको निजाम को फॉलो करना दीन पड़ता मोहम्मदी सल्लल्लाहु अलैहि वसल्लम में कौन सा नबी आया? है। दीन मोहम्मदी सल्लल्लाहु अलैहि वसल्लम में कौन सा नबी आया? क़यामत तक इंशाल्लाह नबी आते रहेंगे। इसका फैसला कौन करेगा? हमें जरूरत नहीं है फैसला करवाने की। तो फिर आपसे बात करने की भी जरूरत नहीं है, जिसके पास असूल ही नहीं है वो बात क्या करेगा? ना करो, मैंने कौन सा कहा, आपने स्टार्ट किया, मैं तो आपसे नहीं, बात मैं करना करता चाह ही ही नहीं सर, था। अभी जज़ाकल्लाह निजाम के ऊपर 10 अल्लाह सवाल हाफिज। मैंने करने हैं, तो आपने फिर इधर शातिमियत का लेबल थोप के मुझे कहना कि चलो भी नीचे। 10 तक तो मैंने जाना नहीं, दूसरे तक जाना है और मुझे नीचे गिरा देना है। तो निजाम पे आपका जब दिल करे आ जाएं, ठीक है, आप अपनी ब्राड लगा लें, मैं उधर आ जाऊंगा, या मैं लगा लूंगा, उधर आ जाएंगे, टाइम रख के, ठीक है। सर मेरी टाइम ब्रॉड रख नहीं, के किसी निजाम मुसलमान के ऊपर ब्रॉड कोई के माइका ऊपर भी लाल जाना चैलेंज है मेरा, असूल के ऊपर जाना है। असूल के ऊपर बात करेंगे, ठीक है, मेरे अभी साथ बना डिबेट ले, कर लो और मुझे बताएं ये कौन है बताना दीन कि तुम इस्लाम में? निजाम जो है वो निजाम कैसे चलता है। अभी चले ना अमर नजीर भाई, अभी आपके चल रहे साथ हैं, बैठे अभी आपके पास बताएं कुछ नहीं हुज्जत कौन है है। दीन इस्लाम में? अभी आपके दीन पास इस्लाम कुछ में नहीं हुज्जत है। कौन है? कुछ नहीं है आपके पास, कुछ नहीं है, मैं कह रहा हूं ना। छोड़ते ही नहीं है किसी के पल्ले, ये बोला करें। रह ही नहीं गया आपके पल्ले कुछ, तो खुद ही मान रहे हो। जो इंसान इतना कासिर हो कि ये ही ना बता
बता सके कि उसके दीन के अंदर हुज्जत कौन है, वो बात करेगा। मशहूरी करो बस बैठ के। बिलाल साहब तुसी मौजूद हो? ये ब्रॉड पे खामोशी होगी, ये ब्रॉड पे खामोशी होगी कि सिग्नल का प्रॉब्लम है? नहीं आवाज आ रही है वैसे दिल का नहीं है, वो ढूंढ रहे हैं कि उस जुबान के चस्के वाला बंदा मिल जाए जिससे 2-3 घंटे बैठ के जो है ना बस बहस हो सके। इसमें अहमद बस वो भाई ये उनको चाहते हैं, खामोश और ही कुछ रहने भी दो, नहीं। आपकी मेहरबानी, वो खामोश है तो उसे खामोश ही रहने दो यार, ना ऐसे नहीं जज़ाकल्लाह है सर, मेरे को नहीं है, मैं जा रहा हूँ सर, जज़ाकल्लाह है। उनको उसको खामोश रहने देगा कि बंदा खामोश है तो यार। नोवर्ड भाई मौजूद हैं आप? मैं तो मौजूद हूँ। सुनाएं, आपका कोई एक डिबेट का बन रहा था, कब है? डिबेट नहीं, वो आप कोई कोशिश कर रहे थे कल, वो नहीं, आप अभी शायद मैं सुन रहा था। वो नहीं बना, वो कोशिश तो की है, वो उधर नहीं, वो है मंडे वाले दिन, एक तो शायद भट्टी साहब की ब्रॉड पे है। अच्छा तो किस किस की है? वो है इम्तियाज साहब की है और राजा ताउल मनान साहब की है, इन दो लोगों किस चीज पे है? कौन सा मौजूद है? ये मौजू यार मैंने ना सुन नहीं सका असल में, मुझे उस दिन नींद आ गई, मैं बैठा तो ऊपर ही हुआ था, लेकिन वो मैं एकदम उतर गया और फिर मुझे याद भूल गया, तो वो भी मौजू तो मुझे याद नहीं है, लेकिन वो उसका डेकोरम बड़ा और है। डेकोरम ये है कि सेम क्वेश्चंस जो है वो जो होस्ट है वो होस्टिंग जो भी होस्ट करा होगा या मोड करा होगा उसको, सेम क्वेश्चन वो इम्तियाज साहब से आधा घंटा पूछेंगे, सेम क्वेश्चन वो ताउल मनान साहब से पूछेंगे, तो मतलब वो बंदा नहीं, अब ये पूछेगा मुझे कौन? समझ पूछेगा कौन, मैंने कहा वो मतलब इधर से मतलब जमात अहमदिया की साइड से को पूछेगा। वो शायद भट्टी साहब पूछेंगे। शाहिद नहीं, शाहिद भट्टी साहब नहीं पूछेंगे, हो सकता है जवाद साहब पूछें, हो सकता है ताउल मनान साहब पूछें। अच्छा ये मैं बताता हूँ, ये ना थोड़ा सा इन्होंने डिफरेंट टाइप का इस टाइम करने के लिए बोला ना कि ताउल मनान साहब, फतेह इस्लाम साहब, अंसर रजा साहब, 3 लोग हो गए इधर से जमात अहमदी से, और 3 लोग इधर साइड से, इम्तियाज साहब, नाइट राइडर और एक और हैं, वो भी राइडर ही हैं, कोई पता नहीं, ब्राइट स्टार साहब। ये 3 जो हैं वो 3 होंगे, और फिर क्वेश्चन कौन करेगा ये तो भी डिसाइड नहीं, मुझे पता अभी नहीं हुआ शायद, तो ये पूछना पड़ेगा। एक बंदा निशान जाना, 3 पा लेने। तौबा दुनिया का सबसे मुश्किल काम है 2 लोगों को, ये 2 ऑपोजिट लोगों को साथ। अस्सलाम वालेकुम वालेकुम सलाम। रवेश भाई, अभी आप इतनी देर से सुन रहे थे जो बातचीत हो रही है जट साहब की, इसमें इनकी हुई, आरिफ साहब की हुई, यार ये सारे जहनी मरीज होते हैं कि वाटर बात का कोई नहीं, वाटर को छोड़ो नहीं, अभी जो जट साहब बैठे हुए हैं, कहाँ की बात कहाँ गई, कहाँ से कहाँ गई, गली इस गली वो कोने, इधर से इधर, मतलब ये जहनी मरीज होते हैं। किस तरह यार ये सोचते हैं, किस तरह बोलते हैं, इनको समझ होती है? मैं सिर्फ मुझे बोलना भी नहीं आता है, मतलब अल्लाह ताला ने अकल शऊर तो दिया ना कि सामने क्या बात हो रही है, क्या ये मंजन चूरा नहीं बेचते रहेंगे? बात यह है कि देखें, अगर आप किसी को ज़हनी मरीज कहते हैं ना, पहली बात यह है कि वो आपके घर में आए हुए हैं, तो एक तो ये चले माजरत में अल्फाज वाकई ले लेता हूँ, बाकी मैं ये जो बातें हैं तो ये देखें ना, ये एक मदारी खेल है, मदारी तो कह सकते हैं ना, या क्योंकि मेरे पास अल्फाजों की थोड़ी कमी है, क्योंकि रेगुलर तालीम तो नहीं है, फिर भी मैं जो समझ पाया हूँ ये भी मदारी नहीं होते हैं। जब आपने शायद आपकी उम्र तो इतनी है, हमारी है ना, तो ये जो कहाँ से कहाँ घुमा कर जो है ना अपना मजमा इकट्ठा करते थे, बात कहाँ की होती थी, कहाँ ले जाते थे, मतलब वही क्या इनमें सारे यही होते हैं। नहीं अहमद भाई, ऐसा देखें, बात यह है कि
एक जमात ये खड़ी है और एक कम्युनिटी, ऐसा नहीं है, हम किसी को ये नहीं कह सकते। हमारा इख्तलाफ जो है वो अकीदों पे इख्तलाफ है एक दूसरे से ना। देखें, इंसानियत से नफरत नहीं की जा सकती, इंसान से नफरत नहीं की जा सकती। अल्लाह ना करे, मैंने नफरत, हाँ मैं बताता हूँ। देखिए हमें हम जो बात कर रहे हैं, देखिए वो जो समझते हैं, अहमद साहब जो समझते हैं, उन्होंने वो अकीदे बनाए हैं और उनके पास ये इख्तियार है कि वो जो भी समझते हैं वो अकीदा बनाए। मैं बात अकीदे की तो हो ही नहीं रही ना अभी। कहाँ से, मतलब बात कहाँ से चली थी, किधर से चली, किधर गई, किधर आके रुकी, कहाँ से जवाब। उसके साथ साथ कोई गया भी तो है ना, खाली ये नहीं कि वो अकेले थोड़ी हैं, उनके साथ जो दूसरा गया तो इसका मतलब अच्छा मतलब आपने मदारी कहा है, मेरे ख्याल आप जो थे वो बंदर वाला किरदार अदा कर रहे थे नीचे बैठ के। चले कोई बात नहीं कोई बात नहीं, बाद असल में वो बाग हो जाते हैं ऐसे, तो नहीं मतलब मैं कोई मसला नहीं। मैंने कहा आप वो बंदर के नाचने वाला किरदार अदा कर रहे थे ना, कोई मसला डिबेट क्या मतलब बैठे हुए थे ना। इतने आप जाहिल तरीन बंदे हैं, इतने जाहिल तरीन आप बंदे हैं, उसका हिसाब कोई नहीं। जी 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 वो जी मैंने आ गया है कि जाहिल को ये नहीं पता कि मैं एक बंदे से बात कर रहा था और अंदर 5 एम्बुलेंसें आई हैं, तो वो जाहिल बंदा आ गया। ये देख रहे ना आपने सारी इसका बंदर वाला काम होता है, नाचने वाला। आपने मदारी वाला बंदर वाला आपने काम किया है कि नीचे चले गए शरीफ, नीचे हम आपको नचा रहे थे और आप नाच रहे थे। इंज करो कि ਇੱਥੇ रुक जाओ, ਇਸ ਤੋਂ ਪਹਿਲੇ कि ਹੁਣ ਅਗਾ ਚੋਖਾ ਕੰਮ ਗਰਮ ਹੋ ਜਾਏ। माजरत आमिर भाई, रुक जाओ नहीं माजरत, बंदर को माजरत करने की जरूरत ही नहीं होती। ਜੱਟ ਸਾਹਿਬ ਤੁਸੀਂ ਛੱਡ ਦੋ ਨਾ, ਜੱਟ ਸਾਹਿਬ ਉਹਨਾਂ ਨੇ ਨਹੀਂ ਉਹਨੂੰ ਤਮੀਜ਼ ਹੀ ਕੋਈ ਨਹੀਂ ਬੋਲਣ ਦੀ, ਬਈ ਇੱਕ ਤੁਹਾਡੇ ਨਾਲ ਗੱਲ ਹੋਣ ਡਈ ਵਿੱਚ 4 ਬੰਦੇ ਆ ਗੱਲ ਕੀਤੀ, ਉਹਨਾਂ ਨਾਲ ਗੱਲ ਕੀਤੀ ਆ ਕਿ ਉਹਨੇ ਜ਼ਹਿਨੀ ਮਰੀਜ਼ ਕਿਹਾ ਹੋਵੇ, ਤੁਸੀਂ ਵੀ ਜਵਾਬ ਦੇ ਲੈਣਾ ਜੱਟ ਸਾਹਿਬ। ਜੇ ਤੁਸੀਂ ਉਹਨਾਂ ਨੇ ਕੋਈ ਗੱਲ ਨਹੀਂ ਜਵਾਬ ਹੀ ਦੇ ਲਿਆ, ਉਹ ਉਸ ਬੰਦੇ ਨੇ ਗੱਲ ਕਿਉਂ ਕੀਤੀ ਹੈ, ਮਤਲਬ ਤੁਹਾਡੇ ਨਾਲ ਕਿੰਨੀ ਤਮੀਜ਼ ਨਾਲ ਗੱਲ ਕਰ ਰਿਹਾ ਵਾਂ। ਉਸ ਤੋਂ ਬਾਅਦ ਤੁਹਾਡੇ ਹੀ ਬੰਦੇ ਵਿੱਚ ਨਾਲ ਸ਼ੁਰੂ ਹੋ ਗਏ ਸਨ, ਹਾਲਾਂਕਿ ਮੈਂ ਆਰਾਮ ਨਾਲ ਗੱਲ ਕਰ ਰਿਹਾ ਹਾਂ। ਮੈਂ ਤੇ ਇਸੇ ਗੱਲੋਂ ਚੁੱਪ ਕਰ ਗਿਆ ਹਾਂ। ਜੇ ਮੈਂ ਕਿਸੇ ਨੂੰ ਕਈ ਐਨੇ ਐਸੇ ਬਲਾਲ ਹਾਰਦੇ ਉਹਨਾਂ ਨੂੰ ਮੈਂ ਹਾਰਸ਼ਲੀ ਵੀ ਟ੍ਰੀਟ ਕਰਕੇ ਖਾਮੋਸ਼ ਕਰ ਲੈਂਦਾ ਵਾ। ਕਈਆਂ ਨੂੰ ਮੈਂ ਨਹੀਂ ਆਖਦਾ, ਮੈਂ ਗੁੱਸਾ ਫਿਰ ਮੈਂ ਚੁੱਪ ਕਰ ਗਿਆ। ਮੈਂ आमिर भाई कथा कलामी माजरत। आमिर भाई मैं अलहमदुलिल्लाह आप 55-56 साल के, मैं 60 साल का हूँ। मदारी के आपने भी देखे होंगे ना, जब वो शुरू करता है तो कहाँ से मैंने बड़े देखे हैं, 60 साल के बंदर देखे हैं मैंने, 80 साल के बंदर देखे हैं जिनको 80 साल के बाद शर्म नहीं आती। 60 साल की उम्र के अंदर भी उन बंदरों को शर्म नहीं आती। आमिर भाई मैं आपसे बात कर रहा हूं, भौंकना शुरू कर देते हैं आके। मैं आपकी बात कोई गल नहीं करते, ਤੁਸੀਂ ठंडे रहो, नहीं करूंगा ਤੁਹਾਡੇ ਬਾਰੇ ਗੱਲ नहीं करूंगा। मतलब बातें जो होती है ना वो किस तरह घुमाते हैं, तो मैं मतलब ये मतलब मैंने महसूस किया, तो मैंने क्या बात क्या हो रही है आपको पता है? कोई बात नहीं, आपको पता है क्या हम बात कर रहे थे? कहां से कहां कौन लेके गया, जो भी वो एक मिनट यार मैं देता हूँ जवाब जट साहब, मैं जवाब जो वो फॉलो करते हैं, जिस तरह से फॉलो करते हैं, वो बातों को घुमाते हैं या सीधा लगते हैं, वो उनकी चॉइस है। नहीं अमन साहब केड़ी गल, अगर ਤੁਸੀਂ ਵੀ ਗਲਤ ਗੱਲ ਨਾ ਕਰੋ ਨਾ, ਗੱਲ ਇਹ ਹੈ ਕਿ ਕਿਹੜੀ ਗਲਤ ਗੱਲ ਕੀਤੀ ਦੱਸੋ, ਕਿਹੜੀ ਗੱਲ ਨਾ ਘੁਮਾਈਏ, हमारी जिम्मेदारी है ना, हमारी जिम्मेदारी है ना घुमाने देना। हम अगर माहिर हैं तो अगर कोई घुमाता है उसको ना घुमाने दें, ये कोई बहस वाली गल ही नहीं। नहीं मैं घुमाई कोई गल, ਅਸੀਂ ਤੇ ਬਹਿ ਕੇ अगर कोई घुमाए भी तो साਡਾ ਜਿਹੜਾ ਮੁਤਕਲਮ ਹੈ ਉਹਦੀ ਜ਼ਿੰਮੇਵਾਰੀ ਹੈ ਨਾ ਕਿ ਉਹ ਕੰਟਰੋਲ ਕਰੇ, ਉਹ ਮੁਖਾਲਫ ਨੂੰ ਨਾ ਘੁਮਾਉਣ ਦੇਵੇ। ਇਹ ਤਾਂ ਕੋਈ ਐਸੀ ਵੈਸੀ ਗੱਲ ਨਹੀਂ। ਉਹ ਵੀ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਤੁਸੀਂ ਗੱਲਾਂ ਨੂੰ ਘੁਮਾਉਂਦੇ ਹੋ, ਤੇ ਜਿਹੜਾ ਇਲਜ਼ਾਮ ਲਾਉਂਦਾ ਹੈ ਉਹ ਗਲਤ ਕਰਦਾ ਹੈ। ਉਹ ਜਿਹੜਾ ਘੁਮਾਉਂਦਾ ਹੈ ਉਹਨੂੰ ਡੱਕ ਕੇ ਰੱਖੇ, ਨਾ ਘੁਮਾਉਣ ਦੇਵੇ, ਉਹਨੂੰ ਬੰਨ ਕੇ ਜੁੱਟ ਕੇ ਰੱਖੇ। ਔਰ ਰਾਜਾ ਸਾਹਿਬ ਦੇਣਾ ਤੁਸੀਂ $1000 ਕੇ ਕੋਨੀ, ਥੱਲੇ ਹੀ ਆ ਕੇ ਘੋੜੇ ਦੜਾਉਂਦੇ ਰਹਿੰਦੇ, ਉਹ ਤਾਂ ਮਰੋ। ਕੀ ਸਲਾਹ ਹੈ ਹੁਣ? देखो फिर आस्ता आस्ता गुस्सा तो लगन शुरू हो जाना है। ये तो ਅਸੀਂ ਕੁਝ ਨਹੀਂ ਕਹਿ ਰਹੇ। ਇੱਥੇ ਯਾਦ ਆ ਗਿਆ ਮੈਨੂੰ, ਉਹ ਨਹੀਂ ਸਨ ਉਹਦਾ ਕੀ ਨਾਮ ਹੈ ਬੰਦੇ ਦਾ, ਕ੍ਰਿਸਟਨ ਦਾ, जोसेफ ਨਹੀਂ ਦੂਸਰਾ, हजरत ਨੂਨ ਦੀ ਤੇ ਉਹ ਲੱਗ ਗਈ ਮਲਕ ਸਾਹਿਬ ਦੀ ਸ਼ਾਇਦ ਸ਼ਰਤ, ਤੇ ਉਹ ਬਾਅਦ ਚ ਆ ਗਈ ਜ਼ਿੰਬਾਬਵੇ ਦੇ ਡਾਲਰਾਂ ਵਾਲੀ, ਤੇ ਮੈਂ ਉਹ ਕਹਿਣ ਲੱਗਾ $1000 के। ਇਹ ਤਸਵੀਰ ਕਿਹਦੀ ਲਾਈ ਹੈ? ਇਹ ਇਬਨ ਮਾਜਾ ਦੀ ਤਸਵੀਰ। ਮਾਸ਼ਾਅੱਲਾ। ਜ਼ਿੰਬਾਬਵੇ ਦੇ ਨਹੀਂ, ਟੁੱਡੀ ਵਾਲੇ ਦੇ ਚਾਹੀਦੇ, ਟੁੱਡੀ ਵਾਲੇ ਦੇ।
ਝੁੱਡੀ ਵਾਲੇ ਡਾਲਰ ਚੱਲਦਾ ਨਾ। ਅੱਛਾ ਸਰ ਜਿਹੜੀ ਆਮਰ ਨਜ਼ੀਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਉਹ ਖਤਮ ਹੋ ਗਈ ਹੁਣ?